ठीक है, गुड मॉर्निंग। माफ़ करना, मेरे ख्याल ਵਿੱਚ ਹੁਣ ਸਭ ਨੂੰ ਗੁੱਡ ਆਫਟਰਨੂਨ। ਜਿਵੇਂ ਕਿ ਮੈਂ ਦੱਸਿਆ ਹੈ, ਮੇਰਾ ਨਾਮ ਕਾਇਲ ਹੈ। ਸਾਡੇ ਕੁਝ ਹੋਰ ਹਾਜ਼ਰੀਨ ਅੰਦਰ ਆ ਗਏ ਹਨ, ਇਸ ਲਈ ਅਸੀਂ ਤੁਰੰਤ ਸ਼ੁਰੂ ਕਰਾਂਗੇ। ਮੈਂ ਤੁਹਾਨੂੰ ਆਪਣੇ ਪਿਛੋਕੜ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇਵਾਂਗੀ। ਜਿਵੇਂ ਕਿ ਮੈਂ ਦੱਸਿਆ ਹੈ, ਮੇਰਾ ਨਾਮ ਕਾਇਲ ਹੈ। ਹੁਣ ਮੈਂ ਤਕਰੀਬਨ 6 ਸਾਲਾਂ ਤੋਂ ਅਲਬਰਟਾ ਵਨ ਕਾਲ ਬਿਫੋਰ ਯੂ ਡਿਗ ਭਾਈਵਾਲਾਂ ਦੇ ਨਾਲ ਹਾਂ। ਅੱਜ ਦੀ ਪੇਸ਼ਕਾਰੀ ਲਈ ਅਸੀਂ ਇੱਕ ਖਾਤਾ ਬਣਾਉਣ ਅਤੇ ਇੱਕ ਟਿਕਟ ਜਮ੍ਹਾਂ ਕਰਨ ਦੀ ਪ੍ਰਕਿਰਿਆ ਵਿੱਚੋਂ ਲੰਘਾਂਗੇ ਅਤੇ ਜਾਣਾਂਗੇ ਕਿ ਇਹ ਕਿਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ, ਅਤੇ ਫਿਰ ਜਾਣਾਂਗੇ ਸਾਡੀ ਵੈੱਬਸਾਈਟ 'ਤੇ ਉਪਲਬਧ ਵੱਖ-ਵੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ। ਜੇ ਤੁਹਾਡੇ ਕੋਲ ਪਹਿਲਾਂ ਹੀ ਕੋਈ ਖਾਤਾ ਹੈ ਜਾਂ ਤੁਸੀਂ ਪਹਿਲਾਂ ਹੀ ਵੈੱਬਸਾਈਟ ਦੇ ਜ਼ਰੀਏ ਟਿਕਟਾਂ ਜਮ੍ਹਾਂ ਕਰ ਰਹੇ ਹੋ, ਤਾਂ ਸ਼ਾਇਦ ਤੁਹਾਨੂੰ ਇਹ ਖਾਸ ਵੈਬੀਨਾਰ ਜ਼ਿਆਦਾ ਲਾਭਦਾਇਕ ਨਾ ਲੱਗੇ। ਇਹ ਬਹੁਤ ਸਾਰੇ ਵਿਸ਼ਿਆਂ ਨੂੰ ਕਵਰ ਕਰੇਗਾ ਜਿਨ੍ਹਾਂ ਬਾਰੇ ਤੁਹਾਨੂੰ ਪਹਿਲਾਂ ਤੋਂ ਜਾਣਕਾਰੀ ਹੋ ਸਕਦੀ ਹੈ। ਜੇ ਤੁਸੀਂ ਪਹਿਲਾਂ ਤੋਂ ਹੀ ਇੱਕ ਤਜਰਬੇਕਾਰ ਵਰਤੋਂਕਾਰ ਹੋ, ਤਾਂ ਤੁਹਾਡੀ ਸ਼ਾਇਦ ਸਾਡੇ ਵੀਰਵਾਰ ਦੇ ਵੈਬੀਨਾਰਾਂ ਵਿੱਚੋਂ ਇੱਕ ਵਿੱਚ ਸ਼ਾਮਲ ਹੋਣ ਵਿੱਚ ਵਧੇਰੇ ਦਿਲਚਸਪੀ ਹੋ ਸਕਦੀ ਹੈ। ਸਾਡੇ ਉન્નਤ ਸੈਸ਼ਨ ਜਿੱਥੇ ਅਸੀਂ ਖਾਸ ਕਿਸਮ ਦੀਆਂ ਟਿਕਟਾਂ ਤੇ ਵੱਖ-ਵੱਖ ਮੁੱਦਿਆਂ ਜੋ ਤੁਹਾਡੇ ਸਾਹਮਣੇ ਆ ਸਕਦੇ ਹਨ ਬਾਰੇ ਪ੍ਰਕਿਰਿਆ ਕਰਨ ਦੇ ਢੰਗ ਬਾਰੇ ਵਧੇਰੇ ਡੂੰਘਾਈ ਵਿੱਚ ਜਾਂਦੇ ਹਾਂ। ਇਹ ਮੁੱਢਲਾ ਸੈਸ਼ਨ ਹੈ, ਇਸ ਲਈ ਇਹ ਸਿਰਫ ਇੱਕ ਖਾਤਾ ਸਥਾਪਿਤ ਕਰਨ ਅਤੇ ਫਿਰ ਉਹਨਾਂ ਬੇਨਤੀਆਂ ਨੂੰ ਜਮ੍ਹਾਂ ਕਰਨ ਅਤੇ ਨਾਲ ਹੀ ਇਸ ਬਾਰੇ ਹੈ ਕਿ ਤੁਸੀਂ ਉਹਨਾਂ ਨਾਲ ਕੀ ਕਰ ਸਕਦੇ। 1 ਘੰਟੇ ਦੀ ਪੇਸ਼ਕਾਰੀ ਬਾਅਦ 30 ਮਿੰਟਾਂ ਵਾਸਤੇ ਸਵਾਲ ਜਵਾਬ ਹੋਣਗੇ, ਜੋ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਸਾਡੇ ਕੋਲ ਜੋ ਸਵਾਲ ਜਵਾਬ ਹਨ ਉਹਨਾਂ ਨੂੰ ਪੂਰਾ ਕਰਨ ਨੂੰ ਕਿੰਨਾ ਸਮਾਂ ਲੱਗਦਾ ਹੈ। ਤੁਸੀਂ ਦੇਖੋਗੇ ਕਿ ਇਸ ਸਮੇਂ ਤੁਹਾਨੂੰ ਮਿਊਟ ਕੀਤਾ ਹੋਇਆ ਹੈ। ਅਸੀਂ ਇਹ ਕਰਾਂਗੇ ਕਿ ਪੇਸ਼ਕਾਰੀ ਦੀ ਮਿਆਦ ਦੇ ਲਈ ਅਸੀਂ ਤੁਹਾਨੂੰ ਮਿਊਟ ਕਰ ਦਿਆਂਗੇ ਅਤੇ ਫਿਰ ਜਦੋਂ ਅਸੀਂ ਸਵਾਲਾਂ ਤੇ ਜਵਾਬਾਂ ਤੇ ਪਹੁੰਚ ਜਾਵਾਂਗੇ ਮੈਂ ਤੁਹਾਨੂੰ ਬੋਲਣ ਦਾ ਮੌਕਾ ਦੇ ਸਕਦੀ ਹਾਂ। ਮੈਨੂੰ ਅਫਸੋਸ ਹੈ, ਜਦੋਂ ਅਸੀਂ ਸਵਾਲਾਂ ਤੇ ਜਵਾਬਾਂ ਵਿੱਚ ਪਹੁੰਚਾਂਗੇ ਤੁਸੀਂ ਆਪਣਾ ਹੱਥ ਖੜਾ ਕਰ ਸਕੋਗੇ। ਮੈਂ ਤੁਹਾਨੂੰ ਬੋਲਣ ਲਈ ਕਹਿ ਸਕਦੀ ਹਾਂ, ਤੁਹਾਨੂੰ ਅਨਮਿਊਟ ਕਰ ਸਕਦੀ ਹਾਂ ਅਤੇ ਫਿਰ ਤੁਸੀਂ ਆਪਣਾ ਸਵਾਲ ਪੁੱਛ ਸਕੋਗੇ। ਵਿਕਲਪਿਕ ਤੌਰ ਤੇ ਤੁਸੀਂ ਕੋਈ ਲਿਖਤੀ ਸਵਾਲ ਵੀ ਭੇਜ ਸਕਦੇ ਹੋ ਜੋ ਤੁਹਾਡੇ ਕੋਲ ਹੋ ਸਕਦੇ ਹਨ। ਬਦਕਿਸਮਤੀ ਨਾਲ, ਕਿਉਂਕਿ ਮੈਂ ਪੇਸ਼ਕਾਰੀ ਦੀ ਅਗਵਾਈ ਕਰ ਰਹੀ ਹਾਂ, ਮੈਂ ਉਹਨਾਂ ਦਾ ਹੁਣੇ ਜਵਾਬ ਨਹੀਂ ਦੇ ਸਕਾਂਗੀ, ਪਰ ਜਦੋਂ ਅਸੀਂ ਸਵਾਲ ਅਤੇ ਜਵਾਬ ਭਾਗ ਵਿੱਚ ਪਹੁੰਚਾਂਗੇ ਮੈਂ ਇਹ ਪੱਕਾ ਕਰਾਂਗੀ ਕਿ ਮੈਂ ਉਹਨਾਂ ਸਾਰਿਆਂ ਸਵਾਲਾਂ ਦਾ ਜਵਾਬ ਦੇਵਾਂ ਅਤੇ ਉਹਨਾਂ ਦਾ ਉਸ ਕ੍ਰਮ ਵਿੱਚ ਜਵਾਬ ਦੇਵਾਂ ਜਿਸ ਵਿੱਚ ਸਾਨੂੰ ਪ੍ਰਾਪਤ ਹੋਏ ਸਨ। ਜੇ ਤੁਸੀਂ ਚਾਹੋ ਤਾਂ ਤੁਸੀਂ ਉਹਨਾਂ ਨੂੰ ਹੁਣੇ ਭੇਜ ਸਕਦੇ ਹੋ। ਜਿਵੇਂ ਜਿਵੇਂ ਅਸੀਂ ਅੱਗੇ ਵਧਦੇ ਹਾਂ, ਜੇ ਤੁਹਾਡੇ ਮਨ ਵਿੱਚ ਕੋਈ ਸਵਾਲ ਆਉਂਦੇ ਹਨ ਤਾਂ ਉਹਨਾਂ ਨੂੰ ਪੁੱਛਣ ਤੋਂ ਨਾ ਹਿਚਕਚਾਓ। ਉਸ ਨੂੰ ਪੁੱਛਣਾ ਵਧੀਆ ਗੱਲ ਹੈ, ਕਿਸੇ ਹੋਰ ਵਿਅਕਤੀ ਦਾ ਵੀ ਇਹੀ ਸਵਾਲ ਹੋ ਸਕਦਾ ਹੈ। ਤਾਂ ਫਿਰ ਸ਼ੁਰੂ ਕਰਨ ਲਈ ਅਸੀਂ ਆਪਣੇ ਲੌਗਇਨ ਪੰਨੇ ਤੇ ਹਾਂ। ਇਸ ਲਈ ਇਸ ਲੌਗਇਨ ਪੰਨੇ ਤੱਕ ਉਹਨਾਂ 3 ਸੂਬਿਆਂ ਵਿੱਚੋਂ ਕਿਸੇ ਤੋਂ ਵੀ ਪਹੁੰਚਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਅਸੀਂ ਆਪਣੇ ਸੰਪਰਕ ਕੇਂਦਰ ਵਿੱਚ ਆਪਣੇ ਆਪ ਸੰਭਾਲਦੇ ਹਾਂ। ਇਸ ਲਈ ਜੇ ਤੁਸੀਂ ਅਲਬਰਟਾ ਵਨ ਕਾਲ, ਸਾਸਕ ਫਸਟ ਕਾਲ ਜਾਂ ਕਲਿੱਕ ਬਿਫੋਰ ਯੂ ਡਿਗ ਮਨੀ ਟੂ ਬਦਲ ਜਾਂਦੇ ਹੋ ਅਤੇ ਤੁਸੀਂ ਇੱਕ ਆਨਲਾਈਨ ਬੇਨਤੀ ਜਮ੍ਹਾਂ ਕਰਦੇ ਹੋ, ਤਾਂ ਆਖਰਕਾਰ ਤੁਸੀਂ ਇਸ ਪੰਨੇ ਤੇ ਪਹੁੰਚ ਜਾਓਗੇ ਅਤੇ ਇਹ ਸਾਡੀ ਲੌਗਇਨ ਸਕਰੀਨ ਹੈ। ਇਸ ਲਈ ਸ਼ੁਰੂ ਕਰਨ ਵਾਸਤੇ ਅਸੀਂ ਇੱਕ ਖਾਤੇ ਲਈ ਰਜਿਸਟਰ ਕਰਾਂਗੇ। ਜੇ ਤੁਹਾਡੇ ਕੋਲ ਪਹਿਲਾਂ ਤੋਂ ਕੋਈ ਖਾਤਾ ਨਹੀਂ ਹੈ ਤਾਂ ਤੁਹਾਨੂੰ ਬਸ ਪੰਨੇ ਤੇ ਸਭ ਤੋਂ ਹੇਠਾਂ ਇੱਥੇ ਸਾਈਨ ਅਪ ਕਰੋ ਬਟਨ ਤੇ ਕਲਿੱਕ ਕਰਨਾ ਹੈ ਅਤੇ ਫਿਰ ਅਸੀਂ ਆਪਣੇ ਨਵੇਂ ਵਰਤੋਂਕਾਰ ਰਜਿਸਟ੍ਰੇਸ਼ਨ ਪੰਨੇ ਤੇ ਪਹੁੰਚ ਜਾਂਦੇ ਹਾਂ। ਤਾਂ ਫਿਰ ਸ਼ੁਰੂ ਕਰਨ ਲਈ ਸਾਡੇ ਕੋਲ ਸਾਡੀ ਪੁਟਾਈ ਕਰਨ ਵਾਲੇ ਦੇ ਵੇਰਵੇ ਹਨ ਅਤੇ ਇਹ ਬਹੁਤ ਸਰਲ ਹਨ। ਨਾਮ ਦਾ ਪਹਿਲਾ ਭਾਗ, ਆਖਰੀ ਭਾਗ, ਕੰਪਨੀ ਅਤੇ ਨੌਕਰੀ ਦਾ ਅਹੁਦਾ। ਅਤੇ ਜਦੋਂ ਅਸੀਂ ਹਰੇਕ ਖੇਤਰ ਤੇ ਕਲਿੱਕ ਕਰਦੇ ਹਾਂ ਸਾਨੂੰ ਅਸਲ ਵਿੱਚ ਇੱਕ ਪੌਪ-ਅਪ ਬਾਕਸ ਵੀ ਦਿਖਾਈ ਦਿੰਦਾ ਹੈ। ਇਹ ਤੁਹਾਨੂੰ ਸਹੀ ਦੱਸ ਦੇਵੇਗਾ ਕਿ ਅਸੀਂ ਉਸ ਖੇਤਰ ਵਿੱਚ ਕੀ ਮੰਗ ਕਰ ਰਹੇ ਹਾਂ। ਮੈਂ ਬਸ ਇਹਨਾਂ ਖੇਤਰਾਂ ਨੂੰ ਸਾਫ਼ ਕਰਨ ਲੱਗੀ ਹਾਂ ਜੋ ਮੈਂ ਪਹਿਲਾਂ ਹੀ ਬਹੁਤ ਤੇਜ਼ੀ ਨਾਲ ਰੱਖੇ ਕੀਤੇ ਹਨ, ਇਸ ਲਈ ਸ਼ੁਰੂ ਕਰੋ। ਇਸ ਲਈ ਨਾਮ ਦਾ ਪਹਿਲਾ ਭਾਗ ਕਾਫੀ ਸਰਲ ਹੈ। ਜਿਵੇਂ ਕਿ ਮੈਂ ਦੱਸਿਆ ਹੈ, ਮੇਰਾ ਨਾਮ ਕਾਇਲ ਹੈ। ਇਹ ਵਧੀਆ ਅਤੇ ਸੌਖਾ ਹੈ। ਨਾਮ ਦਾ ਆਖਰੀ ਭਾਗ, ਮੇਰੇ ਨਾਮ ਦਾ ਆਖਰੀ ਭਾਗ ਹੁਣ ਹੈ, ਇਸ ਲਈ ਅਸੀਂ ਉਹ ਦਾਖਲ ਕਰਾਂਗੇ ਤੇ ਫਿਰ ਕੰਪਨੀ ਦਾਖਲ ਕਰਾਂਗੇ। ਤਾਂ ਫਿਰ ਮੈਂ ਅਲਬਰਟਾ, ਜਿਵੇਂ ਕਿ ਮੈਂ ਜ਼ਿਕਰ ਕੀਤਾ ਹੈ, ਮੈਂ ਅਲਬਰਟਾ ਵਨ ਕਾਲ ਵਿੱਚ ਕੰਮ ਕਰਦੀ ਹਾਂ, ਇਸ ਲਈ ਮੈਂ ਇਹ ਦਾਖਲ ਕਰਾਂਗੀ ਤੇ ਫਿਰ ਅਸੀਂ ਨੌਕਰੀ ਦੇ ਅਹੁਦੇ ਤੇ ਪਹੁੰਚ ਜਾਵਾਂਗੇ। ਜੇ ਤੁਹਾਡੀ ਕੰਪਨੀ ਵਿੱਚ ਤੁਹਾਡਾ ਕੋਈ ਅਹੁਦਾ ਹੈ ਤਾਂ ਕਿਰਪਾ ਕਰਕੇ ਇਹ ਮੁਹੱਈਆ ਕਰਨ ਲਈ ਸੁਤੰਤਰ ਮਹਿਸੂਸ ਕਰੋ। ਮੈਨੂੰ ਨਹੀਂ ਪਤਾ ਕਿ ਤੁਸੀਂ ਇਸ ਗੱਲ ਵੱਲ ਪਹਿਲਾਂ ਹੀ ਧਿਆਨ ਦਿੱਤਾ ਹੈ ਜਾਂ ਨਹੀਂ, ਪਰ ਇਹਨਾਂ ਵਿੱਚੋਂ ਹਰੇਕ ਪੌਪ-ਅਪ ਬਾਕਸ ਤੁਹਾਨੂੰ ਇਹ ਵੀ ਦੱਸਦਾ ਹੈ ਕਿ ਇਹ ਖੇਤਰ ਵਿਕਲਪਕ ਹੈ ਜਾਂ ਲੋੜੀਂਦਾ ਹੈ। ਇਸ ਲਈ ਉਦਾਹਰਨ ਵਜੋਂ ਇਹ ਨੌਕਰੀ ਦਾ ਅਹੁਦਾ ਵਿਕਲਪਕ ਹੈ। ਜੇ ਤੁਸੀਂ ਕੋਈ ਅਹੁਦਾ ਨਹੀਂ ਦੱਸਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਜ਼ਰੂਰੀ ਨਹੀਂ ਹੈ, ਤੁਸੀਂ ਇਸ ਖੇਤਰ ਨੂੰ ਖਾਲੀ ਛੱਡ ਸਕਦੇ ਹੋ। ਜੇ ਅਸੀਂ ਉਹਨਾਂ ਦੂਜੇ ਖੇਤਰਾਂ ਵਿੱਚੋਂ ਕਿਸੇ ਵਿੱਚ ਵਾਪਸ ਚਲੇ ਜਾਂਦੇ ਹਾਂ ਜੋ ਅਸੀਂ ਪਹਿਲਾਂ ਹੀ ਭਰ ਦਿੱਤੇ ਹਨ, ਤਾਂ ਅਸੀਂ ਦੇਖ ਸਕਦੇ ਹਾਂ ਕਿ ਉਹ ਇੱਕ ਲੋੜੀਂਦਾ ਖੇਤਰ ਹੈ ਅਤੇ ਇਹ ਜਾਣਕਾਰੀ ਇਸ ਤਰ੍ਹਾਂ ਦਰਸਾਈ ਗਈ ਹੈ। ਹੁਣ ਸੰਪਰਕ ਵੇਰਵਿਆਂ ਤੇ ਜਾਣ ਤੋਂ ਪਹਿਲਾਂ ਆਓ ਇਹਨਾਂ ਸੰਤਰੀਖਾਨਿਆਂ ਬਾਰੇ ਸੰਖੇਪ ਵਿੱਚ ਗੱਲ ਕਰੀਏ ਜਿਨ੍ਹਾਂ ਦੇ ਨਾਲ ਸਵਾਲ ਦਾ ਚਿੰਨ੍ਹ ਹੈ। ਜੇ ਤੁਸੀਂ ਕਦੇ ਕਿਸੇ ਖਾਸ ਹਿੱਸੇ ਤੇ ਫਸ ਜਾਂਦੇ ਹੋ ਅਤੇ ਤੁਸੀਂ ਇਸ ਜਾਣਕਾਰੀ ਨੂੰ ਦਾਖਲ ਕਰਦੇ ਹੋਏ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਹਮੇਸ਼ਾ ਇਹਨਾਂ ਖਾਨਿਆਂ ਤੇ ਕਲਿੱਕ ਕਰ ਸਕਦੇ ਹੋ ਅਤੇ ਇਹ ਇੱਕ YouTube ਵੀਡੀਓ ਸਾਹਮਣੇ ਲਿਆਏਗਾ ਜਿਸ ਵਿੱਚ ਕਿਸੇ ਨੂੰ ਉਹੀ ਜਾਣਕਾਰੀ ਦਾਖਲ ਕਰਦੇ ਹੋਏ ਜਾਂ ਉਹਨਾਂ ਖੇਤਰਾਂ ਨੂੰ ਭਰਦੇ ਹੋਏ ਦਿਖਾਇਆ ਜਾਵੇਗਾ। ਇਸ ਲਈ ਤੁਹਾਨੂੰ ਇਸ ਬਾਰੇ ਇੱਕ ਵਿਚਾਰ ਵੀ ਮਿਲੇਗਾ ਕਿ ਕੀ ਦਾਖਲ ਕਰਨ ਦੀ ਲੋੜ ਹੈ। ਅਗਲਾ ਪ੍ਰਾਇਮਰੀ ਫੋਨ ਨੰਬਰ ਹੈ। ਇਹ ਬਹੁਤ ਸੌਖਾ ਹੈ। ਮੈਂ ਇੱਥੇ ਜਲਦੀ ਨਾਲ ਸਾਡੀ ਕੰਪਨੀ ਦਾ ਫੋਨ ਨੰਬਰ ਦਾਖਲ ਕਰਾਂਗੇ ਅਤੇ ਫਿਰ ਮੈਂ ਇੱਕ ਪਰਲੇ ਟੂਲ ਟਿਪ ਬਾਰੇ ਗੱਲ ਕਰਾਂਗੀ ਜੋ ਜਦੋਂ ਤੁਸੀਂ ਇਸ ਖੇਤਰ ਵਿੱਚ ਹੁੰਦੇ ਹੋ ਤਾਂ ਸਾਹਮਣੇ ਆ ਜਾਂਦਾ। ਸਾਡੀ ਵੈਬਸਾਈਟ ਤੇ ਕੁਝ ਖੇਤਰ ਹਨ, ਖਾਸ ਕਰਕੇ ਫੋਨ ਨੰਬਰ ਤੇ ਖੋਜ ਕਿਸਮਾਂ, ਜਿਨ੍ਹਾਂ ਲਈ ਤੁਹਾਨੂੰ ਜਾਣਕਾਰੀ ਨੂੰ ਸਵੀਕਾਰ ਕੀਤੇ ਜਾਣ ਲਈ ਇੱਕ ਖਾਸ ਫਾਰਮੈਟ ਦੀ ਪਾਲਣਾ ਕਰਨ ਦੀ ਲੋੜ ਹੈ। ਇਸ ਲਈ ਇਸ ਫੋਨ ਨੰਬਰ ਵਾਸਤੇ ਤੁਸੀਂ ਦੇਖੋਗੇ ਕਿ ਮੈਂ ਅੱਖਰਾਂ ਦੇ ਹਰੇਕ ਸਮੂਹ ਦੇ ਵਿਚਕਾਰ ਖਾਲੀ ਥਾਂ ਰੱਖੀਆਂ ਹਨ। ਤੁਸੀਂ ਡੈਸ਼ਾਂ ਜਾਂ ਬਿੰਦੀਆਂ ਵੀ ਲਗਾ ਸਕਦੇ ਹੋ। ਹਰੇਕ ਸਵੀਕਾਰਯੋਗ ਫਾਰਮੈਟ ਉਸ ਟੂਲ ਟਿਪ ਵਿੱਚ ਦਿੱਤੇ ਗਏ ਹਨ। ਜੇ ਤੁਹਾਡੇ ਕੋਲ ਕੋਈ ਐਕਸਟੈਂਸ਼ਨ ਹੈ ਤਾਂ ਤੁਸੀਂ ਬਸ ਇਹ ਕਰਨਾ ਹੈ ਕਿ ਕੋਮਾ ਲਗਾ ਕੇ ਆਪਣੀ ਐਕਸਟੈਂਸ਼ਨ ਦਾਖਲ ਕਰ ਦਿਓ। ਅੱਗੇ ਸਾਡਾ ਮੋਬਾਈਲ ਨੰਬਰ ਹੈ। ਤੁਸੀਂ ਇਸ ਨੂੰ ਸੈਕੰਡਰੀ ਨੰਬਰ ਵਜੋਂ ਵੀ ਸੋਚ ਸਕਦੇ ਹੋ ਜੇ ਤੁਹਾਡੇ ਕੋਲ ਇਹ ਹੈ। ਉਦਾਹਰਨ ਲਈ ਜੇ ਤੁਹਾਡਾ ਮੁੱਢਲਾ ਫੋਨ ਨੰਬਰ ਤੁਹਾਡਾ ਸੈੱਲਫੋਨ ਹੈ ਪਰ ਤੁਹਾਡੇ ਕੋਲ ਇੱਕ ਡੈਸਕ ਫੋਨ ਵੀ ਹੈ ਜੋ ਤੁਸੀਂ ਮੁਹੱਈਆ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਨੂੰ ਮੋਬਾਈਲ ਨੰਬਰ ਵਿੱਚ ਪਾ ਸਕਦੇ ਹੋ। ਮੈਂ ਆਪਣਾ ਖਾਲੀ ਛੱਡ ਦੇਵਾਂਗੀ ਅਤੇ ਅੱਗੇ ਅਸੀਂ ਈਮੇਲ ਤੇ ਪਹੁੰਚ ਜਾਂਦੇ ਹਾਂ।
ਤਾਂ ਫਿਰ ਈਮੇਲ ਪਤਾ ਲੋੜੀਂਦਾ ਹੈ ਕਿਉਂਕਿ ਸਹੂਲਤ ਦੇ ਮਾਲਕ ਆਪਣੇ ਜਵਾਬ ਈਮੇਲ ਦੁਆਰਾ ਭੇਜਣਾ ਪਸੰਦ ਕਰਦੇ ਹਨ। ਜਦੋਂ ਤੁਸੀਂ ਆਪਣੀ ਬੇਨਤੀ ਜਮ੍ਹਾਂ ਕਰ ਦਿੰਦੇ ਹੋ ਤਾਂ ਅਸੀਂ ਤੁਹਾਨੂੰ ਇੱਕ ਪੁਸ਼ਟੀਕਰਨ ਈਮੇਲ ਵੀ ਭੇਜਦੇ ਹਾਂ। ਇਸ ਲਈ ਅਸੀਂ ਉਹ ਈਮੇਲ ਦਾਖਲ ਕਰਾਂਗੇ ਜੋ ਮੈਂ ਇਸ ਸਮੇਂ ਵਰਤਣਾ ਚਾਹੁੰਦੀ ਹਾਂ। ਅਤੇ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਹਾਡੀ ਈਮੇਲ ਸਹੀ ਹੋਵੇ ਕਿਉਂਕਿ ਜੇ ਕੋਈ ਸਹੂਲਤ ਮਾਲਕ ਤੁਹਾਡੇ ਜਵਾਬ ਨੂੰ ਇਸ ਤਰੀਕੇ ਨਾਲ ਭੇਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜੇ ਤੁਹਾਡੀ ਈਮੇਲ ਗਲਤ ਹੈ ਤਾਂ ਹੋ ਸਕਦਾ ਹੈ ਉਹ ਤੁਹਾਨੂੰ ਪ੍ਰਾਪਤ ਨਾ ਹੋਵੇ ਅਤੇ ਫਿਰ ਤੁਸੀਂ ਉਸ ਜਵਾਬ ਦੀ ਉਡੀਕ ਕਰ ਰਹੇ ਹੋ ਸਕਦੇ ਹੋ ਜੋ ਪਹਿਲਾਂ ਹੀ ਭੇਜਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਇਸ ਲਈ ਅਸੀਂ ਤੁਹਾਨੂੰ ਆਪਣਾ ਈਮੇਲ ਪਤਾ 2 ਵਾਰ ਦਾਖਲ ਕਰਨ ਲਈ ਕਹਿੰਦੇ ਹਾਂ ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਤੁਸੀਂ ਇਸ ਨੂੰ ਸਹੀ ਤਰੀਕੇ ਨਾਲ ਦਾਖਲ ਕੀਤਾ ਹੈ। ਅੱਗੇ ਅਸੀਂ ਆਪਣੇ ਉਦਯੋਗ ਤੇ ਪਹੁੰਚਦੇ ਹਾਂ ਅਤੇ ਅਸੀਂ ਇਹਨਾਂ ਵਿੱਚੋਂ ਕੁਝ ਬਾਰੇ ਬਹੁਤ ਤੇਜ਼ੀ ਨਾਲ ਪਤਾ ਕਰਾਂਗੇ। ਤਾਂ ਫਿਰ ਇਹ ਉਦਯੋਗ ਦੀ ਆਮ ਕਿਸਮ ਹੈ ਜਿਸ ਵਿੱਚ ਤੁਸੀਂ ਹੋ। ਇਸ ਦੇ ਲਈ ਜ਼ਰੂਰੀ ਤੌਰ ਤੇ ਸੂਖਮ ਵੇਰਵਿਆਂ ਦੀ ਲੋੜ ਨਹੀਂ ਹੈ। ਸਪਸ਼ਟ ਹੈ ਕਿ ਤੁਹਾਡੇ ਕੋਲ ਕਈ ਕਿਸਮਾਂ ਦੇ ਉਦਯੋਗ ਹੋ ਸਕਦੇ ਹਨ ਜਿਸ ਵਿੱਚ ਤੁਸੀਂ ਸ਼ਾਮਲ ਹੋ। ਉਹ ਚੁਣੋ ਜੋ ਸਭ ਤੋਂ ਵਧੀਆ ਤਰੀਕੇ ਨਾਲ ਲਾਗੂ ਹੁੰਦਾ ਹੈ। ਜੇ ਤੁਸੀਂ ਮਕਾਨ ਮਾਲਕ ਹੋ ਤਾਂ ਸਪਸ਼ਟ ਤੌਰ ਤੇ ਤੁਸੀਂ ਘਰ ਦਾ ਮਾਲਕ ਚੁਣਨਾ ਚਾਹੋਗੇ। ਜੇ ਤੁਸੀਂ ਜ਼ਿਆਦਾਤਰ ਲੈਂਡਸਕੇਪਿੰਗ ਬੇਨਤੀਆਂ ਨੂੰ ਦੇਖਦੇ ਹੋ ਤਾਂ ਇਹ ਲੈਂਡਸਕੇਪਿੰਗ ਹੋ ਸਕਦਾ ਹੈ। ਇਸ ਪ੍ਰਦਰਸ਼ਨ ਲਈ ਮੇਰੇ ਉਦੇਸ਼ਾਂ ਵਾਸਤੇ ਅਸੀਂ ਇੱਕ ਆਮ ਠੇਕੇਦਾਰ ਹਾਂ, ਇਸ ਲਈ ਅਸੀਂ ਇਸ ਨੂੰ ਚੁਣਾਂਗੇ। ਅਤੇ ਫਿਰ ਅਸੀਂ ਵਰਤੋਂਕਾਰ ਦੀ ਕਿਸਮ ਵਿੱਚ ਪਹੁੰਚ ਜਾਂਦੇ ਹਾਂ ਅਤੇ ਇੱਥੇ 3 ਵੱਖ-ਵੱਖ ਕਿਸਮਾਂ ਦੇ ਵਰਤੋਂਕਾਰ ਹਨ ਅਤੇ ਅਸੀਂ ਤਿੰਨਾਂ ਬਾਰੇ ਸੰਖੇਪ ਵਿੱਚ ਗੱਲ ਕਰਾਂਗੇ। ਪਹਿਲਾ ਘਰ ਦਾ ਮਾਲਕ ਹੈ ਤਾਂ ਫਿਰ ਇਹ ਕਾਫੀ ਬੁਨਿਆਦੀ ਗੱਲ ਹੈ। ਜੇ ਤੁਸੀਂ ਆਪਣੀ ਬੇਨਤੀ ਆਪਣੀ ਖੁਦ ਦੀ ਪ੍ਰਾਪਰਟੀ ਲਈ ਜਮ੍ਹਾਂ ਕਰ ਰਹੇ ਹੋ ਤਾਂ ਵਰਤੋਂਕਾਰ ਕਿਸਮ ਦੇ ਤੌਰ ਤੇ ਤੁਸੀਂ ਘਰ ਮਾਲਕ ਹੋਵੋਗੇ। ਜੇ ਤੁਸੀਂ ਇੱਕ ਸਹੂਲਤ ਕੰਪਨੀ ਹੋ ਜਿਸ ਦੀਆਂ ਜ਼ਮੀਨ ਹੇਠਲੀਆਂ ਲਾਈਨਾਂ ਸਾਡੇ ਕੋਲ ਰਜਿਸਟਰਡ ਹਨ ਤਾਂ ਹਰੇਕ ਸੂਬੇ ਵਿੱਚੋਂ ਉਹਨਾਂ ਦੀ ਇੱਕ ਉਦਾਹਰਨ ਐਟਕੋ ਗੈਸ, ਟੈਲਸ, ਮਨੀਟੋਬਾ ਹਾਈਡਰੋ ਜਾਂ ਸਾਸਕਟੈਲ ਹੋਵੇਗੀ। ਉਹਨਾਂ ਕੰਪਨੀਆਂ ਦੀਆਂ ਸਾਰੀਆਂ ਸਹੂਲਤਾਂ ਸਾਡੇ ਕੋਲ ਰਜਿਸਟਰਡ ਹਨ, ਇਸ ਲਈ ਉਹਨਾਂ ਨੂੰ ਮੈਂਬਰ ਮੰਨਿਆ ਜਾਵੇਗਾ। ਅਤੇ ਫਿਰ ਅਖੀਰਲਾ ਇੱਕ ਠੇਕੇਦਾਰ ਹੈ ਜਿਸ ਦੇ ਹੇਠ ਜ਼ਿਆਦਾਤਰ ਲੋਕ ਆਉਂਦੇ ਹਨ। ਇਹ ਉਸ ਸਥਿਤੀ ਲਈ ਹੈ ਜੇ ਤੁਸੀਂ ਕੰਮ ਕਿਸੇ ਹੋਰ ਵਿਅਕਤੀ ਜਾਂ ਕਿਸੇ ਹੋਰ ਕਾਰੋਬਾਰ ਦੇ ਲਈ ਕੰਮ ਕਰ ਰਹੇ ਹੋ ਜਾਂ ਤੁਹਾਡੀ ਸਹੂਲਤ ਕੰਪਨੀ ਜੋ ਸਾਡੀ ਸੇਵਾ ਦੇ ਨਾਲ ਨਹੀਂ ਜੁੜੀ ਹੋਈ। ਇਸ ਲਈ ਉਦਾਹਰਨ ਵਾਸਤੇ ਸ਼ੌਕ ਕੇਬਲ ਸਾਡੀ ਅਲਬਰਟਾ 1 ਕਾਲ ਕਲਿੱਕ ਬਿਫੋਰ ਯੂ ਡਿਗ ਜਾਂ ਸਾਸਕ ਫਸਟ ਕਾਲ ਦੀ ਮੈਂਬਰ ਨਹੀਂ ਹੈ। ਅਤੇ ਭਾਵੇਂ ਉਹਨਾਂ ਦੀਆਂ ਜ਼ਮੀਨ ਹੇਠਾਂ ਲਾਈਨਾਂ ਹਨ ਉਹ ਹਾਲੇ ਵੀ ਇੱਕ ਠੇਕੇਦਾਰ ਹਨ ਕਿਉਂਕਿ ਉਹ ਸਾਡੇ ਨਾਲ ਰਜਿਸਟਰਡ ਹਨ। ਇਸ ਪ੍ਰਦਰਸ਼ਨ ਦੇ ਉਦੇਸ਼ ਲਈ ਅਸੀਂ ਇੱਕ ਠੇਕੇਦਾਰ ਹੋਵਾਂਗੇ। ਅਤੇ ਫਿਰ ਅਸੀਂ ਆਪਣੇ ਲੌਗਇਨ ਵੇਰਵਿਆਂ ਤੇ ਪਹੁੰਚ ਜਾਂਦੇ ਹਾਂ। ਇਸ ਲਈ ਜਦੋਂ ਮੈਂ ਆਪਣੇ ਵਰਤੋਂਕਾਰ ਨਾਮ ਤੇ ਕਲਿੱਕ ਕਰਦੀ ਹਾਂ ਤੁਸੀਂ ਦੇਖੋਗੇ ਕਿ ਕੁਝ ਵਾਪਰਿਆ ਹੈ। ਮੇਰਾ ਈਮੇਲ ਪਤਾ ਆਪਣੇ ਆਪ ਹੀ ਇਸ ਖੇਤਰ ਵਿੱਚ ਦਾਖਲ ਕਰ ਦਿੱਤਾ ਗਿਆ ਹੈ। ਇਹ ਇਸ ਲਈ ਹੈ ਕਿਉਂਕਿ ਸਾਡਾ ਸਿਸਟਮ ਡਿਫਾਲਟ ਰੂਪ ਵਿੱਚ ਤੁਹਾਡੇ ਈਮੇਲ ਪਤੇ ਨੂੰ ਹੀ ਤੁਹਾਡਾ ਵਰਤੋਂਕਾਰ ਨਾਮ ਬਣਾ ਦਿੰਦਾ ਹੈ। ਇਹ ਚੀਜ਼ਾਂ ਨੂੰ ਵਧੀਆ ਅਤੇ ਸਰਲ ਰੱਖਦਾ ਹੈ। ਹੁਣ ਸਿਰਫ ਇਸ ਲਈ ਕਿ ਡਿਫਾਲਟ ਰੂਪ ਵਿੱਚ ਇਹ ਹੁੰਦਾ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਇਸ ਨੂੰ ਇਸੇ ਤਰ੍ਹਾਂ ਛੱਡਣ ਦੀ ਲੋੜ ਹੈ। ਜੇ ਤੁਸੀਂ ਆਪਣਾ ਵਰਤੋਂਕਾਰ ਨਾਮ ਬਦਲਣਾ ਚਾਹੁੰਦੇ ਹੋ ਜਾਂ ਜੇ ਤੁਸੀਂ ਬਹੁਤ ਸਾਰੇ ਖਾਤੇ ਸੈਟਅਪ ਕੀਤੇ ਹੋਏ ਹਨ ਅਤੇ ਤੁਸੀਂ ਚਾਹੁੰਦੇ ਹੋ ਕਿ ਖਾਤੇ ਵਿੱਚ ਉਹੀ ਈਮੇਲ ਪਤਾ ਹੋਵੇ ਪਰ ਇੱਕ ਵੱਖਰਾ ਵਰਤੋਂਕਾਰ ਨਾਮ ਹੋਵੇ ਤਾਂ ਜੋ ਤੁਸੀਂ ਇਸ ਵਿੱਚ ਲੌਗਇਨ ਕਰਕੇ ਉਹਨਾਂ ਟਿਕਟਾਂ ਨੂੰ ਵੱਖ ਰੱਖ ਸਕੋ, ਤੁਸੀਂ ਹਮੇਸ਼ਾ ਉਹ ਤਬਦੀਲੀ ਕਰ ਸਕਦੇ ਹੋ। ਇਸ ਲਈ ਜੇ ਤੁਸੀਂ ਵੇਖੋ ਤਾਂ ਮੈਂ ਆਪਣੇ @gmail.com ਤੋਂ ਛੁਟਕਾਰਾ ਪਾ ਲਿਆ ਹੈ। ਇਹ ਹਾਲੇ ਵੀ ਸਵੀਕਾਰਯੋਗ ਹੈ ਅਤੇ ਮੈਂ ਅਸਲ ਵਿੱਚ ਇਸ ਨੂੰ 1 ਸਕਿੰਟ ਲਈ ਵਾਪਸ ਜੋੜ ਰਹੀ ਹਾਂ। ਤੁਸੀਂ ਇੱਥੇ ਦੇਖੋਗੇ ਕਿ ਵਰਤਮਾਨ ਵਿੱਚ ਇਹ ਕਹਿੰਦਾ ਹੈ ਕਿ ਮੇਰੇ ਵਿਲੱਖਣ ਖਾਤੇ ਦੀ ਪੁਸ਼ਟੀ ਹੋ ਗਈ ਹੈ। ਮੇਰਾ ਵਰਤੋਂਕਾਰ ਨਾਮ ਉਪਲਬਧ ਹੈ। ਇਹ ਇਸ ਲਈ ਹੈ ਕਿਉਂਕਿ ਮੇਰੇ ਵੇਰਵਿਆਂ ਵਾਲਾ ਖਾਤਾ ਮੌਜੂਦ ਨਹੀਂ ਸੀ। ਪਰ ਜੇ ਮੈਂ ਇਸ ਨੂੰ ਆਪਣੇ ਵਰਤੋਂਕਾਰ ਨਾਮ ਲਈ @gmail.com ਵਾਪਸ ਸ਼ਾਮਲ ਕਰਦੀ ਹਾਂ ਤਾਂ ਇਹ ਮੈਨੂੰ ਦੱਸਦਾ ਹੈ ਕਿ ਵਰਤੋਂਕਾਰ ਨਾਮ ਵਰਤੋਂ ਵਿੱਚ ਹੈ। ਤਾਂ ਇਸ ਦਾ ਅਰਥ ਇਹ ਹੈ ਕਿ ਇਹ ਕਿਸੇ ਹੋਰ ਦੇ ਕੋਲ ਪਹਿਲਾਂ ਹੀ ਉਸ ਈਮੇਲ ਜਾਂ ਵਰਤੋਂਕਾਰ ਨਾਮ ਦੇ ਨਾਲ ਇੱਕ ਖਾਤਾ ਹੈ ਜਿਸ ਨੂੰ ਮੈਂ ਵਰਤਣ ਦੀ ਕੋਸ਼ਿਸ਼ ਕਰ ਰਹੀ ਹਾਂ, ਜਾਂ B ਮੇਰੇ ਕੋਲ ਪਹਿਲਾਂ ਹੀ ਉਸ ਵਰਤੋਂਕਾਰ ਨਾਮ ਜਾਂ ਈਮੇਲ ਦੇ ਨਾਲ ਇੱਕ ਖਾਤਾ ਹੈ। ਅਤੇ ਕਿਉਂਕਿ ਮੈਂ ਹਰ ਹਫ਼ਤੇ ਇਹਨਾਂ ਵੈਬੀਨਾਰਾਂ ਦੀ ਅਗਵਾਈ ਕਰਦੀ ਹਾਂ ਇਸ ਲਈ ਸਪਸ਼ਟ ਤੌਰ ਤੇ ਮੇਰੇ ਕੋਲ ਇਸ ਜਾਣਕਾਰੀ ਦੇ ਨਾਲ ਇੱਕ ਖਾਤਾ ਹੈ। ਅਸੀਂ ਬਸ ਪ੍ਰਕਿਰਿਆ ਵਿੱਚੋਂ ਲੰਘ ਰਹੇ ਹਾਂ ਪਰ ਇਸ ਨੂੰ ਦਿਖਾ ਸਕਣਾ ਬਹੁਤ ਚੰਗੀ ਗੱਲ ਹੈ, ਸਿਰਫ ਇਸ ਲਈ ਕਿ ਤੁਸੀਂ ਗਲਤੀ ਨਾਲ ਦੂਸਰਾ ਖਾਤਾ ਰਜਿਸਟਰ ਨਾ ਕਰ ਲਵੋ। ਅੱਗੇ ਤੁਹਾਡਾ ਪਾਸਵਰਡ ਹੈ। ਪਾਸਵਰਡ 8 ਅੱਖਰਾਂ ਦਾ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਘੱਟੋ ਘੱਟ 1 ਅੱਖਰ ਅਤੇ 1 ਅੰਕ ਹੋਣਾ ਚਾਹੀਦਾ ਹੈ। ਇਸ ਲਈ ਉਦਾਹਰਨ ਵਜੋਂ ਪਾਸਵਰਡ ਸ਼ਬਦ 8 ਅੱਖਰਾਂ ਦਾ ਹੈ ਪਰ ਇਸ ਵਿੱਚ ਕੋਈ ਅੰਕ ਨਹੀਂ ਹੈ, ਇਸ ਲਈ ਤੁਸੀਂ ਇਸ ਨੂੰ ਵੈਧ ਪਾਸਵਰਡ ਵਜੋਂ ਨਹੀਂ ਵਰਤ ਸਕੋਗੇ। ਜੇ ਤੁਸੀਂ ਪਾਸਵਰਡ 1 ਦਾਖਲ ਕਰਦੇ ਹੋ ਪਾਸਵਰਡ ਅਤੇ ਫਿਰ ਨੰਬਰ 1 ਤਾਂ ਉਸ ਨੂੰ ਇੱਕ ਵੈਧ ਪਾਸਵਰਡ ਮੰਨਿਆ ਜਾਵੇਗਾ ਅਤੇ ਫਿਰ ਤੁਸੀਂ ਜਾਰੀ ਰੱਖ ਸਕੋਗੇ। ਅਤੇ ਫਿਰ ਤੁਹਾਨੂੰ ਉਸ ਪਾਸਵਰਡ ਦੀ ਪੁਸ਼ਟੀ ਕਰਨ ਦੀ ਵੀ ਲੋੜ ਹੋਏਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ ਇਸ ਨੂੰ ਸਹੀ ਤਰ੍ਹਾਂ ਦਾਖਲ ਕੀਤਾ ਹੈ। ਅਤੇ ਫਿਰ ਅਸੀਂ ਆਪਣੇ ਸੁਰੱਖਿਆ ਸਵਾਲ ਤੇ ਪਹੁੰਚ ਜਾਂਦੇ ਹਾਂ। ਹੁਣ ਸੁਰੱਖਿਆ ਸਵਾਲ ਸ਼ਾਇਦ ਕਦੇ ਨਹੀਂ ਵਰਤਿਆ ਜਾਵੇਗਾ ਪਰ ਇਸ ਜਾਣਕਾਰੀ ਦਾ ਹੋਣਾ ਚੰਗਾ ਹੈ ਕਿਉਂਕਿ ਹੋ ਸਕਦਾ ਹੈ ਇਸ ਦੀ ਲੋੜ ਪੈ ਜਾਵੇ। ਜੇ ਕਿਸੇ ਕਾਰਨ ਕਰਕੇ ਤੁਹਾਡੇ ਕੋਲ ਤੁਹਾਡੇ ਖਾਤੇ ਤੱਕ ਪਹੁੰਚ ਨਹੀਂ ਰਹਿੰਦੀ ਹੈ ਤਾਂ ਤੁਹਾਨੂੰ ਈਮੇਲ ਯਾਦ ਨਹੀਂ ਹੈ ਜਾਂ ਪਾਸਵਰਡ ਰੀਸੈਟ ਕੰਮ ਨਹੀਂ ਕਰ ਰਿਹਾ ਹੈ ਜਾਂ ਇਸ ਤਰ੍ਹਾਂ ਦੀ ਕੋਈ ਸਮੱਸਿਆ ਆ ਗਈ ਹੈ ਤਾਂ ਤੁਸੀਂ ਆਪਣੇ ਖਾਤੇ ਨੂੰ ਦੁਬਾਰਾ ਵਰਤਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤਾਂ ਅਸੀਂ ਤੁਹਾਨੂੰ ਸੁਰੱਖਿਆ ਸਵਾਲ ਪੁੱਛਾਂਗੇ। ਇਸ ਲਈ ਉਹ ਸਵਾਲ ਚੁਣੋ ਜਿਸ ਦਾ ਤੁਹਾਨੂੰ ਲੱਗਦਾ ਹੈ ਜਵਾਬ ਯਾਦ ਰੱਖਣਾ ਸੌਖਾ ਹੋਵੇਗਾ ਜਾਂ ਜੋ ਵੀ ਤੁਸੀਂ ਪਸੰਦ ਕਰਦੇ ਹੋ ਅਤੇ ਫਿਰ ਤੁਸੀਂ ਉਹ ਜਾਣਕਾਰੀ ਅਤੇ ਆਪਣਾ ਵਿਲੱਖਣ ਜਵਾਬ ਦੇ ਸਕਦੇ ਹੋ। ਤੁਹਾਨੂੰ ਕਦੇ ਵੀ ਆਪਣਾ ਵਿਲੱਖਣ ਜਵਾਬ ਟਾਈਪ ਕਰਨ ਦੀ ਲੋੜ ਨਹੀਂ ਹੁੰਦੀ। ਅਸੀਂ ਇਹ ਬਸ ਜ਼ਬਾਨੀ ਤੌਰ ਤੇ ਪੁੱਛਾਂਗੇ। ਇਸ ਲਈ ਤੁਹਾਨੂੰ ਫਾਰਮੈਟਿੰਗ ਜਾਂ ਇਸ ਤਰ੍ਹਾਂ ਦੀ ਕਿਸੇ ਵੀ ਚੀਜ਼ ਬਾਰੇ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ। ਬਸ ਇਹ ਪੱਕਾ ਕਰੋ ਕਿ ਤੁਹਾਨੂੰ ਇਹ ਯਾਦ ਰਹੇ ਕਿ ਇਹ ਕਿਵੇਂ ਲਿਖਿਆ ਜਾਂਦਾ ਹੈ ਕਿਉਂਕਿ ਅਸੀਂ ਸਪਸ਼ਟ ਤੌਰ ਤੇ ਸਿਰਫ ਇਸ ਦੇ ਸੰਦਰਭ ਨੂੰ ਸਮਝਾਵਾਂਗੇ।
ਅੱਗੇ ਅਸੀਂ ਵਿਵਿਧ ਭਾਗ ਵਿੱਚ ਆ ਜਾਂਦੇ ਹਾਂ। ਇਸ ਲਈ ਉਸ ਭਾਗ ਦਾ ਪਹਿਲਾ ਚੈੱਕ ਬਾਕਸ ਸਾਡੇ ਨਿਊਜ਼ਲੈਟਰਾਂ ਲਈ ਵਿਕਲਪ ਹੈ। ਇਸ ਲਈ ਜੇ ਤੁਸੀਂ ਅਕਸਰ ਟਿਕਟਾਂ ਜਮ੍ਹਾਂ ਕਰਦੇ ਹੋ ਅਤੇ ਤੁਸੀਂ ਪਾਈਪਲਾਈਨ ਵਿੱਚ ਆਉਣ ਵਾਲੀ ਕਿਸੇ ਤਬਦੀਲੀ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨਿਊਜ਼ਲੈਟਰ ਲਈ ਰਜਿਸਟਰ ਕਰਨਾ ਚਾਹ ਸਕਦੇ ਹੋ। ਅਸੀਂ ਜਾਣਕਾਰੀ ਵਿੱਚ ਮਹੱਤਵਪੂਰਨ ਤਬਦੀਲੀਆਂ ਅਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਵੀ ਦਿੰਦੇ ਹਾਂ। ਇਸ ਲਈ ਜੇ ਤੁਸੀਂ ਉਹ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਹ ਕੋਈ ਮਾੜਾ ਵਿਚਾਰ ਨਹੀਂ ਹੈ, ਪਰ ਇਹ ਜ਼ਰੂਰੀ ਨਹੀਂ ਹੈ। ਤੁਹਾਨੂੰ ਉਹਨਾਂ ਨਿਊਜ਼ਲੈਟਰਾਂ ਲਈ ਦਸਤਖਤ ਕਰਨ ਦੀ ਲੋੜ ਨਹੀਂ ਹੈ। ਅੱਗੇ ਨਿਯਮ ਅਤੇ ਸ਼ਰਤਾਂ ਹਨ। ਅੱਗੇ ਵਧ ਸਕਣ ਤੋਂ ਪਹਿਲਾਂ ਤੁਹਾਨੂੰ ਇਸ ਖਾਨੇ ਵਿੱਚ ਸਹੀ ਲਗਾਉਣ ਦੀ ਲੋੜ ਹੋਵੇਗੀ, ਕਿਉਂਕਿ ਸਾਡੀ ਵੈਬਸਾਈਟ ਨੂੰ ਵਰਤਣ ਲਈ ਇਹਨਾਂ ਨਿਯਮਾਂ ਅਤੇ ਸ਼ਰਤਾਂ ਨੂੰ ਸਵੀਕਾਰ ਕਰਨਾ ਜ਼ਰੂਰੀ ਹੈ। ਜੇ ਤੁਸੀਂ ਸਮੀਖਿਆ ਕਰਨੀ ਚਾਹੁੰਦੇ ਹੋ ਕਿ ਉਹ ਨਿਯਮ ਅਤੇ ਸ਼ਰਤਾਂ ਅਸਲ ਵਿੱਚ ਕੀ ਹਨ ਤਾਂ ਤੁਸੀਂ ਉੱਥੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਫਿਰ ਅੰਤ ਵਿੱਚ ਆਈ ਐਮ ਨਾਟ ਅ ਰੋਬੋਟ ਰੀਕੈਪਚਾ ਹੈ। ਇਹ ਇਸ ਲਈ ਹੈ ਤਾਂ ਜੋ ਸਾਡਾ ਸਿਸਟਮ ਬਹੁਤ ਸਾਰੇ ਬੋਟਾਂ ਜਾਂ ਸਪੈਮ ਖਾਤਿਆਂ ਦੇ ਨਾਲ ਨਾ ਭਰ ਜਾਏ, ਜੋ ਨਕਲੀ ਬੇਨਤੀਆਂ ਜਮ੍ਹਾਂ ਕਰਕੇ ਸਾਡੇ ਲਈ ਜਾਂ ਸਹੂਲਤ ਦੇ ਮਾਲਕਾਂ ਲਈ ਸਾਧਨਾਂ ਨੂੰ ਬਰਬਾਦ ਨਾ ਕਰਨ। ਇਸ ਲਈ ਅੱਗੇ ਵਧਣ ਲਈ ਤੁਹਾਨੂੰ ਬਸ ਇਹ ਪਤਾ ਹੋਣਾ ਚਾਹੀਦਾ ਹੈ ਕਿ ਚੈੱਕ ਬਾਕਸ ਤੇ ਕਲਿੱਕ ਕਰਨਾ ਹੈ। ਕਦੇ-ਕਦੇ ਇਹ ਤੁਹਾਨੂੰ ਦਿਖਾਈ ਦੇਣ ਵਾਲੀਆਂ ਸਾਰੀਆਂ ਸਾਈਨ ਪੋਸਟਾਂ ਤੇ ਜਾਂ ਕਾਰਾਂ ਵਾਲੀਆਂ ਕਿਸੇ ਵੀ ਤਸਵੀਰਾਂ ਤੇ ਕਲਿੱਕ ਕਰਨ ਲਈ ਕਹੇਗਾ। ਦੂਸਰੇ ਸਮਿਆਂ ਤੇ ਇਹ ਤੁਹਾਨੂੰ ਸਿੱਧਾ ਅੱਗੇ ਵਧਣ ਦੇਵੇਗਾ। ਜੇ ਤੁਹਾਨੂੰ ਉਹਨਾਂ ਵਿੱਚੋਂ ਇੱਕ ਪ੍ਰਾਪਤ ਹੁੰਦਾ ਹੈ ਜਿੱਥੇ ਤੁਸੀਂ ਆਕਾਰਾਂ ਤੇ ਕਲਿੱਕ ਕਰਨਾ ਹੁੰਦਾ ਹੈ ਤਾਂ ਆਮ ਤੌਰ ਤੇ ਇਹ ਤੁਹਾਨੂੰ ਦੱਸ ਦੇਵੇਗਾ ਕਿ ਤੁਸੀਂ ਕੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਫਿਰ ਤੁਸੀਂ ਉਹਨਾਂ ਸਾਰੀਆਂ ਤਸਵੀਰਾਂ ਤੇ ਕਲਿੱਕ ਕਰੋ ਜੋ ਅੰਦਰ ਮੌਜੂਦ ਹਨ। ਹੁਣ ਮੈਂ ਸਾਈਨ ਅਪ ਤੇ ਕਲਿੱਕ ਨਹੀਂ ਕਰਾਂਗੀ ਕਿਉਂਕਿ ਮੇਰੇ ਕੋਲ ਪਹਿਲਾਂ ਹੀ ਇਸ ਸਾਰੀ ਦਾਖਲ ਕੀਤੀ ਜਾਣਕਾਰੀ ਦੇ ਨਾਲ ਇੱਕ ਖਾਤਾ ਹੈ। ਪਰ ਤੁਹਾਡੇ ਦੁਆਰਾ ਸਾਈਨ ਅਪ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਇੱਕ ਪੁਸ਼ਟੀਕਰਨ ਈਮੇਲ ਭੇਜੀ ਜਾਂਦੀ ਹੈ। ਇਸ ਈਮੇਲ ਵਿੱਚ ਤੁਹਾਡੇ ਖਾਤੇ ਦੀ ਪੁਸ਼ਟੀ ਕਰਨ ਲਈ ਇੱਕ ਲਿੰਕ ਹੁੰਦਾ ਹੈ। ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਉਸ ਈਮੇਲ ਨੂੰ ਖੋਲੋ ਅਤੇ ਉਸ ਲਿੰਕ ਤੇ ਕਲਿੱਕ ਕਰੋ, ਨਹੀਂ ਤਾਂ ਤੁਸੀਂ ਬੇਨਤੀਆਂ ਜਮ੍ਹਾਂ ਕਰਨਾ ਸ਼ੁਰੂ ਨਹੀਂ ਕਰ ਸਕੋਗੇ। ਜੇ ਤੁਸੀਂ ਹੁਣੇ ਆਪਣਾ ਖਾਤਾ ਬਣਾਉਂਦੇ ਹੋ ਤੇ ਫਿਰ ਤੁਰੰਤ ਲੌਗਇਨ ਤੇ ਚਲੇ ਜਾਂਦੇ ਹੋ, ਤੁਹਾਡੇ ਕੋਲ ਅਸਲ ਵਿੱਚ ਟਿਕਟਾਂ ਜਮ੍ਹਾਂ ਕਰਨ ਦੀ ਸਮਰੱਥਾ ਨਹੀਂ ਹੋਵੇਗੀ। ਪਹਿਲਾਂ ਉਸ ਪੁਸ਼ਟੀਕਰਨ ਨੂੰ ਪੂਰਾ ਕਰਨ ਦੀ ਲੋੜ ਹੁੰਦੀ ਹੈ। ਹੁਣ ਜਦੋਂ ਤੁਸੀਂ ਉਸ ਸਾਈਨ ਅਪ ਬਟਨ ਤੇ ਕਲਿੱਕ ਕਰਦੇ ਹੋ ਤਾਂ ਆਮ ਤੌਰ ਤੇ ਉਹ ਈਮੇਲ ਤੁਰੰਤ ਭੇਜ ਦਿੱਤੀ ਜਾਂਦੀ ਹੈ, ਪਰ ਕਈ ਵਾਰ ਇਸ ਵਿੱਚ ਕੁਝ ਮਿੰਟ ਲੱਗ ਸਕਦੇ ਹਨ। ਖੁਸ਼ਕਿਸਮਤੀ ਨਾਲ ਮੇਰੇ ਕੋਲ ਇਸ ਵੇਲੇ ਉਹਨਾਂ ਈਮੇਲਾਂ ਵਿੱਚੋਂ ਇੱਕ ਦੀ ਕਾਪੀ ਹੈ। ਜੇ ਤੁਸੀਂ ਕੁਝ ਸਕਿੰਟ ਲਈ ਇੰਤਜ਼ਾਰ ਕਰੋਗੇ ਤਾਂ ਫਿਰ ਉਹਨਾਂ ਪੁਸ਼ਟੀਕਰਨ ਈਮੇਲਾਂ ਵਿੱਚੋਂ ਇੱਕ ਅਜਿਹੀ ਦਿਖਾਈ ਦੇਵੇਗੀ। ਤੁਸੀਂ ਦੇਖੋਗੇ ਕਿ ਹਾਲੇ ਵੀ ਮੇਰੇ ਈਮੇਲ ਪਤੇ ਤੇ ਆਈ ਹੈ। ਸਪਸ਼ਟ ਤੌਰ ਤੇ ਮੈਂ ਇਹ ਖਾਤਾ ਲਗਭਗ 1 ਸਾਲ ਪਹਿਲਾਂ ਜਾਂ 1 ਸਾਲ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਬਣਾਇਆ ਸੀ ਅਤੇ ਬਿਲਕੁਲ ਇੱਥੇ ਇਸ ਦੇ ਮੱਧ ਵਿੱਚ ਇਹ ਆਪਣੀ ਈਮੇਲ ਨੂੰ ਪ੍ਰਮਾਣਿਤ ਕਰੋ ਲਿੰਕ ਹੈ। ਇਸ ਲਈ ਇੱਕ ਵਾਰ ਜਦੋਂ ਅਸੀਂ ਇਸ ਲਿੰਕ ਤੇ ਜਾਂਦੇ ਹਾਂ ਤਾਂ ਅਸੀਂ ਬੇਨਤੀਆਂ ਜਮ੍ਹਾਂ ਕਰਨੀਆਂ ਸ਼ੁਰੂ ਕਰ ਸਕਾਂਗੇ। ਤੁਸੀਂ ਦੇਖੋਗੇ ਕਿ ਇਹ ਤੁਹਾਨੂੰ ਤੁਹਾਡਾ ਵਰਤੋਂਕਾਰ ਆਈਡੀ ਨੰਬਰ ਵੀ ਦਿੰਦੀ ਹੈ। ਜੇ ਤੁਹਾਨੂੰ ਕਿਸੇ ਕਾਰਨ ਕਰਕੇ ਸਾਨੂੰ ਕਾਲ ਕਰਨੀ ਪੈਂਦੀ ਹੈ ਤਾਂ ਤੁਸੀਂ ਸਾਨੂੰ ਇਹ ਵਰਤੋਂਕਾਰ ਆਈਡੀ ਨੰਬਰ ਦੇ ਸਕਦੇ ਹੋ ਅਤੇ ਅਸੀਂ ਤੁਹਾਡੇ ਖਾਤੇ ਵਿਚਲੀ ਜਾਣਕਾਰੀ ਦੇਖ ਸਕਾਂਗੇ। ਤੁਸੀਂ ਆਪਣਾ ਫੋਨ ਨੰਬਰ, ਨਾਮ ਦਾ ਪਹਿਲਾ ਤੇ ਆਖਰੀ ਭਾਗ, ਈਮੇਲ ਵੀ ਵਰਤ ਸਕਦੇ ਹੋ, ਪਰ ਉਹ ਵਰਤੋਂਕਾਰ ਆਈਡੀ ਨੰਬਰ ਜਾਣਕਾਰੀ ਦਾ ਸਭ ਤੋਂ ਛੋਟਾ ਟੁਕੜਾ ਹੋਵੇਗਾ ਜਿਸ ਨੂੰ ਅਸੀਂ ਵਰਤ ਸਕਦੇ ਹਾਂ। ਅਤੇ ਇਸ ਲਈ ਜੇ ਤੁਸੀਂ ਚਾਹੁੰਦੇ ਹੋ ਜਾਂ ਜੇ ਤੁਸੀਂ ਸਾਨੂੰ ਅਕਸਰ ਕਾਲ ਕਰਦੇ ਹੋ ਤਾਂ ਤੁਸੀਂ ਸ਼ਾਇਦ ਭਵਿੱਖ ਵਿੱਚ ਇਸ ਨੰਬਰ ਨੂੰ ਆਪਣੇ ਕੋਲ ਰੱਖਣਾ ਚਾਹੋ। ਹੁਣ ਜਦੋਂ ਅਸੀਂ ਦੇਖ ਲਿਆ ਹੈ ਕਿ ਖਾਤੇ ਲਈ ਰਜਿਸਟਰ ਕਰਨਾ ਕਿਹੋ ਜਿਹਾ ਦਿਖਾਈ ਦਿੰਦਾ ਹੈ ਅਤੇ ਤੁਹਾਨੂੰ ਕਿਹੜੀ ਰਜਿਸਟ੍ਰੇਸ਼ਨ ਈਮੇਲ ਮਿਲੇਗੀ, ਚਲੋ ਸਾਡੇ ਹੋਮ ਪੇਜ ਤੇ ਵਾਪਸ ਜਾਂਦੇ ਹਾਂ। ਆਓ ਲੌਗਇਨ ਕਰੀਏ। ਇਸ ਲਈ ਇਸ ਤੋਂ ਪਹਿਲਾਂ ਕਿ ਮੈਂ ਲੌਗਇਨ ਕਰਾਂ, ਮੈਂ ਕੁਝ ਪਲ ਲਈ ਤੁਹਾਨੂੰ ਉਸ ਸਾਈਟ ਬਾਰੇ ਦੱਸਣਾ ਚਾਹੁੰਦੀ ਹਾਂ ਜੋ ਮੈਂ ਵਰਤ ਰਹੀ ਹਾਂ। ਵੈਬਸਾਈਟ ਦਾ ਇਹ ਸੰਸਕਰਣ ਸਾਡਾ ਜਾਂਚ ਅਧੀਨ ਸੰਸਕਰਣ ਹੈ। ਮੈਂ ਇਸ ਸੰਸਕਰਣ ਦੀ ਵਰਤੋਂ ਇਸ ਲਈ ਕਰ ਰਹੀ ਹਾਂ ਤਾਂ ਜੋ ਸਹੂਲਤਾਂ ਦੇ ਮਾਲਕਾਂ ਨੂੰ ਗਲਤੀ ਨਾਲ ਅਜਿਹੀਆਂ ਬੇਨਤੀਆਂ ਦੀ ਸੂਚਨਾ ਨਾ ਮਿਲ ਜਾਵੇ ਜੋ ਅਸਲ ਵਿੱਚ ਵਾਪਰ ਨਹੀਂ ਰਹੀਆਂ ਹਨ। ਪਰ ਇਹ ਵੈਬਸਾਈਟ ਬਿਲਕੁਲ ਉਸੇ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਕਿ ਸਾਡੀ ਵਰਤਮਾਨ ਵੈਬਸਾਈਟ ਕਰਦੀ ਹੈ ਅਤੇ ਇੱਕ ਮਾਮੂਲੀ ਜਿਹੀ ਤਬਦੀਲੀ ਹੈ ਜਿਸ ਬਾਰੇ ਉਸ ਤੇ ਪਹੁੰਚਣ ਤੇ ਗੱਲ ਕਰਾਂਗੇ। ਪਰ ਹਰ ਚੀਜ਼ ਜੋ ਤੁਸੀਂ ਅੱਜ ਦੇਖਦੇ ਹੋ ਬਿਲਕੁਲ ਸਾਡੀ ਆਮ ਵੈਬਸਾਈਟ ਵਾਂਗ ਹੀ ਹੈ। ਇਹ ਬਸ ਸਹੂਲਤਾਂ ਦੇ ਮਾਲਕਾਂ ਨੂੰ ਕਿਸੇ ਗੈਰ ਮੌਜੂਦ ਮਾਮਲੇ ਬਾਰੇ ਸੂਚਿਤ ਕਰਨ ਤੋਂ ਬਚਣ ਦੇ ਲਈ ਹੈ। ਹੁਣ ਅਸੀਂ ਆਪਣਾ ਵਰਤੋਂਕਾਰ ਨਾਮ ਅਤੇ ਪਾਸਵਰਡ ਦਾਖਲ ਕੀਤਾ ਹੈ। ਸਾਨੂੰ ਉਹਨਾਂ ਨਿਯਮਾਂ ਅਤੇ ਸ਼ਰਤਾਂ ਨਾਲ ਸਹਿਮਤ ਹੋਣ ਦੀ ਲੋੜ ਹੈ ਕਿਉਂਕਿ ਉਹ ਕਿਸੇ ਖਾਤੇ ਦੇ ਤਹਿਤ ਰਜਿਸਟਰ ਕਰਨ ਦੇ ਬਾਅਦ ਸਮੇਂ ਦੇ ਨਾਲ ਬਦਲ ਸਕਦੀਆਂ ਹਨ। ਜੇ ਤੁਸੀਂ ਕਦੇ ਵੀ ਉਹਨਾਂ ਦੀ ਦੁਬਾਰਾ ਸਮੀਖਿਆ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਨਜ਼ਰ ਮਾਰਨ ਲਈ ਨਿਯਮ ਅਤੇ ਸ਼ਰਤਾਂ ਤੇ ਕਲਿੱਕ ਕਰ ਸਕਦੇ ਹੋ ਅਤੇ ਅਸੀਂ ਲੌਗਇਨ ਤੇ ਕਲਿੱਕ ਕਰਾਂਗੇ। ਇਹ ਸਾਡਾ ਹੋਮ ਪੇਜ ਜਾਂ ਕੰਸੋਲ ਪੇਜ ਹੈ। ਇਹ ਉਹ ਜਗ੍ਹਾ ਹੈ ਜਿੱਥੇ ਤੁਹਾਨੂੰ ਕਈ ਵੱਖ-ਵੱਖ ਵਿਕਲਪ ਦਿਖਾਈ ਦੇਣਗੇ ਅਤੇ ਅਸੀਂ ਹੁਣੇ ਉਹਨਾਂ ਦੇ ਵਿੱਚੋਂ ਲੰਘਾਂਗੇ। ਉੱਪਰ ਸੱਜੇ ਪਾਸੇ ਸਾਡੇ ਕੋਲ ਲੌਗਆਊਟ, ਖਾਤਾ ਅਤੇ ਸੈਟਿੰਗਾਂ ਹਨ। ਲੌਗਆਊਟ ਕਰਨ ਨਾਲ ਅਸੀਂ ਉਸ ਲੌਗਇਨ ਪੇਜ ਤੇ ਵਾਪਸ ਪਹੁੰਚ ਜਾਵਾਂਗੇ। ਇਸ ਵੇਲੇ ਅਸੀਂ ਖਾਤੇ ਬਾਰੇ ਗੱਲ ਕਰਾਂਗੇ। ਜੇ ਤੁਹਾਨੂੰ ਉਹਨਾਂ ਵੇਰਵਿਆਂ ਦੀ ਅਦਲਾ ਬਦਲੀ ਕਰਨ ਦੀ ਲੋੜ ਹੈ ਜਿਨ੍ਹਾਂ ਦੇ ਤਹਿਤ ਤੁਸੀਂ ਰਜਿਸਟਰ ਕੀਤਾ ਹੈ, ਜੇ ਤੁਸੀਂ ਖਾਤੇ ਤੇ ਕਲਿੱਕ ਕਰਦੇ ਹੋ ਤਾਂ ਤੁਸੀਂ ਅਜਿਹਾ ਕਰ ਸਕੋਗੇ। ਅਸੀਂ ਉਸ ਕੰਪਨੀ ਨੂੰ ਬਦਲ ਸਕਦੇ ਹਾਂ ਜਿਸ ਦੇ ਅਸੀਂ ਨਾਲ ਹਾਂ। ਅਸੀਂ ਆਪਣਾ ਫੋਨ ਨੰਬਰ, ਈਮੇਲ, ਵਰਤੋਂਕਾਰ ਨਾਮ, ਪਾਸਵਰਡ ਬਦਲ ਸਕਦੇ ਹਾਂ। ਜੋ ਕੁਝ ਵੀ ਅਸੀਂ ਰਜਿਸਟਰ ਕੀਤਾ ਹੈ ਉਸ ਨੂੰ ਖਾਤਾ ਬਟਨ ਤੇ ਕਲਿੱਕ ਕਰਕੇ ਬਦਲਿਆ ਜਾ ਸਕਦਾ ਹੈ। ਫਿਰ ਜਦੋਂ ਤੁਸੀਂ ਉਹਨਾਂ ਵੇਰਵਿਆਂ ਦੀ ਪੁਸ਼ਟੀ ਕਰ ਲੈਂਦੇ ਹੋ ਜਾਂ ਤਬਦੀਲੀਆਂ ਕਰ ਲੈਂਦੇ ਹੋ, ਪੇਜ ਤੇ ਸਭ ਤੋਂ ਹੇਠਾਂ ਅਪਡੇਟ ਬਟਨ ਤੇ ਕਲਿੱਕ ਕਰੋ। ਜੇ ਤੁਸੀਂ ਅਜਿਹੀਆਂ ਤਬਦੀਲੀਆਂ ਕੀਤੀਆਂ ਹਨ ਜੋ ਤੁਸੀਂ ਰੱਖਿਅਤ ਨਹੀਂ ਕਰਨੀਆਂ ਚਾਹੁੰਦੇ ਤਾਂ ਤੁਸੀਂ ਇਸ ਦੀ ਬਜਾਏ ਰੱਦ ਕਰੋ ਤੇ ਕਲਿੱਕ ਕਰ ਸਕਦੇ ਹੋ। ਸੈਟਿੰਗਾਂ ਤੇ ਅਸੀਂ ਬਾਅਦ ਵਿੱਚ ਵਾਪਸ ਜਾਵਾਂਗੇ ਜਦੋਂ ਅਸੀਂ ਟਿਕਟਾਂ ਜਮ੍ਹਾਂ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰ ਲਵਾਂਗੇ। ਖੱਬੇ ਪਾਸੇ ਸਾਡੇ ਕੋਲ ਸਾਡੇ ਵੇਰਵੇ ਹਨ। ਇਹ ਸਾਡੇ ਖਾਤੇ ਦੇ ਵੇਰਵੇ ਹਨ। ਉਹ ਆਈਡੀ ਨੰਬਰ ਜੋ ਰਜਿਸਟ੍ਰੇਸ਼ਨ ਈਮੇਲ ਵਿੱਚ ਸ਼ਾਮਲ ਕੀਤਾ ਗਿਆ ਸੀ ਇੱਥੇ ਦਿਖਾਇਆ ਗਿਆ ਹੈ।
ਇਹ ਤੁਹਾਨੂੰ ਕੰਪਨੀ, ਫੋਨ ਅਤੇ ਈਮੇਲ ਬਾਰੇ ਵੀ ਦੱਸਦਾ ਹੈ ਜੋ ਤੁਹਾਡੇ ਖਾਤੇ ਦੇ ਤਹਿਤ ਤੁਹਾਡੇ ਕੋਲ ਹੈ। ਅੱਗੇ ਸਾਡੇ ਕੋਲ ਨਵੀਂ ਟਿਕਟ ਹੈ। ਹੁਣ ਇਹ ਉਹ ਬਟਨ ਹੈ ਜਿਸ ਤੇ ਤੁਸੀਂ ਆਪਣੀ ਨਵੀਂ ਬੇਨਤੀ ਜਮ੍ਹਾਂ ਕਰਨੀ ਕਲਿੱਕ ਕਰੋਗੇ। ਜੇ ਤੁਸੀਂ ਆਪਣੀ ਈਮੇਲ ਦੀ ਪੁਸ਼ਟੀ ਨਹੀਂ ਕੀਤੀ ਸੀ ਤਾਂ ਇਹ ਨਵਾਂ ਟਿਕਟ ਬਟਨ ਦਿਖਾਈ ਨਹੀਂ ਦੇਵੇਗਾ। ਇਹ ਸਿਰਫ ਇੱਕ ਖਾਲੀ ਜਗ੍ਹਾ ਹੋਵੇਗੀ। ਇਸ ਲਈ ਜੇਕਰ ਤੁਹਾਡੇ ਕੋਲ ਟਿਕਟ ਜਮ੍ਹਾਂ ਕਰਨ ਦਾ ਵਿਕਲਪ ਨਾ ਹੋਵੇ ਤਾਂ ਇਹ ਇਸ ਲਈ ਹੈ ਕਿਉਂਕਿ ਤੁਸੀਂ ਹਾਲੇ ਤੱਕ ਆਪਣੀ ਈਮੇਲ ਦੀ ਪੁਸ਼ਟੀ ਨਹੀਂ ਕੀਤੀ ਹੈ। ਸਾਡੇ ਕੋਲ ਹਿਸਟਰੀ ਹੈ, ਇਸ ਲਈ ਤੁਸੀਂ ਇਸ ਤਰ੍ਹਾਂ ਅੰਦਰ ਜਾ ਕੇ ਆਪਣੀਆਂ ਪਿਛਲੀਆਂ ਬੇਨਤੀਆਂ ਦੀ ਸਮੀਖਿਆ ਕਰ ਸਕਦੇ ਹੋ ਅਤੇ ਜਦੋਂ ਅਸੀਂ 1 ਜਾਂ 2 ਬੇਨਤੀਆਂ ਕਰ ਲਵਾਂਗੇ ਤਾਂ ਅਸੀਂ ਅੰਦਰ ਜਾ ਕੇ ਉਹਨਾਂ ਦੀਆਂ ਉਦਾਹਰਨਾਂ ਦਿਖਾਵਾਂਗੇ। ਫਿਰ ਸਾਡੇ ਕੋਲ ਸਭ ਤੋਂ ਹਾਲੀਆਂ ਟਿਕਟਾਂ ਹਨ। ਇਸ ਤਰ੍ਹਾਂ ਇਹ ਤੁਹਾਡੇ ਦੁਆਰਾ ਜਮ੍ਹਾਂ ਕੀਤੀਆਂ 5 ਸਭ ਤੋਂ ਹਾਲੀਆਂ ਟਿਕਟਾਂ ਦਿਖਾਏਗਾ। ਅਤੇ ਫਿਰ ਜੇ ਤੁਸੀਂ ਲੌਗਇਨ ਕਰਨ ਤੋਂ ਬਾਅਦ ਕੋਈ ਵੀ ਟਿਕਟਾਂ ਜਮ੍ਹਾਂ ਕਰਵਾਈਆਂ ਹਨ ਤਾਂ ਉਹ ਵੀ ਦਿਖਾਈਆਂ ਜਾਣਗੀਆਂ। ਜੇ ਤੁਸੀਂ ਲੌਗਆਊਟ ਕਰ ਦਿੰਦੇ ਹੋ ਤਾਂ ਡਿਫਾਲਟ ਤੌਰ ਤੇ ਤੁਹਾਡੇ ਦੁਆਰਾ ਜਮ੍ਹਾਂ ਕੀਤੀਆਂ 5 ਸਭ ਤੋਂ ਹਾਲੀਆਂ ਟਿਕਟਾਂ ਤੇ ਵਾਪਸ ਆਵੇਗਾ। ਜੇ ਅਸੀਂ ਅੱਜ ਕੋਈ ਟਿਕਟ ਜਮ੍ਹਾਂ ਕਰਾਂਗੇ ਤਾਂ ਅਸੀਂ ਇਸ ਨੂੰ ਵਧਦੇ ਹੋਏ ਦੇਖਾਂਗੇ। ਅੰਤ ਵਿੱਚ ਸਾਡੇ ਕੋਲ ਪੋਜ਼ਿਟਿਵ ਰਿਸਪੌਂਸ ਹੈ ਅਤੇ ਇਸ ਤਰ੍ਹਾਂ ਤੁਸੀਂ ਸਹੂਲਤਾਂ ਦੇ ਮਾਲਕਾਂ ਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਹਾਲੇ ਤੱਕ ਉਹਨਾਂ ਤੋਂ ਕੋਈ ਜਵਾਬ ਨਹੀਂ ਮਿਲਿਆ ਹੈ ਅਤੇ ਅਸੀਂ ਬਾਅਦ ਵਿੱਚ ਇਸ ਬਾਰੇ ਹੋਰ ਵਿਸਤਾਰ ਵਿੱਚ ਗੱਲ ਕਰਾਂਗੇ। ਆਓ ਨਵੀਂ ਟਿਕਟ ਨਾਲ ਸ਼ੁਰੂਆਤ ਕਰੀਏ। ਇੱਕ ਵਾਰ ਜਦ ਅਸੀਂ ਨਿਊ ਟਿਕਟ ਤੇ ਕਲਿੱਕ ਕਰਦੇ ਹਾਂ ਤਾਂ ਅਸੀਂ ਸਾਡੀ ਟਿਕਟ ਦੇ ਵੇਰਵੇ ਪੇਜ ਤੇ ਪਹੁੰਚ ਜਾਂਦੇ ਹਾਂ। ਫਿਰ ਇਹ ਉਹ ਥਾਂ ਹੈ ਜਿੱਥੇ ਤੁਹਾਡੀ ਪੁਟਾਈ ਦੇ ਸੰਬੰਧ ਵਿੱਚ ਜ਼ਿਆਦਾਤਰ ਜਾਣਕਾਰੀ ਦਾਖਲ ਕੀਤੀ ਜਾਂਦੀ ਹੈ। ਇੱਥੇ ਪੁੱਛੇ ਜਾਂਦੇ ਸਵਾਲ ਉਹੀ ਹਨ ਜੋ ਤੁਸੀਂ ਸਾਨੂੰ ਕਾਲ ਕਰਨ ਵੇਲੇ ਪੁੱਛਦੇ ਹੋ। ਤੁਸੀਂ ਬਿਲਕੁਲ ਉਹੀ ਸਪੁਰਦਗੀ ਫਾਰਮ ਵਰਤ ਰਹੇ ਹੋ ਜੋ ਅਸੀਂ ਵਰਤਾਂਗੇ। ਫਰਕ ਸਿਰਫ ਇੰਨਾ ਹੈ ਕਿ ਤੁਹਾਨੂੰ ਇਹ ਜਾਣਕਾਰੀ ਥੋੜਾ ਬਿਹਤਰ ਤਰੀਕੇ ਨਾਲ ਪਤਾ ਹੋਵੇਗੀ ਜਾਂ ਤੁਹਾਨੂੰ ਸਾਡੇ ਨਾਲੋਂ ਕਾਫੀ ਚੰਗੀ ਤਰ੍ਹਾਂ ਨਾਲ ਪਤਾ ਹੋਵੇਗਾ ਕਿ ਤੁਹਾਡਾ ਕੰਮ ਕਰਨ ਦਾ ਖੇਤਰ ਕਿੱਥੇ ਹੈ। ਤੁਸੀਂ ਬਚਪਨ ਦੀ ਟੈਲੀਫੋਨ ਗੇਮ ਬਾਰੇ ਜਾਣਦੇ ਹੋਵੋਗੇ ਜੋ ਬੱਚੇ ਬਚਪਨ ਵਿੱਚ ਖੇਡਦੇ ਹਨ, ਜਿਸ ਵਿੱਚ ਸਾਰੇ ਇੱਕ ਘੇਰੇ ਵਿੱਚ ਬੈਠ ਜਾਂਦੇ ਹਨ ਅਤੇ ਘੇਰੇ ਵਿੱਚ ਇੱਕ ਦੂਜੇ ਦੇ ਕੰਨ ਵਿੱਚ ਇੱਕ ਵਾਕੰਸ਼ ਜਾਂ ਪਾਸਵਰਡ ਦੱਸਦੇ ਹਨ। ਫਿਰ ਜਦੋਂ ਤੁਸੀਂ ਅੰਤ ਤੇ ਪਹੁੰਚ ਜਾਂਦੇ ਹੋ ਤਾਂ ਪਹਿਲਾ ਵਿਅਕਤੀ ਦੱਸਦਾ ਹੈ ਕਿ ਵਾਕੰਸ਼ ਕੀ ਸੀ ਅਤੇ ਆਖਰੀ ਵਿਅਕਤੀ ਦੱਸਦਾ ਹੈ ਕਿ ਉਸਨੇ ਕੀ ਕਿਹਾ ਸੀ ਅਤੇ ਇਹ ਅਸਲ ਵਿੱਚ ਕਦੇ ਵੀ ਇੱਕੋ ਨਹੀਂ ਹੁੰਦਾ। ਇਹ ਤੁਹਾਡੇ ਕਾਲ ਕਰਨ ਵੇਲੇ ਵੀ ਹੋ ਸਕਦਾ ਹੈ। ਤੁਹਾਡੇ ਕੰਮ ਦੇ ਖੇਤਰ ਬਾਰੇ ਤੁਹਾਡਾ ਵੇਰਵਾ ਸ਼ਾਇਦ ਤੁਹਾਡੇ ਲਈ ਮਤਲਬ ਰੱਖਦਾ ਹੋਵੇ, ਪਰ ਇਸ ਨੂੰ ਕਿਸੇ ਅਜਿਹੇ ਵਿਅਕਤੀ ਨੂੰ ਬਿਆਨ ਕਰਨ ਨਾਲ ਜਿਸ ਨੂੰ ਸਾਈਟ ਦੀ ਜਾਣਕਾਰੀ ਨਹੀਂ ਹੈ ਸ਼ਾਇਦ ਇਸ ਦਾ ਮਤਲਬ ਸਪਸ਼ਟ ਨਾ ਹੋਵੇ। ਇਸ ਲਈ ਆਪਣੀ ਟਿਕਟ ਨੂੰ ਆਪਣੇ ਆਪ ਆਨਲਾਈਨ ਜਮ੍ਹਾਂ ਕਰਨ ਨਾਲ ਵਧੇਰੇ ਸਹੀ ਟਿਕਟਾਂ ਬਣਾਈਆਂ ਜਾਂਦੀਆਂ ਹਨ। ਆਓ ਇਸ ਨਾਲ ਸ਼ੁਰੂਆਤ ਕਰੀਏ ਕਿ ਟਿਕਟ ਵੇਰਵੇ ਪੰਨੇ ਉੱਤੇ ਕੀ ਕੁਝ ਹੈ। ਸਾਡੇ ਕੋਲ ਸੂਬਾ ਖੇਤਰ ਹੈ। ਉੱਥੇ ਇੱਕ ਵਾਧੂ ਸੂਬਾ ਵੀ ਹੋਵੇਗਾ ਜਿਸ ਦਾ ਮੈਂ ਜ਼ਿਕਰ ਨਹੀਂ ਕੀਤਾ ਸੀ ਜੋ ਕਿ BC ਹੈ। BC ਵੀ ਇਸੇ ਸਾਫਟਵੇਅਰ ਦੀ ਵਰਤੋਂ ਕਰਦਾ ਹੈ। ਉਹਨਾਂ ਨੂੰ ਬਸ ਸਾਡੇ ਨਾਲੋਂ ਇੱਕ ਵੱਖਰੇ ਸੰਪਰਕ ਕੇਂਦਰ ਤੋਂ ਚਲਾਇਆ ਜਾਂਦਾ ਹੈ। ਜੇ ਤੁਹਾਨੂੰ BC ਵਿੱਚ ਟਿਕਟ ਜਮ੍ਹਾਂ ਕਰਨ ਦੀ ਲੋੜ ਹੋਵੇ ਤਾਂ ਉਸ ਦੇ ਲਈ ਤੁਸੀਂ ਆਪਣਾ ਉਹੀ ਖਾਤਾ, ਉਹੀ ਵੈਬਸਾਈਟ ਅਤੇ ਸਭ ਕੁਝ ਵਰਤ ਸਕਦੇ ਹੋ। ਹਾਲਾਂਕਿ ਦੇਸ਼ ਦੇ ਉਸ ਹਿੱਸੇ ਦਾ ਪ੍ਰਬੰਧਨ ਸਾਡੇ ਦੁਆਰਾ ਨਹੀਂ ਕੀਤਾ ਜਾਂਦਾ। ਸਾਡੇ ਕੋਲ ਅਲਬਰਟਾ, ਮਨੀਟੋਬਾ, ਸਸਕੈਚਵਨ ਹੈ ਜੋ ਅਸੀਂ ਆਪਣੇ ਸੰਪਰਕ ਕੇਂਦਰ ਤੋਂ ਚਲਾਉਂਦੇ ਹਾਂ। ਇਸ ਲਈ ਅੱਜ ਅਸੀਂ ਜੋ ਉਦਾਹਰਨਾਂ ਦੇਖਾਂਗੇ ਉਹ ਸਿਰਫ ਇਹਨਾਂ ਸੂਬਿਆਂ ਦੇ ਵਿੱਚੋਂ ਹੀ ਹੋਣਗੀਆਂ। ਅਸੀਂ ਅਲਬਰਟਾ ਨਾਲ ਸ਼ੁਰੂਆਤ ਕਰਾਂਗੇ ਕਿਉਂਕਿ ਮੈਂ ਅਲਬਰਟਾ ਵਿੱਚ ਰਹਿੰਦੀ ਹਾਂ, ਇਸ ਲਈ ਇਹ ਮੇਰੇ ਲਈ ਹਮੇਸ਼ਾ ਸਭ ਤੋਂ ਜ਼ਿਆਦਾ ਮਾਇਨੇ ਰੱਖਦਾ ਹੈ। ਅਤੇ ਫਿਰ ਅਸੀਂ ਸਾਡੀਆਂ ਸਾਰੀਆਂ ਵੱਖ-ਵੱਖ ਕਿਸਮ ਦੀਆਂ ਟਿਕਟਾਂ ਬਾਰੇ ਗੱਲ ਕਰਾਂਗੇ। ਸਾਡੇ ਕੋਲ ਰੈਗੂਲਰ, ਪਲਾਨਿੰਗ ਐਂਡ ਡਿਜ਼ਾਈਨ, ਪ੍ਰੋਜੈਕਟ ਐਂਡ ਲਾਰਜ ਪ੍ਰੋਜੈਕਟ ਹਨ। ਦੋ ਹੋਰ ਕਿਸਮਾਂ ਵੀ ਇੱਥੇ ਸ਼ਾਮਲ ਕੀਤੀਆਂ ਗਈਆਂ ਹਨ ਜੋ ਯੋਜਨਾਬੰਦੀ ਅਤੇ ਡਿਜ਼ਾਈਨ ਅਤੇ ਕਬਜ਼ਾ ਟਿਕਟਾਂ ਹਨ ਅਤੇ ਅਸੀਂ ਉਹਨਾਂ ਵਿੱਚੋਂ ਹਰੇਕ ਬਾਰੇ ਵੀ ਗੱਲ ਕਰਾਂਗੇ, ਪਰ ਮੇਰੀ ਰਾਏ ਵਿੱਚ ਜ਼ਿਆਦਾ ਅਸੀਂ ਪਹਿਲੀਆਂ 3 ਵੱਡੀਆਂ ਟਿਕਟਾਂ ਬਾਰੇ ਗੱਲ ਕਰ ਲਵਾਂਗੇ। ਸ਼ੁਰੂ ਕਰਨ ਲਈ ਸਾਡੇ ਕੋਲ ਰੈਗੂਲਰ ਟਿਕਟਾਂ ਹਨ ਅਤੇ ਰੈਗੂਲਰ ਟਿਕਟਾਂ ਹਮੇਸ਼ਾ ਉਹੀ ਹੁੰਦੀਆਂ ਹਨ ਜਿਨ੍ਹਾਂ ਦੀ ਅਧਿਕਤਮ ਆਕਾਰ ਸੀਮਾ ਹੁੰਦੀ ਹੈ ਜੋ ਕਿ 1000 ਵਰਗ ਮੀਟਰ ਹੈ। ਹੁਣ ਇਹ ਕੋਈ ਬਹੁਤ ਵੱਡਾ ਖੇਤਰ ਨਹੀਂ ਹੈ। ਇਹ ਸ਼ਾਇਦ 2 ਛੋਟੀਆਂ ਰਿਹਾਇਸ਼ੀ ਪ੍ਰਾਪਰਟੀਆਂ ਹੋ ਸਕਦੀਆਂ ਹਨ ਜਾਂ ਤੁਸੀਂ ਜਾਣਦੇ ਹੋ ਜੇ ਪੂਰਾ ਚੌਂਕ ਨਹੀਂ ਹੈ ਤਾਂ ਇਸ ਦਾ ਜ਼ਿਆਦਾਤਰ ਹਿੱਸਾ ਹੋ ਸਕਦਾ ਹੈ, ਪਰ ਇਸ ਦੀ ਆਕਾਰ ਸੀਮਾ 1000 ਵਰਗ ਮੀਟਰ ਹੈ। ਜੇ ਤੁਹਾਡਾ ਕੰਮਕਾਜੀ ਖੇਤਰ 1000 ਵਰਗ ਮੀਟਰ ਤੋਂ ਵੱਧ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਸ ਨੂੰ ਬਿਲਕੁਲ ਜਮ੍ਹਾਂ ਨਹੀਂ ਕਰ ਸਕਦੇ। ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਵੱਖਰੀ ਕਿਸਮ ਦੀ ਟਿਕਟ ਚੁਣਨ ਦੀ ਲੋੜ ਹੈ। ਸਾਡੇ ਕੋਲ ਟਿਕਟ ਦੀ ਅਗਲੀ ਕਿਸਮ ਪ੍ਰੋਜੈਕਟ ਟਿਕਟ ਹੈ ਅਤੇ ਪ੍ਰੋਜੈਕਟ ਟਿਕਟ ਰੈਗੂਲਰ ਟਿਕਟਾਂ ਨਾਲੋਂ ਥੋੜ੍ਹੀ ਵੱਖਰੀ ਹੁੰਦੀ ਹੈ ਅਤੇ ਤੁਹਾਡੇ ਸਥਾਨ ਦੇ ਆਧਾਰ ਤੇ ਇਹ ਬਦਲ ਜਾਂਦੀਆਂ ਹਨ। ਜੇ ਤੁਸੀਂ ਕਿਸੇ ਸ਼ਹਿਰ, ਕਸਬੇ ਜਾਂ ਕਿਸੇ ਵੀ ਤਰ੍ਹਾਂ ਦੀ ਮਿਊਨਿਸਪੈਲਿਟੀ ਦੇ ਅੰਦਰ ਹੋ ਤਾਂ ਪ੍ਰੋਜੈਕਟ ਟਿਕਟ ਦੀ ਅਧਿਕਤਮ ਆਕਾਰ ਸੀਮਾ 60000 ਵਰਗ ਮੀਟਰ ਹੈ। ਇਸ ਲਈ ਇਹ ਅਜਿਹੀਆਂ ਚੀਜ਼ਾਂ ਦੀ ਵਰਤੀ ਜਾ ਸਕਦੀ ਹੈ ਜਿਵੇਂ ਤੁਸੀਂ ਕਿਸੇ ਸ਼ਹਿਰ ਜਾਂ ਕਸਬੇ ਦੇ ਅੰਦਰ ਸੜਕ ਨਿਰਮਾਣ ਕਰ ਰਹੇ ਹੋ ਜਾਂ ਇੱਕ ਵਿਸ਼ਾਲ ਵਪਾਰਕ ਸਾਈਟ ਜਿਸ 'ਤੇ ਤੁਸੀਂ ਕੰਮ ਕਰ ਰਹੇ ਹੋ। ਇਸ ਕਿਸਮ ਦੀਆਂ ਚੀਜ਼ਾਂ ਵੱਡੀਆਂ ਸਾਈਟਾਂ। ਉਹਨਾਂ ਲਈ 1000 ਵਰਗ ਮੀਟਰ ਦੀ ਘੱਟੋ ਘੱਟ ਆਕਾਰ ਸੀਮਾ ਵੀ ਹੁੰਦੀ ਹੈ। ਇਸ ਲਈ ਜੇ ਤੁਹਾਡਾ ਕਾਰਜ ਖੇਤਰ 1000 ਵਰਗ ਮੀਟਰ ਤੋਂ ਘੱਟ ਹੈ ਤਾਂ ਤੁਸੀਂ ਪ੍ਰੋਜੈਕਟ ਟਿਕਟ ਨਹੀਂ ਲੈਣੀ ਚਾਹੋਗੇ। ਤੁਸੀਂ ਉਸ ਰੈਗੂਲਰ ਟਿਕਟ ਦੀ ਕਿਸਮ 'ਤੇ ਵਾਪਸ ਜਾਣਾ ਚਾਹੋਗੇ। ਪ੍ਰੋਜੈਕਟ ਦੀਆਂ ਟਿਕਟਾਂ ਤਾਂ ਵੀ ਵੱਖਰੀਆਂ ਹੁੰਦੀਆਂ ਹਨ ਜੇ ਤੁਸੀਂ ਕਿਸੇ ਪੇਂਡੂ ਖੇਤਰ ਵਿੱਚ ਹੋ ਜਾਂ ਕਿਸੇ ਵੀ ਤਰ੍ਹਾਂ ਦੇ ਸ਼ਹਿਰ ਜਾਂ ਕਸਬੇ ਜਾਂ ਮਿਊਨਿਸਪਲ ਖੇਤਰ ਦੇ ਬਾਹਰ ਹੋ। ਉਹਨਾਂ ਦੀ ਹਾਲੇ ਵੀ 1000 ਵਰਗ ਮੀਟਰ ਦੀ ਘੱਟੋ ਘੱਟ ਆਕਾਰ ਸੀਮਾ ਹੈ, ਪਰ ਉਹਨਾਂ ਦੀ ਅਧਿਕਤਮ ਆਕਾਰ ਸੀਮਾ 8 ਲੱਖ ਵਰਗ ਮੀਟਰ ਹੈ ਜੋ ਕਿਸੇ ਸ਼ਹਿਰ ਜਾਂ ਕਸਬੇ ਦੇ ਅੰਦਰ ਅਧਿਕਤਮ ਆਕਾਰ ਦੇ 12 ਗੁਣਾ ਵਰਗਾ ਹੈ ਅਤੇ ਇਹ ਇਸ ਲਈ ਕਿਉਂਕਿ ਪੇਂਡੂ ਖੇਤਰ ਜਾਂ ਪੇਂਡੂ ਸਾਈਟਾਂ ਵੱਡੀਆਂ ਹੁੰਦੀਆਂ ਹਨ। ਉਹ ਜਾਂ ਤਾਂ ਪੂਰੇ ਚੌਥਾਈ ਹਿੱਸਿਆਂ ਵਿੱਚ ਹੁੰਦੀਆਂ ਹਨ ਜਾਂ ਇਹ ਹਾਈਵੇ ਦੇ ਵੱਡੇ ਹਿੱਸੇ ਹੁੰਦੇ ਹਨ। ਇਸ ਲਈ ਇਹ ਸਮਝ ਵਿੱਚ ਆਉਂਦਾ ਹੈ ਕਿ ਉਹਨਾਂ ਨੂੰ ਪ੍ਰਤੀ ਟਿਕਟ ਵੱਡੇ ਖੇਤਰ ਦੀ ਲੋੜ ਹੋਵੇਗੀ।
ਅੰਤ ਵਿੱਚ ਟਿਕਟਾਂ ਦੀਆਂ ਮੁੱਖ ਕਿਸਮਾਂ ਲਈ ਸਾਡੇ ਕੋਲ ਵੱਡਾ ਪ੍ਰੋਜੈਕਟ ਹੈ, ਅਤੇ ਜੇ ਤੁਸੀਂ ਪਹਿਲਾਂ ਹੀ ਅੰਦਾਜ਼ਾ ਨਹੀਂ ਲਗਾਇਆ ਹੈ, ਇਹ ਪ੍ਰੋਜੈਕਟ ਟਿਕਟ ਤੋਂ ਵੀ ਅਗਲਾ ਕਦਮ ਹੈ। ਵੱਡੇ ਪ੍ਰੋਜੈਕਟ ਲਈ ਆਕਾਰ ਦੀਆਂ ਸੀਮਾਵਾਂ। ਆਕਾਰ ਦੀ ਸਭ ਤੋਂ ਛੋਟੀ ਸੀਮਾ ਕਿਸੇ ਪ੍ਰੋਜੈਕਟ ਟਿਕਟ ਲਈ ਅਧਿਕਤਮ ਆਕਾਰ ਦੀ ਸੀਮਾ ਹੈ। ਇਸ ਲਈ ਜੇ ਤੁਹਾਡੇ ਕੰਮ ਦਾ ਖੇਤਰ ਵੱਡੇ ਪ੍ਰੋਜੈਕਟ ਲਈ ਬਹੁਤ ਛੋਟਾ ਹੈ ਤਾਂ ਤੁਹਾਨੂੰ ਟਿਕਟ ਦੇ ਸਲੋਟਾਂ ਵਿੱਚ ਵਾਪਸ ਹੇਠਾਂ ਜਾਣ ਦੀ ਲੋੜ ਹੈ। ਸ਼ਹਿਰੀ ਖੇਤਰ ਜਾਂ ਸ਼ਹਿਰਾਂ, ਕਸਬੇ ਜਾਂ ਮਿਊਨਿਸਪਲ ਖੇਤਰਾਂ ਦੇ ਅੰਦਰ ਲਈ ਵੱਡੇ ਪ੍ਰੋਜੈਕਟ ਦੀਆਂ ਟਿਕਟਾਂ ਲਈ ਆਕਾਰ ਦੀ ਸੀਮਾ ਘੱਟੋ ਘੱਟ 60,000 ਵਰਗ ਮੀਟਰ ਤੋਂ ਲੈ ਕੇ ਵੱਧ ਤੋਂ ਵੱਧ 8 ਲੱਖ ਵਰਗ ਮੀਟਰ ਤੱਕ ਹੈ। ਪੇਂਡੂ ਖੇਤਰ ਲਈ ਇਸ ਦੀ ਘੱਟੋ ਘੱਟ ਆਕਾਰ ਸੀਮਾ 8 ਲੱਖ ਵਰਗ ਮੀਟਰ ਹੈ ਅਤੇ ਵੱਧ ਤੋਂ ਵੱਧ ਆਕਾਰ ਸੀਮਾ 4.2 ਵਰਗ ਕਿਲੋਮੀਟਰ ਹੈ, ਜੋ ਕਿ ਲਗਭਗ 6 ਕਾਨੂੰਨੀ ਜ਼ਮੀਨ ਦੇ ਵਰਣਨ ਹਨ। ਤੁਸੀਂ ਸ਼ਾਇਦ ਉਸ ਵੇਲੇ ਇੱਕ ਵੱਡੇ ਪ੍ਰੋਜੈਕਟ ਦੀ ਟਿਕਟ ਦੀ ਵਰਤੋਂ ਕਰ ਸਕਦੇ ਹੋ ਜੇ ਤੁਸੀਂ ਕਿਸੇ ਸ਼ਹਿਰ ਦੀ ਸੀਮਾ ਦੇ ਅੰਦਰ ਇੱਕ ਇੰਟਰਚੇਂਜ ਤੇ ਕੰਮ ਕਰ ਰਹੇ ਹੋ। ਇਸ ਗੱਲ 'ਤੇ ਨਿਰਭਰ ਕਰਦੇ ਹੋਏ ਕਿ ਕੰਮ ਦਾ ਖੇਤਰ ਕਿੰਨਾ ਵੱਡਾ ਹੈ, ਤੁਹਾਨੂੰ ਇਸ ਨੂੰ 2 ਵੱਡੀਆਂ ਪ੍ਰੋਜੈਕਟ ਟਿਕਟਾਂ ਵਿੱਚ ਵੰਡਣ ਦੀ ਲੋੜ ਪੈ ਸਕਦੀ ਹੈ। ਕਿਸੇ ਪੇਂਡੂ ਖੇਤਰ ਵਿੱਚ ਤੁਸੀਂ ਵੱਡੇ ਪ੍ਰੋਜੈਕਟਾਂ ਨੂੰ ਅਜਿਹੀਆਂ ਚੀਜ਼ਾਂ ਲਈ ਵਰਤ ਸਕਦੇ ਹੋ, ਜਿਵੇਂ ਇੱਕ ਨਵੀਂ ਪੇਂਡੂ ਸਬ ਡਿਵੀਜ਼ਨ ਬਣਾਉਣੀ, ਜਾਂ ਜੇ ਤੁਸੀਂ ਕਿਸੇ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਅੰਦਰਲੀ ਬਲਾਸਟਿੰਗ ਕਰ ਰਹੇ ਹੋ। ਆਓ ਅੱਗੇ ਪਲਾਨਿੰਗ ਐਂਡ ਡਿਜ਼ਾਈਨ 'ਤੇ ਜਾਈਏ। ਪਲਾਨਿੰਗ ਐਂਡ ਡਿਜ਼ਾਈਨ ਸਿਰਫ ਅਲਬਰਟਾ ਅਤੇ ਸਸਕੈਚਵਾਨ ਵਿੱਚ ਉਪਲਬਧ ਹੈ, ਇਹ ਮਨੀਟੋਬਾ ਵਿੱਚ ਉਪਲਬਧ ਨਹੀਂ ਹੈ। ਜੇ ਤੁਹਾਨੂੰ ਮਨੀਟੋਬਾ ਵਿੱਚ ਯੋਜਨਾਬੰਦੀ ਤੇ ਡਿਜ਼ਾਈਨ ਕਰਨਾ ਪਵੇ ਤਾਂ ਤੁਸੀਂ ਇਹ ਕਰ ਰਹੇ ਹੋ ਕਿ ਸਿੱਧਾ ਆਪਣੇ ਆਪ ਹੀ ਉਸ ਖੇਤਰ ਦੇ ਸਹੂਲਤ ਮਾਲਕਾਂ ਨਾਲ ਸੰਪਰਕ ਕਰੋ ਅਤੇ ਫਿਰ ਉਹ ਤੁਹਾਨੂੰ ਉਸ ਬਾਰੇ ਜਾਣਕਾਰੀ ਦੇਣਗੇ। ਪਰ ਜੇ ਤੁਸੀਂ ਅਲਬਰਟਾ ਅਤੇ ਸਸਕੈਚਵਾਨ ਵਿੱਚ ਹੋ ਤਾਂ ਤੁਸੀਂ ਯੋਜਨਾਬੰਦੀ ਅਤੇ ਡਿਜ਼ਾਈਨ ਟਿਕਟ ਜਮ੍ਹਾਂ ਕਰ ਸਕਦੇ ਹੋ। ਪਲਾਨਿੰਗ ਐਂਡ ਡਿਜ਼ਾਈਨ ਟਿਕਟ ਸਿਰਫ ਜਾਣਕਾਰੀ ਦੇ ਉਦੇਸ਼ਾਂ ਲਈ ਹੈ। ਤੁਹਾਨੂੰ ਹਾਲੇ ਪਲਾਨਿੰਗ ਐਂਡ ਡਿਜ਼ਾਈਨ ਟਿਕਟ ਤੇ ਪਟਾਈ ਕਰਨ ਦੀ ਇਜਾਜ਼ਤ ਨਹੀਂ ਹੈ। ਪਲਾਨਿੰਗ ਐਂਡ ਡਿਜ਼ਾਈਨ ਟਿਕਟ ਨਾਲ ਇਸ ਤਰ੍ਹਾਂ ਹੁੰਦਾ ਹੈ ਕਿ ਜੇ ਤੁਸੀਂ ਭਵਿੱਖ ਵਿੱਚ ਕੰਮ ਕਰਨਾ ਹੈ ਅਤੇ ਤੁਹਾਨੂੰ ਇਹ ਜਾਣਨ ਦੀ ਲੋੜ ਹੈ ਕਿ ਉਹ ਸਹੂਲਤਾਂ ਕਿੱਥੇ ਸਥਿਤ ਹਨ, ਤਾਂ ਤੁਸੀਂ ਆਪਣੇ ਕੰਮ ਦੀ ਯੋਜਨਾ ਬਣਾ ਸਕੋ, ਜਾਂ ਤਾਂ ਇਮਾਰਤ ਦੇ ਆਕਾਰ ਲਈ, ਜਾਂ ਤੁਸੀਂ ਸੇਵਾ ਨੂੰ ਇਮਾਰਤ ਵਿੱਚ ਕਿੱਥੋਂ ਦਾਖਲ ਕਰਾਉਣਾ ਚਾਹੁੰਦੇ ਹੋ। ਜਾਂ ਜੇ ਤੁਸੀਂ ਕਿਸੇ ਇੱਕ ਵੱਡੇ ਸੜਕ ਨਿਰਮਾਣ ਪ੍ਰੋਜੈਕਟ 'ਤੇ ਕੰਮ ਕਰਨ ਜਾ ਰਹੇ ਹੋ ਅਤੇ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਸਹੂਲਤਾਂ ਕਿੱਥੇ ਹਨ ਤਾਂ ਜੋ ਤੁਸੀਂ ਉਹਨਾਂ ਲਈ ਯੋਜਨਾ ਬਣਾ ਸਕੋ, ਫਿਰ ਤੁਸੀਂ ਪਲਾਨਿੰਗ ਐਂਡ ਡਿਜ਼ਾਈਨ ਟਿਕਟ ਜਮ੍ਹਾਂ ਕਰੋਗੇ। ਫਿਰ ਅਸਲ ਵਿੱਚ ਆਪਣਾ ਕੰਮ ਕਰਨ ਤੋਂ ਪਹਿਲਾਂ ਤੁਹਾਨੂੰ ਉਸ ਕਾਰਜ ਖੇਤਰ ਦੇ ਦਾਇਰੇ ਦੇ ਆਧਾਰ 'ਤੇ ਜਾਂ ਤਾਂ ਇੱਕ ਰੈਗੂਲਰ ਪ੍ਰੋਜੈਕਟ ਜਾਂ ਫਿਰ ਇੱਕ ਵੱਡਾ ਪ੍ਰੋਜੈਕਟ ਟਿਕਟ ਜਮ੍ਹਾਂ ਕਰਨ ਦੀ ਲੋੜ ਹੋਵੇਗੀ। ਜਦੋਂ ਤੁਸੀਂ ਉਹ ਰੈਗੂਲਰ ਜਾਂ ਵੱਡੇ ਪ੍ਰੋਜੈਕਟ ਦੀ ਟਿਕਟ ਜਮ੍ਹਾਂ ਕਰਦੇ ਹੋ, ਫਿਰ ਸਹੂਲਤ ਦੇ ਮਾਲਕ ਤੁਹਾਨੂੰ ਤੁਹਾਡੇ ਕੰਮ ਨੂੰ ਪੂਰਾ ਕਰਨ ਲਈ ਆਗਿਆ ਦੇਣਗੇ। ਹੁਣ ਸਾਡੇ ਕੋਲ ਇਨਕਰੋਚਮੈਂਟ ਟਿਕਟਾਂ ਵੀ ਹਨ ਅਤੇ ਇਹ ਸਿਰਫ ਸਸਕੈਚਵਾਨ ਲਈ ਹੀ ਹਨ। ਉਹ ਯੋਜਨਾਬੰਦੀ ਅਤੇ ਡਿਜ਼ਾਈਨ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ ਅਤੇ ਸਿਰਫ ਇੱਕ ਮਹੱਤਵਪੂਰਨ ਅੰਤਰ ਹੈ। ਜਿਸ ਦੌਰਾਨ ਅਸੀਂ ਉਹ ਕਰਦੇ ਹਾਂ, ਅਸੀਂ ਸਿੱਧਾ ਅਲਬਰਟਾ 'ਤੇ ਵਾਪਸ ਆ ਜਾਵਾਂਗੇ ਅਤੇ ਇਸ ਨੂੰ ਬਸ ਸਾਡੀ ਪਹਿਲੀ ਉਦਾਹਰਨ ਦੇ ਲਈ ਵਾਪਸ ਆਪਣੀ ਰੈਗੂਲਰ ਟਿਕਟ 'ਤੇ ਸੈੱਟ ਕਰ ਦਿਆਂਗੇ। ਇਸ ਲਈ ਇੱਕ ਕਬਜ਼ਾ ਟਿਕਟ ਵੀ ਸਿਰਫ ਜਾਣਕਾਰੀ ਦੇ ਉਦੇਸ਼ਾਂ ਲਈ ਹੈ। ਇਸ 'ਤੇ ਪਟਾਈ ਨਹੀਂ ਕੀਤੀ ਜਾ ਸਕਦੀ, ਬਲਕਿ ਇਸ ਨੂੰ ਇਸ ਲਈ ਵਰਤਿਆ ਜਾਂਦਾ ਹੈ। ਮਾਫ਼ ਕਰਨਾ, ਕੁਝ ਮਿਊਨਿਸਪੈਲਿਟੀਆਂ ਕੰਮ ਕਰਦੀਆਂ ਹਨ ਕਿ ਕਿਸੇ ਪ੍ਰਾਪਰਟੀ ਦੀ ਵਿਕਰੀ ਜਾਂ ਸੁਰੱਖਿਆ ਜਾਂਚ ਤੋਂ ਪਹਿਲਾਂ ਇੱਕ ਕਬਜ਼ਾ ਟਿਕਟ ਜਮ੍ਹਾਂ ਕੀਤੀ ਜਾਵੇ, ਅਤੇ ਕਬਜ਼ਾ ਟਿਕਟ ਨਾਲ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਵਿਸ਼ੇਸ਼ ਤੌਰ 'ਤੇ ਸਿਰਫ ਗੈਸ ਕੰਪਨੀਆਂ ਦੇ ਕੋਲ ਜਾਂਦੀ ਹੈ। ਇੱਕ ਵਾਰ ਫਿਰ ਇਹ ਪਟਾਈ ਕਰਨ ਦੇ ਉਦੇਸ਼ਾਂ ਲਈ ਨਹੀਂ, ਸਿਰਫ ਜਾਣਕਾਰੀ ਦੇ ਉਦੇਸ਼ਾਂ ਲਈ ਹੈ। ਕਿਸੇ ਕਬਜ਼ਾ ਟਿਕਟ ਦੇ ਨਾਲ ਤੁਸੀਂ ਦੇਖਿਆ ਹੋਵੇਗਾ ਕਿ ਮੇਰੇ ਕੰਮ ਦੀ ਕਿਸਮ ਅਤੇ ਗਤੀਵਿਧੀ ਆਪਣੇ ਆਪ ਹੀ ਕਬਜ਼ੇ ਵਿੱਚ ਤਬਦੀਲ ਹੋ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਕਿਸੇ ਕਬਜ਼ੇ ਵਾਲੀ ਟਿਕਟ 'ਤੇ ਕੋਈ ਕੰਮ ਨਹੀਂ ਚੱਲ ਰਿਹਾ। ਤੁਸੀਂ ਦੇਖੋਗੇ ਕਿ ਪਲਾਨਿੰਗ ਐਂਡ ਡਿਜ਼ਾਈਨ ਟਿਕਟ ਲਈ ਅਜਿਹਾ ਨਹੀਂ ਹੁੰਦਾ। ਇਹ ਇਸ ਲਈ ਹੈ ਕਿਉਂਕਿ ਪਲਾਨਿੰਗ ਐਂਡ ਡਿਜ਼ਾਈਨ ਟਿਕਟ ਲਈ ਸਹੂਲਤ ਦੇ ਮਾਲਕ ਹਾਲੇ ਵੀ ਜਾਣਨਾ ਚਾਹਣਗੇ ਕਿ ਭਵਿੱਖ ਵਿੱਚ ਕਿਸ ਖੇਤਰ ਵਿੱਚ ਕਿਸ ਕਿਸਮ ਦਾ ਕੰਮ ਕੀਤਾ ਜਾਵੇਗਾ। ਅੱਗੇ ਸਾਡੇ ਕੋਲ ਕੰਮ ਦੀ ਕਿਸਮ ਹੈ, ਅਤੇ ਜੇ ਅਸੀਂ ਕੰਮ ਦੀ ਕਿਸਮ 'ਤੇ ਕਲਿੱਕ ਕਰਦੇ ਹਾਂ, ਤੁਸੀਂ ਦੇਖੋਗੇ ਕਿ ਸੂਚੀਬੱਧ ਕੰਮ ਦੀਆਂ ਕਿਸਮਾਂ ਬਹੁਤ ਜ਼ਿਆਦਾ ਡੂੰਘਾਈ ਵਿੱਚ ਨਹੀਂ ਹਨ। ਇਹ ਅਸਲ ਵਿੱਚ ਬਹੁਤ ਅਸਪਸ਼ਟ ਹਨ। ਤੁਸੀਂ ਜਾਣਦੇ ਹੋ, ਗੈਸ ਜਾਂ ਪਾਣੀ ਜਾਂ ਸੀਵਰੇਜ ਜਾਂ ਸੜਕ ਦੇ ਕੰਮ ਵਰਗੀਆਂ ਚੀਜ਼ਾਂ ਅਸਲ ਵਿੱਚ ਬਹੁਤ ਜ਼ਿਆਦਾ ਵੇਰਵਿਆਂ ਵਿੱਚ ਨਹੀਂ ਜਾਂਦੀ ਹੈ, ਅਤੇ ਇਹ ਇਸ ਲਈ ਹੈ ਕਿਉਂਕਿ ਕੰਮ ਦੀ ਇਹ ਕਿਸਮ ਸਿਰਫ ਉਸ ਕੰਮ ਦੀ ਵਿਆਪਕ ਕਿਸਮ ਹੈ ਜੋ ਤੁਸੀਂ ਕਰ ਰਹੇ ਹੋ। ਇਸ ਲਈ ਜੇ ਤੁਸੀਂ ਉਦਾਹਰਨ ਲਈ ਇੱਕ ਪਾਣੀ ਦੀ ਸੇਵਾ ਦੀ ਮੁਰੰਮਤ ਕਰ ਰਹੇ ਹੋ ਤਾਂ ਇਹ ਪਾਣੀ ਹੋਵੇਗੀ। ਜੇ ਤੁਸੀਂ ਇੱਕ ਗੈਸ ਲਾਈਨ 'ਤੇ ਕੰਮ ਕਰ ਰਹੇ ਹੋ ਤਾਂ ਗੈਸ ਹੋਵੇਗੀ। ਜੇ ਤੁਸੀਂ ਕਿਸੇ ਲੈਂਡਸਕੇਪਿੰਗ 'ਤੇ ਕੰਮ ਕਰ ਰਹੇ ਹੋ ਤਾਂ ਇਹ ਲੈਂਡਸਕੇਪਿੰਗ ਹੋਵੇਗੀ। ਤੁਸੀਂ ਜੋ ਵੀ ਕਰ ਰਹੇ ਹੋ ਉਸ ਲਈ ਸਭ ਤੋਂ ਸਹੀ ਤਰੀਕੇ ਨਾਲ ਲਾਗੂ ਹੋਣ ਵਾਲੀ ਕਿਸਮ ਚੁਣੋ। ਇਸ ਉਦਾਹਰਨ ਲਈ ਅਸੀਂ ਇਹ ਮੰਨਾਂਗੇ ਕਿ ਅਸੀਂ ਕੁਝ ਲੈਂਡਸਕੇਪਿੰਗ ਦਾ ਕੰਮ ਕਰ ਰਹੇ ਹਾਂ, ਇਸ ਲਈ ਅਸੀਂ ਲੈਂਡਸਕੇਪਿੰਗ ਨੂੰ ਚੁਣਾਂਗੇ ਅਤੇ ਫਿਰ ਅਸੀਂ ਆਪਣੀ ਗਤੀਵਿਧੀ 'ਤੇ ਪਹੁੰਚ ਜਾਵਾਂਗੇ, ਅਤੇ ਇਹ ਉਹ ਥਾਂ ਹੈ ਜਿੱਥੇ ਤੁਸੀਂ ਜ਼ਿਆਦਾ ਵਿਸਤਾਰ ਵਿੱਚ ਆਪਣੇ ਵੇਰਵੇ ਮੁਹੱਈਆ ਕਰ ਸਕਦੇ ਹੋ। ਤੁਸੀਂ ਦੇਖੋਗੇ ਕਿ ਲੈਂਡਸਕੇਪਿੰਗ ਚੁਣੇ ਜਾਣ ਨਾਲ ਮੇਰੇ ਕੋਲ ਵੱਖ-ਵੱਖ ਚੀਜ਼ਾਂ ਉਪਲਬਧ ਹਨ। ਮੇਰੇ ਕੋਲ ਫੈਂਸਿੰਗ, ਫੁਟਿੰਗਸ, ਗਾਰਡਰੇਲਸ, ਪੇਵਿੰਗਸ, ਪਲਾਂਟਿੰਗ, ਮੇਜ਼ਨਰੀ, ਲਾਈਟਿੰਗ, ਸਟੰਪ ਰਿਮੂਵਲ, ਟ੍ਰੈਂਚਿੰਗ, ਹਰ ਤਰ੍ਹਾਂ ਦੇ ਵੱਖ-ਵੱਖ ਵਿਕਲਪ ਉਪਲਬਧ ਹਨ। ਅਸਲ ਵਿੱਚ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਉਹ ਚੁਣੋ। ਤੁਹਾਡੇ ਕੰਮ ਦੀ ਕਿਸਮ ਸੂਚੀਬੱਧ ਨਹੀਂ ਹੈ ਤਾਂ ਤੁਸੀਂ ਹਮੇਸ਼ਾ ਇਸ ਦੀ ਬਜਾਏ ਕੋਈ ਹੋਰ ਨੂੰ ਚੁਣ ਸਕਦੇ ਹੋ। ਕੋਈ ਹੋਰ ਇੱਕ ਵਿਕਲਪ ਹੈ। ਜੇ ਤੁਸੀਂ ਪ੍ਰਾਪਰਟੀ ਦੇ ਕਈ ਕਿਸਮ ਦੇ ਕੰਮ ਕਰ ਰਹੇ ਹੋ ਤਾਂ ਕੀ ਹੁੰਦਾ ਹੈ? ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਤੁਸੀਂ ਤੁਹਾਡੇ ਦੁਆਰਾ ਕੀਤੇ ਜਾ ਰਹੇ ਕੰਮਾਂ ਦੀਆਂ ਕਿਸਮਾਂ ਵਿੱਚੋਂ ਘੱਟੋ-ਘੱਟ ਇੱਕ ਨੂੰ ਚੁਣਨਾ ਹੈ, ਅਤੇ ਤੁਸੀਂ ਥੋੜ੍ਹੀ ਦੇਰ ਬਾਅਦ ਜਮ੍ਹਾਂ ਕਰਨ ਵਾਲੇ ਫਾਰਮ ਵਿੱਚ ਉਸ ਵਾਧੂ ਜਾਣਕਾਰੀ ਨੂੰ ਸ਼ਾਮਲ ਕਰ ਸਕੋਗੇ, ਅਤੇ ਅਸੀਂ ਉੱਥੇ ਪਹੁੰਚ ਕੇ ਇਹ ਕਰਾਂਗੇ। ਹੁਣ ਦੇ ਲਈ ਆਓ ਅਸੀਂ ਮੰਨ ਲਈਏ ਕਿ ਅਸੀਂ ਦੁਬਾਰਾ ਫਰਸ਼ ਪਾ ਰਹੇ ਹਾਂ। ਅਸੀਂ ਟੈਨਿਸ ਕੋਰਟ ਦਾ ਫਰਸ਼ ਬਣਾ ਰਹੇ ਹਾਂ। ਮੈਂ ਜਾਣਦੀ ਹਾਂ ਕਿ ਇਸ ਪ੍ਰਾਪਰਟੀ ਵਿੱਚ ਇੱਕ ਟੈਨਿਸ ਕੋਰਟ ਹੈ, ਤਾਂ ਸਾਨੂੰ ਇਸ ਦਾ ਫਰਸ਼ ਦੁਬਾਰਾ ਬਣਾਉਣ ਦੀ ਲੋੜ ਹੈ। ਅੱਗੇ ਅਸੀਂ ਆਪਣੀ ਪਟਾਈ ਦੀ ਵਿਧੀ 'ਤੇ ਪਹੁੰਚਦੇ ਹਾਂ, ਅਤੇ ਤੁਸੀਂ ਕੰਮ ਨੂੰ ਇਸ ਤਰੀਕੇ ਨਾਲ ਪੂਰਾ ਕਰੋਗੇ। ਇਸ ਲਈ ਜੇ ਤੁਸੀਂ ਮਸ਼ੀਨ ਟੂਲ, ਕਿਸੇ ਵੀ ਕਿਸਮ ਦੇ ਬੌਬਕੈਟ ਜਾਂ ਪਟਾਈ ਕਰਨ ਵਾਲੇ ਔਜ਼ਾਰ ਦੀ ਵਰਤੋਂ ਕਰ ਰਹੇ ਹੋ ਤਾਂ ਤੁਸੀਂ ਇੱਥੇ ਮਕੈਨੀਕਲ ਪਟਾਈ ਪਾਓਗੇ।
ਜੇ ਤੁਸੀਂ ਹਾਈਡਰੋਵੈਕ ਜਾਂ ਵੈਕਿਊਮ ਟਰੱਕ ਦੀ ਵਰਤੋਂ ਕਰ ਰਹੇ ਹੋ ਤਾਂ ਤੁਸੀਂ ਸ਼ਾਇਦ ਹਾਈਡਰੋ ਵੈਕਿਊਮ ਜਾਂ ਵੈਕਿਊਮ ਪੁਟਾਈ ਦੀ ਵਰਤੋਂ ਕਰਨਾ ਚਾਹੋਗੇ। ਜੇ ਤੁਸੀਂ ਕਈ ਕਿਸਮਾਂ ਦੀ ਪੁਟਾਈ ਕਰੋਗੇ ਤਾਂ ਤੁਸੀਂ ਉਹ ਚੁਣ ਸਕਦੇ ਹੋ ਜੋ ਤੁਸੀਂ ਸਭ ਤੋਂ ਜ਼ਿਆਦਾ ਵਰਤੋਗੇ, ਜੋ ਵੀ ਸਭ ਤੋਂ ਵੱਧ ਪ੍ਰਚਲਿਤ ਹੈ, ਅਤੇ ਫਿਰ ਅਸੀਂ ਬਾਅਦ ਵਿੱਚ ਕੰਮ ਦੀਆਂ ਹੋਰ ਕਿਸਮਾਂ, ਮਾਫ ਕਰਨਾ ਪੁਟਾਈ ਦੀਆਂ ਹੋਰ ਕਿਸਮਾਂ ਵੀ ਦਰਸਾ ਸਕਦੇ ਹਾਂ। ਇਸ ਦੇ ਲਈ ਅਸੀਂ ਕਹਾਂਗੇ ਕਿ ਅਸੀਂ ਮਸ਼ੀਨ ਟੂਲਾਂ ਦੀ ਵਰਤੋਂ ਕਰ ਰਹੇ ਹਾਂ, ਇਸ ਲਈ ਅਸੀਂ ਮਕੈਨੀਕਲ ਪੁਟਾਈ ਨੂੰ ਚੁਣਾਂਗੇ ਅਤੇ ਫਿਰ ਅਸੀਂ ਡੂੰਘਾਈ ਤੇ ਪਹੁੰਚ ਜਾਂਦੇ ਹਾਂ। ਫਿਰ ਇਹ ਉਹ ਚੀਜ਼ ਹੈ ਜਿੱਥੇ ਸਾਡੀ ਜਾਂਚ ਸਾਈਟ ਦੇ ਵਿੱਚ ਇੱਕ ਮੁੱਖ ਫਰਕ ਹੈ ਅਤੇ ਸਾਡੀ ਲਾਈਵ ਸਾਈਟ ਦੀ ਗੱਲ ਆਉਂਦੀ ਹੈ। ਇਸ ਵੇਲੇ ਸਾਡੀ ਲਾਈਵ ਸਾਈਟ ਤੇ ਡੂੰਘਾਈ ਦੇ ਸਿਰਫ 3 ਵਿਕਲਪ ਹਨ। ਉੱਥੇ 1 ਮੀਟਰ ਤੋਂ ਘੱਟ, 1 ਮੀਟਰ ਤੋਂ 3 ਮੀਟਰ ਤੱਕ ਅਤੇ 3 ਮੀਟਰ ਤੋਂ ਵੱਧ ਹਨ। ਇਸ ਲਈ ਤੁਹਾਡੇ ਦੁਆਰਾ ਪੁੱਟੀ ਜਾ ਰਹੀ ਵੱਧ ਤੋਂ ਵੱਧ ਡੂੰਘਾਈ ਦੀ ਚੋਣ ਕਰਨਾ ਮਹੱਤਵਪੂਰਨ ਹੈ, ਕਿਉਂਕਿ ਸਹੂਲਤਾਂ ਦੇ ਮਾਲਕ ਅਸਲ ਵਿੱਚ ਇਸ ਡੇਟਾ ਨੂੰ ਦੇਖਦੇ ਹਨ। ਜੇ ਉਹਨਾਂ ਕੋਲ ਸਿਰਫ ਡੂੰਘੀਆਂ ਸਹੂਲਤਾਂ ਹਨ, ਜਿਵੇਂ ਕਿ 10 ਫੁੱਟ ਤੋਂ ਵੱਧ ਦੀ ਡੂੰਘਾਈ ਤੇ, ਅਤੇ ਤੁਸੀਂ ਸਿਰਫ 6 ਇੰਚ ਹੇਠਾਂ ਜਾ ਰਹੇ ਹੋ, ਸੰਭਾਵਨਾ ਹੈ ਕਿ ਉਹਨਾਂ ਨੂੰ ਅਸਲ ਵਿੱਚ ਬਾਹਰ ਆਉਣ ਦੀ ਲੋੜ ਨਹੀਂ ਹੈ। ਸ਼ਾਇਦ ਉਹ ਤੁਹਾਨੂੰ ਇੱਕ ਈਮੇਲ ਭੇਜ ਕੇ ਜਾਂ ਕਾਲ ਕਰਕੇ ਦੱਸ ਸਕਦੇ ਹਨ ਕਿ ਤੁਹਾਡਾ ਕੰਮ ਉਹਨਾਂ ਦੀ ਲਾਈਨ ਨੂੰ ਪ੍ਰਭਾਵਿਤ ਨਹੀਂ ਕਰ ਰਿਹਾ ਹੈ ਅਤੇ ਉਹਨਾਂ ਦੇ ਵੱਲੋਂ ਤੁਸੀਂ ਆਪਣਾ ਕੰਮ ਕਰ ਸਕਦੇ ਹੋ। ਇਸ ਲਈ ਡੂੰਘਾਈ ਦੱਸਣਾ ਹਮੇਸ਼ਾ ਮਹੱਤਵਪੂਰਨ ਹੁੰਦਾ ਹੈ। ਇਹ ਅਜਿਹੀ ਚੀਜ਼ ਦੀ ਇੱਕ ਝਲਕ ਹੈ ਜੋ ਆ ਰਹੀ ਹੈ। ਅਸਲ ਵਿੱਚ ਭਵਿੱਖ ਵਿੱਚ ਤੁਹਾਡੇ ਕੋਲ ਡੂੰਘਾਈ ਦਾ ਇੱਕ ਹੋਰ ਵਿਕਲਪ ਹੋਵੇਗਾ। ਮੈਨੂੰ ਨਹੀਂ ਪਤਾ ਕਿ ਇਹ ਕਦੋਂ ਉਪਲਬਧ ਹੋਵੇਗਾ। ਅਸੀਂ ਹਾਲੇ ਵੀ ਕਿਸੇ ਮੁੱਦੇ ਤੇ ਕੰਮ ਕਰ ਰਹੇ ਹਾਂ ਜੋ ਇਸ ਦੇ ਨਾਲ ਸਾਹਮਣੇ ਆਇਆ ਹੈ, ਪਰ ਤੁਹਾਨੂੰ ਇੱਕ ਆਈਡੀਆ ਦੇਣ ਲਈ ਅੰਤ ਵਿੱਚ ਤੁਸੀਂ 0.3 ਮੀਟਰ ਤੋਂ ਘੱਟ, 0.3 ਮੀਟਰ ਤੋਂ 1 ਮੀਟਰ ਤੱਕ, 1 ਮੀਟਰ ਤੋਂ 3 ਮੀਟਰ ਤੱਕ ਅਤੇ 3 ਮੀਟਰ ਤੋਂ ਵੱਧ ਚੁਣ ਸਕੋਗੇ। ਅੱਜ ਦੀ ਉਦਾਹਰਨ ਲਈ ਅਸੀਂ ਇਹ ਕਹਾਂਗੇ ਕਿ ਅਸੀਂ ਲਗਭਗ 2 ਫੁੱਟ ਹੇਠਾਂ ਜਾ ਰਹੇ ਹਾਂ ਅਤੇ ਇਹ 0.3 ਅਤੇ 1 ਮੀਟਰ ਦੇ ਵਿਚਕਾਰ ਆਵੇਗਾ। ਅੱਗੇ ਸਾਡੇ ਕੰਮ ਸ਼ੁਰੂ ਕਰਨ ਦੀ ਤਰੀਕ ਹੈ। ਇਹ ਉਹ ਹੈ ਜਦੋਂ ਅਸੀਂ ਕੰਮ ਸ਼ੁਰੂ ਕਰਾਂਗੇ। ਜਿਵੇਂ ਕਿ ਹੋ ਸਕਦਾ ਹੈ ਤੁਹਾਨੂੰ ਪਤਾ ਹੋਵੇ ਜਾਂ ਨਾ ਪਤਾ ਹੋਵੇ, ਸਾਡੇ ਸਹੂਲਤ ਦੇ ਮਾਲਕ ਘੱਟੋ ਘੱਟ 3 ਪੂਰੇ ਕਾਰੋਬਾਰੀ ਦਿਨਾਂ ਦੀ ਬੇਨਤੀ ਕਰਦੇ ਹਨ। ਫਿਰ ਜਦੋਂ ਤੁਸੀਂ ਆਪਣਾ ਕੰਮ ਸ਼ੁਰੂ ਕਰਨ ਦੀ ਤਰੀਕ ਚੁਣਦੇ ਹੋ, ਚੁਣੀ ਜਾ ਸਕਣ ਵਾਲੀ ਸਭ ਤੋਂ ਪਹਿਲੀ ਤਰੀਕ 7 ਹੈ ਅਤੇ ਮੈਂ ਦੱਸਦੀ ਹਾਂ ਕਿ ਅਜਿਹਾ ਕਿਉਂ ਹੈ। ਅੱਜ ਇੱਕ ਤਰੀਕ ਹੈ। ਅੱਜ ਨੂੰ ਕਾਰੋਬਾਰੀ ਦਿਨ ਵਿੱਚ ਨਹੀਂ ਗਿਣਿਆ ਜਾਂਦਾ ਕਿਉਂਕਿ ਇਹ ਪੂਰਾ ਕਾਰੋਬਾਰੀ ਦਿਨ ਨਹੀਂ ਹੈ। ਤੁਹਾਡਾ ਪਹਿਲਾ ਕਾਰੋਬਾਰੀ ਦਿਨ ਅਗਲੇ ਕਾਰੋਬਾਰੀ ਦਿਨ ਤੋਂ ਸ਼ੁਰੂ ਹੋਵੇਗਾ। ਇਸ ਲਈ ਤਕਨੀਕੀ ਤੌਰ ਤੇ 4 ਪਹਿਲਾ ਕਾਰੋਬਾਰੀ ਦਿਨ ਹੋਵੇਗਾ, 5 ਦੂਸਰਾ ਕਾਰੋਬਾਰੀ ਦਿਨ ਹੋਵੇਗਾ ਅਤੇ 6 ਉਹ ਤੀਜਾ ਕਾਰੋਬਾਰੀ ਦਿਨ ਹੈ ਜਦੋਂ ਤੁਹਾਨੂੰ ਜਵਾਬ ਮਿਲਣਾ ਚਾਹੀਦਾ ਹੈ। ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਉਸ ਦਿਨ ਤੁਹਾਨੂੰ ਸਹੂਲਤਾਂ ਦੇ ਮਾਲਕਾਂ ਤੋਂ ਜਵਾਬ ਕਦੋਂ ਮਿਲੇਗਾ। ਹੋ ਸਕਦਾ ਹੈ ਤੁਹਾਨੂੰ ਦਿਨ ਦੇ ਅਖੀਰ ਤੱਕ ਉਹਨਾਂ ਦਾ ਜਵਾਬ ਨਾ ਮਿਲੇ, ਜਿਸ ਸਥਿਤੀ ਵਿੱਚ ਤੁਸੀਂ ਸ਼ਾਇਦ ਉਸੇ ਦਿਨ ਆਪਣਾ ਕੰਮ ਸ਼ੁਰੂ ਨਹੀਂ ਕਰ ਸਕੋਗੇ। ਇਸ ਕਾਰਨ ਅਸੀਂ ਸ਼ੁਰੂਆਤ ਦੀ ਡਿਫਾਲਟ ਤਾਰੀਖ ਅਗਲੇ ਸੰਭਾਵੀ ਦਿਨ ਨੂੰ ਰੱਖੀ ਹੈ। ਇਸ ਲਈ ਅਸੀਂ ਅਗਲੀ ਉਪਲਬਧ ਤਾਰੀਖ ਦੀ ਚੋਣ ਕਰਾਂਗੇ ਕਿਉਂਕਿ ਅਸੀਂ ਜਲਦੀ ਤੋਂ ਜਲਦੀ ਸ਼ੁਰੂ ਕਰਨਾ ਚਾਹੁੰਦੇ ਹਾਂ। ਫਿਰ ਅਸੀਂ ਆਪਣੇ ਵਰਤੋਂਕਾਰ ਰੈਫਰੈਂਸ ਵਿੱਚ ਜਾਵਾਂਗੇ। ਇਸ ਲਈ ਇਹ ਉਹ ਥਾਂ ਹੈ ਜਿੱਥੇ ਜੇ ਤੁਹਾਡੇ ਕੋਲ ਕਿਸੇ ਕਿਸਮ ਦਾ ਜੌਬ ਨੰਬਰ ਜਾਂ ਅੰਦਰੂਨੀ ਟਰੈਕਿੰਗ ਨੰਬਰ ਹੈ ਜੋ ਤੁਸੀਂ ਆਪਣੀ ਟਿਕਟ ਤੇ ਮੁਹੱਈਆ ਕਰਨਾ ਚਾਹੁੰਦੇ ਹੋ, ਇਹ ਉਹ ਥਾਂ ਹੈ ਜਿੱਥੇ ਤੁਸੀਂ ਇਹ ਪਾਉਣਾ ਚਾਹੋਗੇ। ਵਰਤੋਂਕਾਰ ਰੈਫਰੈਂਸ ਖੇਤਰ ਬਾਰੇ ਵਧੀਆ ਗੱਲ ਇਹ ਹੈ ਕਿ ਇਸ ਨੂੰ ਸਾਡੇ ਟਿਕਟ ਇਤਿਹਾਸ ਵਿੱਚ ਪੂਰੀ ਤਰ੍ਹਾਂ ਖੋਜਿਆ ਜਾ ਸਕਦਾ ਹੈ। ਇਸ ਲਈ ਜੇ ਤੁਸੀਂ ਆਪਣੀਆਂ ਟਿਕਟਾਂ ਨੂੰ ਉਦਾਹਰਨ ਲਈ ਇਲਾਕੇ ਜਾਂ ਪ੍ਰਾਂਤ ਜਾਂ ਉਸ ਕਿਸੇ ਚੀਜ਼ ਜਾਂ ਤੁਹਾਡੇ ਜੌਬ ਨੰਬਰ ਜਿਵੇਂ ਕਿ ਮੈਂ ਦੱਸਿਆ ਹੈ ਤੇ ਕ੍ਰਮਬੱਧ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਖੇਤਰ ਵਿੱਚ ਪਾ ਕੇ ਅਜਿਹਾ ਕਰ ਸਕਦੇ ਹੋ। ਮੈਂ ਕੀ ਕਰਾਂਗੀ? ਕਿਉਂਕਿ ਮੈਂ ਉਹਨਾਂ 3 ਸੂਬਿਆਂ ਵਿੱਚ ਇੱਕ ਜਾਂਚ ਟਿਕਟ ਜਮ੍ਹਾਂ ਕੀਤੀ ਸੀ ਜਿਹਨਾਂ ਨੂੰ ਅਸੀਂ ਸੰਭਾਲਦੇ ਹਾਂ। ਮੈਂ ਵਰਤੋਂਕਾਰ ਰੈਫਰੈਂਸ ਵਿੱਚ ਅਤੇ ਫਿਰ ਜਦੋਂ ਮੈਂ ਆਪਣੀ ਟਿਕਟ ਦੇ ਇਤਿਹਾਸ ਤੇ ਜਾਂਦੀ ਹਾਂ, ਹਮੇਸ਼ਾ ਉਹ ਸੂਬਾ ਪਾਉਣਾ ਚਾਹਾਂਗੀ ਜਿਸ ਵਿੱਚ ਮੈਂ ਕੰਮ ਕਰ ਰਹੀ ਹਾਂ। ਮੈਂ ਅਸਲ ਵਿੱਚ ਇਸ ਨੂੰ ਉਸ ਅਨੁਸਾਰ ਕ੍ਰਮਬੱਧ ਕਰ ਸਕਦੀ ਹਾਂ ਅਤੇ ਥੋੜ੍ਹੀ ਦੇਰ ਵਿੱਚ ਮੈਂ ਉਹ ਦਿਖਾਵਾਂਗੀ। ਅਗਲਾ ਹੈ ਇਹਨਾਂ ਵੱਲੋਂ ਕੰਮ ਕਰ ਰਹੇ। ਇਹ ਉਹ ਹੈ ਜਿਸ ਦੇ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਇੱਕ ਵਾਰ ਫਿਰ ਇਹ ਬਹੁਤ ਜ਼ਿਆਦਾ ਵਿਸ਼ਿਸ਼ਟ ਨਹੀਂ ਹੈ। ਸਾਡੇ ਕੋਲ 4 ਵਿਕਲਪ ਹਨ: ਸਥਾਨਕ ਸਰਕਾਰ, ਸਹੂਲਤ, ਨਿੱਜੀ ਅਤੇ ਕੋਈ ਹੋਰ। ਇਸ ਲਈ ਸਥਾਨਕ ਸਰਕਾਰ ਲਈ ਜੇ ਅਸੀਂ ਸਿਰਫ ਸਥਾਨਕ ਸਰਕਾਰ ਨਹੀਂ ਬਲਕਿ ਇਹਨਾਂ ਵਿੱਚੋਂ ਕਿਸੇ ਨੂੰ ਵੀ ਚੁਣਦੇ ਹਾਂ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਸਥਾਨਕ ਸਰਕਾਰ ਚੁਣੇ ਹੋਣ ਦੇ ਨਾਲ ਸਹੂਲਤ ਅਥਾਰਟੀ ਬਦਲ ਜਾਂਦੀ ਹੈ। ਅਸੀਂ ਇਹ ਦੱਸ ਸਕਦੇ ਹਾਂ ਕਿ ਉਹ ਕਿਸ ਕਿਸਮ ਦੀ ਸਰਕਾਰ ਹੈ। ਕੀ ਇਹ ਬੈਂਡ IR ਹੈ? ਕੀ ਇਹ ਰੱਖਿਆ ਵਿਭਾਗ, MD ਕਾਉਂਟੀ, ਆਵਾਜਾਈ ਮੰਤਰਾਲਾ ਜਾਂ ਮਿਊਨਿਸਪੈਲਿਟੀ ਹੈ? ਹੁਣ ਜੇ ਅਸੀਂ ਇਸ ਨੂੰ ਸਥਾਨਕ ਸਰਕਾਰ ਤੋਂ ਸਹੂਲਤ ਜਾਂ ਨਿੱਜੀ ਵਿੱਚ ਬਦਲਦੇ ਹਾਂ ਤਾਂ ਉਹ ਵਿਕਲਪ ਬਦਲ ਜਾਂਦੇ ਹਨ। ਨਿੱਜੀ ਦੇ ਨਾਲ ਇਹ ਇੱਕ ਠੇਕੇਦਾਰ ਲਈ ਹੋ ਸਕਦਾ ਹੈ, ਇਹ ਕਿਸੇ ਘਰ ਦੇ ਮਾਲਕ ਜਾਂ ਹੋਰ ਕਾਰੋਬਾਰ ਲਈ ਹੋ ਸਕਦਾ ਹੈ। ਸਹੂਲਤ ਲਈ ਇਹ ਸਹੂਲਤ ਦੀਆਂ ਉਹਨਾਂ ਵੱਖ-ਵੱਖ ਕਿਸਮਾਂ ਦੀ ਸੂਚੀ ਦੇਵੇਗਾ ਜੋ ਮੌਜੂਦ ਹਨ। ਇਸ ਲਈ ਕੇਬਲ TV ਜੇ ਇਹ ਕੋਈ ਬਿਜਲੀ ਪ੍ਰਦਾਤਾ ਹੈ। ਕੀ ਇਹ ਗੈਸ ਪ੍ਰਦਾਤਾ, ਸੀਵਰੇਜ, ਟੈਲੀਫੋਨ ਜਾਂ ਪਾਣੀ ਦੀਆਂ ਸੇਵਾਵਾਂ ਹਨ? ਅਤੇ ਫਿਰ ਜੇ ਇਹਨਾਂ ਵਿੱਚੋਂ ਕੋਈ ਵੀ ਉਸ ਦੇ ਲਈ ਫਿੱਟ ਨਹੀਂ ਬੈਠਦੀ ਹੈ ਜਿਸ ਦੇ ਲਈ ਤੁਸੀਂ ਕੰਮ ਕਰ ਰਹੇ ਹੋ, ਤੁਸੀਂ ਇਸ ਦੀ ਬਜਾਏ ਹਮੇਸ਼ਾ ਕੋਈ ਹੋਰ ਚੁਣ ਸਕਦੇ ਹੋ। ਜਿਵੇਂ ਕਿ ਇਹਨਾਂ ਵੱਲੋਂ ਕੰਮ ਕਰ ਰਹੇ ਨੂੰ ਬਦਲਣ ਨਾਲ ਸਹੂਲਤ ਅਥਾਰਟੀ ਬਦਲ ਜਾਂਦੀ ਹੈ, ਉਸੇ ਤਰ੍ਹਾਂ ਕੰਮ ਦੀ ਕਿਸਮ ਦੇ ਅਧੀਨ ਗਤੀਵਿਧੀ ਵੀ ਬਦਲ ਜਾਂਦੀ ਹੈ। ਤੁਸੀਂ ਦੇਖੋਗੇ ਕਿ ਸਾਡੇ ਕੋਲ ਲੈਂਡਸਕੇਪਿੰਗ ਦੇ ਹੇਠ ਕਰਬਿੰਗ, ਡੈਕ, ਡੈਮੋਲੀਸ਼ਨ, ਫੈਂਸਿੰਗ ਐਂਡ ਫੁੱਟਿੰਗਸ ਹਨ ਅਤੇ ਜੇ ਅਸੀਂ ਇਹਨਾਂ ਨੂੰ ਗੈਸ ਵਿੱਚ ਬਦਲਦੇ ਹਾਂ ਤਾਂ ਸਾਡੇ ਕੋਲ ਉਪਲਬਧ ਵਿਕਲਪ ਬਹੁਤ ਵੱਖਰੇ ਹਨ। ਹੁਣ ਇਹ ਐਨੋਡਸ, ਕੰਟੈਮੀਨੇਸ਼ਨ, ਕੋਰੋਜ਼ਨ, ਡਾਇਰੈਕਸ਼ਨਲ ਡ੍ਰਿਲਿੰਗ ਹੈ। ਇਸ ਲਈ ਇਸ ਦੇ ਆਧਾਰ ਤੇ ਕਿ ਤੁਸੀਂ ਪਹਿਲਾਂ ਕੀ ਚੁਣਿਆ ਹੈ, ਕੁਝ ਡਰਾਪ ਡਾਊਨ ਮੈਨੂ ਬਦਲ ਜਾਣਗੇ। ਪਰ ਜਿਵੇਂ ਕਿ ਮੈਂ ਦੱਸਿਆ ਹੈ, ਅਸੀਂ ਕੁਝ ਲੈਂਡਸਕੇਪਿੰਗ ਕਰ ਰਹੇ ਹਾਂ, ਇਸ ਲਈ ਅਸੀਂ ਵਾਪਸ ਉਸ ਤੇ ਜਾਵਾਂਗੇ ਅਤੇ ਇਹ ਕਿਸੇ ਹੋਰ ਕਾਰੋਬਾਰ ਲਈ ਕੀਤਾ ਜਾ ਰਿਹਾ ਹੈ, ਇਸ ਲਈ ਅਸੀਂ ਇਹ ਚੁਣਾਂਗੇ ਅਤੇ ਉਸ ਤੋਂ ਬਾਅਦ ਔਨ-ਸੈਟ ਸੰਪਰਕ ਨਾਮ ਜਾਂ ਨੰਬਰ ਆਉਂਦਾ ਹੈ। ਇਸ ਲਈ ਜਦੋਂ ਤੁਸੀਂ ਕੋਈ ਬੇਨਤੀ ਜਮ੍ਹਾਂ ਕਰਦੇ ਹੋ ਤਾਂ ਤੁਸੀਂ ਲਾਈਨਾਂ ਦਾ ਪਤਾ ਲਗਾਉਣ ਵਾਲਿਆਂ ਲਈ ਮੁੱਢਲਾ ਸੰਪਰਕ ਹੋ। ਜੇ ਉਹਨਾਂ ਦੇ ਕੋਈ ਸਵਾਲ, ਚਿੰਤਾਵਾਂ ਜਾਂ ਟਿੱਪਣੀਆਂ ਹਨ ਤਾਂ ਉਹ ਤੁਹਾਡੇ ਦੁਆਰਾ ਨਿਰਧਾਰਤ ਕੀਤੇ ਖਾਤੇ ਦੇ ਵੇਰਵਿਆਂ ਨੂੰ ਦੇਖਣਗੇ। ਸੋ ਜੇ ਮੈਂ ਆਪਣੀ ਟਿਕਟ ਜਮ੍ਹਾਂ ਕਰਦੀ ਹਾਂ ਅਤੇ ਲਾਈਨਾਂ ਦਾ ਪਤਾ ਲਗਾਉਣ ਵਾਲਿਆਂ ਕੋਲ ਸਵਾਲ ਹਨ ਤਾਂ ਉਹ ਮੈਨੂੰ ਜਾਂ ਤਾਂ ਇਸ ਪਤੇ ਤੇ ਈਮੇਲ ਕਰਨਗੇ ਜਾਂ ਫਿਰ ਉਹ ਮੈਨੂੰ 8002423347 ਤੇ ਕਾਲ ਕਰਨਗੇ।
ਜੇ ਮੈਂ ਕਿਸੇ ਨੇ ਔਨ ਸਾਈਟ ਸੰਪਰਕ ਦੇ ਤੌਰ ਤੇ ਦਾਖਲ ਕਰਦੀ ਹਾਂ ਤਾਂ ਇਹ ਜ਼ਰੂਰੀ ਤੌਰ ਤੇ ਇਹ ਕਹਿਣਾ ਹੈ ਕਿ ਜੇ ਲੈਣਾ ਦਾ ਪਤਾ ਲਗਾਉਣ ਵਾਲਿਆਂ ਕੋਲ ਕੋਈ ਸਵਾਲ ਹੈ ਤਾਂ ਸਭ ਤੋਂ ਪਹਿਲਾਂ ਸੰਪਰਕ ਕੀਤੇ ਜਾਣ ਲਈ ਕੋਈ ਹੋਰ ਬਿਹਤਰ ਵਿਅਕਤੀ ਹੈ, ਜਾਂ ਸਾਈਟ ਤੇ ਕੋਈ ਵਿਅਕਤੀ ਉਪਲਬਧ ਹੈ ਜੋ ਲੈਣਾ ਦਾ ਪਤਾ ਲਗਾਉਣ ਵਾਲਿਆਂ ਨੂੰ ਇਹ ਦਿਖਾ ਸਕਦਾ ਹੈ ਕਿ ਕੰਮ ਕਿੱਥੇ ਚੱਲ ਰਿਹਾ ਹੈ। ਜੇ ਤੁਸੀਂ ਸੰਪਰਕ ਕੀਤੇ ਜਾਣ ਲਈ ਸਭ ਤੋਂ ਸਹੀ ਵਿਅਕਤੀ ਹੋ ਤਾਂ ਤੁਸੀਂ ਔਨ ਸਾਈਟ ਦਾ ਸੰਪਰਕ ਨਾਮ ਅਤੇ ਨੰਬਰ ਖਾਲੀ ਛੱਡਣਾ ਚਾਹੋਗੇ। ਪਰ ਜੇ ਕੋਈ ਅਜਿਹਾ ਵਿਅਕਤੀ ਹੈ ਜਿਸ ਨਾਲ ਲੈਣਾ ਦਾ ਪਤਾ ਲਾਉਣ ਵਾਲਿਆਂ ਨੂੰ ਤੁਹਾਡੇ ਤੋਂ ਪਹਿਲਾਂ ਸੰਪਰਕ ਕਰਨਾ ਚਾਹੀਦਾ ਹੈ ਤਾਂ ਉਸ ਨੂੰ ਇੱਥੇ ਦਾਖਲ ਕਰੋ। ਮੰਨ ਲਓ ਮੇਰੇ ਕੋਲ ਸਾਈਟ ਤੇ ਬੌਬ ਹੈ ਅਤੇ ਉਸ ਦਾ ਨੰਬਰ 55555555 ਹੈ। ਇਸ ਲਈ ਹੁਣ ਲੈਣਾ ਦਾ ਪਤਾ ਲਗਾਉਣ ਵਾਲੇ ਮੇਰੀ ਬਜਾਏ ਬੌਬ ਨਾਲ ਸੰਪਰਕ ਕਰਨਗੇ। ਜੇ ਉਹ ਉਸ ਨਾਲ ਸੰਪਰਕ ਨਹੀਂ ਕਰ ਸਕਦੇ ਤਾਂ ਉਹ ਉਸ ਦੀ ਬਜਾਏ ਮੇਰੇ ਨਾਲ ਸੰਪਰਕ ਕਰਨਗੇ। ਇਸ ਤੋਂ ਬਾਅਦ ਅਸੀਂ ਸਾਡੀ ਪ੍ਰਾਪਰਟੀ ਦੀਆਂ ਕਿਸਮਾਂ ਵਿੱਚ ਪਹੁੰਚ ਜਾਂਦੇ ਹਾਂ। ਇਸ ਲਈ ਇਹ ਦੋਵੇਂ ਡ੍ਰੌਪ ਡਾਊਨ ਮੈਨੂ ਹਨ ਅਤੇ ਇਹ ਦੋਵੇਂ ਇੱਕ ਤਰ੍ਹਾਂ ਨਾਲ ਇੱਕ ਦੂਜੇ ਤੋਂ ਸੁਤੰਤਰ ਹਨ। ਇਹ ਦੋਵੇਂ ਕਹਿੰਦੇ ਹਨ ਕਿ ਇਹ ਜ਼ਰੂਰੀ ਹਨ, ਪਰ ਜਦੋਂ ਤੱਕ ਤੁਸੀਂ ਇੱਕ ਨੂੰ ਚੁਣਿਆ ਹੈ ਤੁਸੀਂ ਦੂਜੇ ਨੂੰ ਕਿਰਪਾ ਕਰਕੇ ਚੁਣੋ ਤੇ ਛੱਡ ਸਕਦੇ ਹੋ। ਇਸ ਲਈ ਮੇਰੀ ਉਦਾਹਰਨ ਲਈ ਅਸੀਂ ਕੁਝ ਫਰਸ਼ ਬਣਾਉਣ ਦਾ ਕੰਮ ਕਰ ਰਹੇ ਹਾਂ ਅਤੇ ਮੈਂ ਜ਼ਿਕਰ ਕੀਤਾ ਸੀ ਕਿ ਇਹ ਟੈਂਸ ਕੋਟ ਲਈ ਹੈ ਅਤੇ ਇਹ ਨਿੱਜੀ ਪ੍ਰਾਪਰਟੀ ਤੇ ਹੈ। ਇਹ ਇੱਕ ਵਪਾਰਕ ਸਾਈਟ ਹੈ, ਇਸ ਲਈ ਅਸੀਂ ਨਿੱਜੀ ਪ੍ਰਾਪਰਟੀ ਦੀ ਚੋਣ ਕਰਦੇ ਹਾਂ। ਸਾਡੇ ਕੋਲ ਕੁਝ ਵੱਖਰੇ ਵਿਕਲਪ ਵੀ ਹੋਣਗੇ। ਸਾਡੇ ਕੋਲ ਵਪਾਰਕ, ਕੋਈ ਨਹੀਂ, ਰਿਹਾਇਸ਼ੀ ਅਤੇ ਖਾਲੀ ਸਥਾਨ ਹੈ। ਇਹ ਇੱਕ ਵਪਾਰਕ ਸਾਈਟ ਹੈ, ਇਸ ਲਈ ਮੈਂ ਇਹ ਚੁਣਾਂਗੀ ਅਤੇ ਹੁਣ ਮੇਰੇ ਕੋਲ ਜਨਤਕ ਪ੍ਰਾਪਰਟੀ ਲਈ ਦੋ ਵਿਕਲਪ ਹਨ। ਮੈਂ ਜਾਂ ਤਾਂ ਇਸ ਨੂੰ ਕਿਰਪਾ ਕਰਕੇ ਚੁਣੋ ਤੇ ਹੀ ਛੱਡ ਸਕਦੀ ਹਾਂ ਜਾਂ ਮੈਂ ਇਸ ਨੂੰ ਕੋਈ ਨਹੀਂ ਤੇ ਬਦਲ ਸਕਦੀ ਹਾਂ। ਜੇ ਮੈਂ ਇਸ ਨਾਲ ਜਨਤਕ ਪ੍ਰਾਪਰਟੀ ਤੇ ਵੀ ਕੰਮ ਕਰ ਰਹੀ ਹੁੰਦੀ ਤਾਂ ਮੈਂ ਹਮੇਸ਼ਾ ਇਸ ਨੂੰ ਉਸ ਜਨਤਕ ਪ੍ਰਾਪਰਟੀ ਤੇ ਸੈੱਟ ਕਰ ਸਕਦੀ ਹਾਂ ਜਿਸ ਤੇ ਮੈਂ ਕੰਮ ਕਰ ਰਹੀ ਹਾਂ। ਇਸ ਲਈ ਜੇ ਇਹ ਸੜਕ ਓਬਲਿਕ ਫੁੱਟਪਾਥ ਜਾਂ ਬੁਲੇਵਾਰਡ ਤੇ ਸੀ ਤਾਂ ਮੈਂ ਹਰੀਆਂ ਥਾਵਾਂ ਵਿੱਚੋਂ ਇੱਕ ਜਾਂ ਸੜਕ ਓਬਲਿਕ ਫੁੱਟਪਾਥ ਵਿਕਲਪਾਂ ਵਿੱਚੋਂ ਇੱਕ ਚੁਣ ਸਕਦੀ ਹਾਂ। ਜਿਵੇਂ ਮੈਂ ਕਿਹਾ ਹੈ ਕਿ ਇਹ ਸਿਰਫ ਨਿੱਜੀ ਪ੍ਰਾਪਰਟੀ ਤੇ ਹੈ, ਇਸ ਲਈ ਮੈਂ ਇਸ ਨੂੰ ਕੋਈ ਨਹੀਂ ਜਾਂ ਕਿਰਪਾ ਕਰਕੇ ਚੁਣੋ ਵਜੋਂ ਛੱਡ ਦੇਵਾਂਗੇ। ਹੁਣ ਜਨਤਕ ਪ੍ਰਾਪਰਟੀ ਲਈ ਸਪਸ਼ਟ ਹੈ ਕਿ ਹੋਰ ਕਿਸਮਾਂ ਦੀਆਂ ਜਨਤਕ ਪ੍ਰਾਪਰਟੀਆਂ ਮੌਜੂਦ ਹਨ ਜਿਨ੍ਹਾਂ ਨੂੰ ਸ਼ਾਇਦ ਇਸ ਡ੍ਰੌਪ ਡਾਊਨ ਮੈਨੂ ਵਿੱਚ ਸ਼ਾਮਲ ਨਾ ਕੀਤਾ ਗਿਆ ਹੋਵੇ। ਸਭ ਤੋਂ ਵੱਡਾ ਜੋ ਮਨ ਵਿੱਚ ਆਉਂਦਾ ਹੈ ਉਹ ਸ਼ਾਇਦ ਕਰਾਊਨ ਦੀ ਜ਼ਮੀਨ ਹੈ। ਜੇ ਤੁਸੀਂ ਜਨਤਕ ਪ੍ਰਾਪਰਟੀ ਤੇ ਕੰਮ ਕਰ ਰਹੇ ਹੋ ਅਤੇ ਜਨਤਕ ਪ੍ਰਾਪਰਟੀ ਦੀ ਸਹੀ ਕਿਸਮ ਸੂਚੀਬੱਧ ਨਹੀਂ ਹੈ ਤਾਂ ਉਹ ਚੁਣੋ ਜੋ ਸਭ ਤੋਂ ਵਧੀਆ ਤਰੀਕੇ ਨਾਲ ਲਾਗੂ ਹੁੰਦਾ ਹੈ। ਜੇ ਤੁਸੀਂ ਕਿਸੇ ਵੱਡੇ ਮੈਦਾਨ ਦੇ ਵਿਚਕਾਰ ਕੰਮ ਕਰ ਰਹੇ ਹੋ ਤਾਂ ਕਰਾਊਨ ਦੀ ਜ਼ਮੀਨ ਦੀ ਬਜਾਏ ਹਰਿਆਲੀ ਵਾਲੀ ਥਾਂ ਠੀਕ ਰਹੇਗਾ। ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਕਿ ਤੁਸੀਂ ਬਾਅਦ ਵਿੱਚ ਹਮੇਸ਼ਾ ਉਸ ਪ੍ਰਾਪਰਟੀ ਦੀ ਸਹੀ ਕਿਸਮ ਨਿਰਧਾਰਤ ਕਰ ਸਕਦੇ ਹੋ ਅਤੇ ਅਸੀਂ ਉਸ ਭਾਗ ਦੇ ਨੇੜੇ ਪਹੁੰਚ ਰਹੇ ਹਾਂ। ਪਰ ਹੁਣ ਲਈ ਜਿਵੇਂ ਕਿ ਮੈਂ ਕਿਹਾ ਹੈ ਅਸੀਂ ਇਸ ਨੂੰ ਖਾਲੀ ਛੱਡ ਦਿਆਂਗੇ। ਫਿਰ ਟਿਕਟ ਵੇਰਵੇ ਭਾਗ ਵਿੱਚ ਸਭ ਤੋਂ ਆਖਰੀ ਸਵਾਲ, ਕੀ ਖੇਤਰ ਪਹਿਲਾਂ ਤੋਂ ਨਿਸ਼ਾਨਬੱਧ ਹੈ? ਇਸ ਲਈ ਜੇ ਤੁਸੀਂ ਸਾਈਟ ਤੇ ਬਾਹਰ ਗਏ ਹੋ ਅਤੇ ਤੁਸੀਂ ਚਿੱਟੇ ਪੇਂਟ, ਖੰਭਿਆਂ ਜਾਂ ਝੰਡਿਆਂ ਨਾਲ ਨਿਸ਼ਾਨ ਲਗਾ ਲਿਆ ਹੈ ਕਿ ਤੁਹਾਡਾ ਕੰਮ ਕਿੱਥੇ ਚੱਲ ਰਿਹਾ ਹੈ। ਇਸ ਨਾਲ ਲਾਈਨਾਂ ਦਾ ਪਤਾ ਲਗਾਉਣ ਵਾਲਿਆਂ ਨੂੰ ਬਹੁਤ ਕੁਝ ਪਤਾ ਚੱਲ ਜਾਂਦਾ ਹੈ ਕਿ ਕੰਮ ਕਿੱਥੇ ਕੀਤਾ ਜਾਵੇਗਾ। ਇਸ ਲਈ ਇਸ ਨਾਲ ਉਹਨਾਂ ਦਾ ਕੰਮ ਸੌਖਾ ਹੋ ਜਾਂਦਾ ਹੈ ਕਿਉਂਕਿ ਉਹ ਸਹੀ ਖੇਤਰ ਨੂੰ ਜਾਣਦੇ ਹਨ ਜਿਸ ਤੇ ਨਿਸ਼ਾਨ ਲਗਾਉਣ ਦੀ ਲੋੜ ਹੈ। ਹਾਲਾਂਕਿ ਇਹ ਲੋੜੀਂਦਾ ਨਹੀਂ ਹੈ। ਜੇ ਤੁਸੀਂ ਸਾਈਟ ਨੂੰ ਪਹਿਲਾਂ ਤੋਂ ਨਿਸ਼ਾਨਬੱਧ ਨਹੀਂ ਕੀਤਾ ਤਾਂ ਕੋਈ ਗੱਲ ਨਹੀਂ, ਤੁਸੀਂ ਨੋ ਦੀ ਚੋਣ ਕਰ ਸਕਦੇ ਹੋ। ਕਈ ਮਾਮਲਿਆਂ ਵਿੱਚ ਲਾਈਨਾਂ ਦਾ ਪਤਾ ਲਗਾਉਣ ਵਾਲੇ ਤੁਹਾਨੂੰ ਉਹਨਾਂ ਦੇ ਆਉਣ ਤੋਂ ਪਹਿਲਾਂ ਆਪਣੀ ਸਾਈਟ ਤੇ ਨਿਸ਼ਾਨ ਲਗਾਉਣ ਲਈ ਕਹਿ ਸਕਦੇ ਹਨ, ਪਰ ਇਹ ਹਰੇਕ ਮਾਮਲੇ ਲਈ ਵੱਖਰਾ ਹੋਵੇਗਾ। ਹੁਣ ਜਦੋਂ ਅਸੀਂ ਆਪਣੀ ਟਿਕਟ ਵੇਰਵੇ ਪੇਜ ਵਿੱਚ ਆਪਣੀ ਸਾਰੀ ਜਾਣਕਾਰੀ ਦਾਖਲ ਕਰ ਚੁੱਕੇ ਹਾਂ, ਅਸੀਂ ਅੱਗੇ ਬਟਨ ਤੇ ਕਲਿੱਕ ਕਰ ਸਕਦੇ ਹਾਂ ਅਤੇ ਇਹ ਸਾਨੂੰ ਪੜਾ 1 ਤੇ ਲੈ ਆਉਂਦਾ ਹੈ, ਆਪਣੀ ਪਟਾਈ ਵਾਲੀ ਥਾਂ ਨੂੰ ਖੋਜੋ। ਇਸ ਲਈ ਆਓ ਦੇਖੀਏ ਕਿ ਕਿਹੜੀਆਂ ਵੱਖ-ਵੱਖ ਕਿਸਮਾਂ ਦੀਆਂ ਖੋਜਾਂ ਉਪਲਬਧ ਹਨ। ਪਹਿਲੀ ਕਿਸਮ ਦੀ ਖੋਜ ਸਟਰੀਟ ਜਾਂ ਪਤਾ ਹੈ, ਅਗਲੀ ਹੈ ਚੌਰਾਹਾ ਅਤੇ ਫਿਰ LLD ਗ੍ਰਿਡ ਅਤੇ XY ਹਨ। ਅਸੀਂ ਉਹਨਾਂ ਵਿੱਚੋਂ ਹਰੇਕ ਤੇ ਜਾਵਾਂਗੇ, ਪਰ ਅਸੀਂ ਪਹਿਲਾਂ ਇਸ ਸੜਕ ਦੀ ਖੋਜ ਨਾਲ ਸ਼ੁਰੂਆਤ ਕਰਾਂਗੇ। ਤਾਂ ਫਿਰ ਕਿਸੇ ਸੜਕ ਨੂੰ ਖੋਜਣ ਲਈ ਮੈਨੂੰ ਸਿਰਫ ਉਹ ਪਤਾ ਦੇਣਾ ਹੈ ਜਿਸ ਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਅਤੇ ਉਹ ਸ਼ਹਿਰ ਜਿਸ ਵਿੱਚ ਇਹ ਹੈ। ਤੁਹਾਨੂੰ ਡਾਕ ਕੋਡ ਦੇਣ ਦੀ ਲੋੜ ਨਹੀਂ ਹੈ, ਪਰ ਤੁਸੀਂ ਦੇ ਸਕਦੇ ਹੋ ਅਤੇ ਜਦੋਂ ਅਸੀਂ ਸਰਚ ਤੇ ਕਲਿੱਕ ਕਰਦੇ ਹਾਂ ਤਾਂ ਇਹ ਇਸ ਤਰ੍ਹਾਂ ਹੋਏਗਾ ਕਿ ਨਕਸ਼ਾ ਉਸ ਜਗ੍ਹਾ ਨੂੰ ਲੱਭਣ ਦੀ ਕੋਸ਼ਿਸ਼ ਕਰੇਗਾ ਅਤੇ ਇਹ ਸਹੀ ਹੈ ਅਤੇ ਮੈਂ ਅਸਲ ਵਿੱਚ ਉਹ ਟੈਂਸ ਕੋਟ ਦੇਖ ਸਕਦੀ ਹਾਂ ਜਿਸ ਬਾਰੇ ਮੈਂ ਦੱਸਿਆ ਸੀ ਕਿ ਅਸੀਂ ਇਹਦਾ ਫਰਸ਼ ਦੁਬਾਰਾ ਬਣਾ ਰਹੇ ਹਾਂ। ਅਤੇ ਅਗਲਾ ਹੈ ਡਰਾ ਯੋਰ ਡਿਗ ਸਾਈਟ ਅਤੇ ਆਓ ਇਸ ਬਾਰੇ ਜਲਦੀ ਨਾਲ ਗੱਲ ਕਰੀਏ। ਜੇ ਅਸੀਂ ਇੱਥੇ ਹੇਠਾਂ ਵੇਖੀਏ, ਇਹ ਅਸਲ ਵਿੱਚ ਸਾਨੂੰ ਆਕਾਰ ਦੀਆਂ ਸੀਮਾਵਾਂ ਦੇਵੇਗਾ ਜਿਨ੍ਹਾਂ ਤੇ ਅਸੀਂ ਵਰਤਮਾਨ ਵਿੱਚ ਕੰਮ ਕਰ ਰਹੇ ਹਾਂ ਅਤੇ ਇਹ ਤੁਹਾਨੂੰ ਦੱਸ ਦੇਵੇਗਾ ਕਿ ਜਿਸ ਕਿਸਮ ਦੀ ਟਿਕਟ ਤੁਸੀਂ ਚੁਣੀ ਹੈ ਉਸ ਦੇ ਲਈ ਸ਼ਹਿਰੀ ਕਾਰ ਦੀ ਸੀਮਾ ਕੀ ਹੈ ਅਤੇ ਪੇਂਡੂ ਕਾਰ ਸੀਮਾ ਕੀ ਹੈ। ਇਸ ਲਈ ਕਿਉਂਕਿ ਅਸੀਂ ਇੱਕ ਰੂਟੀਨ ਜਾਂ ਨਿਯਮਿਤ ਟਿਕਟ ਚੁਣੀ ਹੈ, ਉਹ ਦੋਵੇਂ ਦਰਸਾਉਂਦੇ ਹਨ ਕਿ ਵੱਧ ਤੋਂ ਵੱਧ ਕਾਰ ਸੀਮਾ 1000 ਵਰਗ ਮੀਟਰ ਹੈ ਅਤੇ ਇਸ ਤੋਂ ਮੈਨੂੰ ਇਹ ਵੀ ਪਤਾ ਚੱਲਦਾ ਹੈ ਕਿ ਮੇਰੀ ਨਕਸ਼ਾ ਖੋਜ ਇੱਕ ਸ਼ਹਿਰੀ ਖੇਤਰ ਵਿੱਚ ਸੀ, ਜਿਸ ਕਰਕੇ ਅਸੀਂ ਇਸ ਵਿਸ਼ੇਸ਼ ਆਕਾਰ ਦੀ ਸੀਮਾ ਨਾਲ ਨਜਿੱਠ ਰਹੇ ਹਾਂ। ਹੁਣ ਆਓ ਅਸਲ ਵਿੱਚ ਤੁਹਾਡੀ ਪਟਾਈ ਵਾਲੀ ਸਾਈਟ ਨੂੰ ਵਾਹੁਣ ਅਤੇ ਨਕਸ਼ਾ ਬਣਾਉਣ ਲਈ ਉਪਲਬਧ ਵੱਖ-ਵੱਖ ਟੂਲਾਂ ਬਾਰੇ ਗੱਲ ਕਰੀਏ। ਤਾਂ ਫਿਰ ਸਭ ਤੋਂ ਪਹਿਲਾਂ ਸਾਡੇ ਕੋਲ ਨਕਸ਼ਾ ਬਣਾਉਣ ਦਾ ਜੋ ਟੂਲ ਹੈ ਉਹ ਪੈਨ ਟੂਲ ਹੈ ਅਤੇ ਇਸ ਨੂੰ ਡਿਫਾਲਟ ਤੌਰ ਤੇ ਚੁਣਿਆ ਜਾਵੇਗਾ। ਇਸ ਟੂਲ ਨੂੰ ਚੁਣ ਕੇ ਜੇ ਤੁਸੀਂ ਨਕਸ਼ੇ ਤੇ ਕਲਿੱਕ ਕਰਦੇ ਹੋ ਤਾਂ ਤੁਸੀਂ ਇਸ ਨੂੰ ਖਿੱਚ ਕੇ ਕਿਤੇ ਵੀ ਲਿਜਾ ਸਕਦੇ ਹੋ। ਇਸ ਲਈ ਜੇ ਖੋਜ ਤੁਹਾਨੂੰ ਸਹੀ ਪਤੇ ਤੇ ਨਹੀਂ ਲਿਆਂਦੀ ਹੈ ਤਾਂ ਤੁਸੀਂ ਹਮੇਸ਼ਾ ਨਕਸ਼ੇ ਨੂੰ ਸੜਕ ਦੇ ਨਾਲ-ਨਾਲ ਉਸ ਪਤੇ ਤੱਕ ਖਿੱਚ ਸਕਦੇ ਹੋ ਜਿਸ ਤੇ ਤੁਸੀਂ ਕੰਮ ਕਰ ਰਹੇ ਹੋ। ਅੱਗੇ ਸਾਡੇ ਕੋਲ ਜ਼ੂਮ ਇਨ ਅਤੇ ਜ਼ੂਮ ਆਊਟ ਟੂਲ ਹਨ। ਤਾਂ ਜਮ੍ਹਾਂ ਕਰਨ ਵਾਲਾ ਬਟਨ ਜ਼ੂਮ ਇਨ ਕਰਨ ਅਤੇ ਘਟਾਓ ਵਾਲਾ ਬਟਨ ਜ਼ੂਮ ਆਊਟ ਕਰਨ ਵਾਸਤੇ ਹੈ। ਤੁਸੀਂ ਕਿਸੇ ਇਕਹਿਰੇ ਪੱਧਰ ਤੇ ਜ਼ੂਮ ਆਊਟ ਕਰਨ ਲਈ ਬਟਨਾਂ ਤੇ ਹੀ ਕਲਿੱਕ ਕਰ ਸਕਦੇ ਹੋ। ਕਿਸੇ ਵਿਸ਼ੇਸ਼ ਜ਼ੂਮ ਪੱਧਰ ਜਾਣ ਲਈ ਇਹਨਾਂ ਪੱਟੀਆਂ ਤੇ ਕਲਿੱਕ ਕਰ ਸਕਦੇ ਹੋ। ਇਸ ਲਈ ਜੇ ਤੁਸੀਂ ਤੁਰੰਤ ਜ਼ੂਮ ਇਨ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਸਿਰਫ ਸਿਖਰਲੇ ਪੱਟੀ ਤੇ ਕਲਿੱਕ ਕਰਨ ਦੀ ਲੋੜ ਹੈ। ਤੁਸੀਂ ਪੂਰਾ ਜ਼ੂਮ ਆਊਟ ਕਰਨਾ ਚਾਹੁੰਦੇ ਹੋ, ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇਸ ਤਰ੍ਹਾਂ ਆਪਣਾ ਨਕਸ਼ਾ ਬਣਾ ਸਕੋਗੇ। ਤੁਸੀਂ ਬਟਨ ਪੱਟੀ ਨੂੰ ਦਬਾ ਕੇ ਕਰ ਸਕਦੇ ਹੋ। ਤੁਸੀਂ ਸਿਰਫ ਢੁਕਵਾਂ ਜ਼ੂਮ ਲੈਵਲ ਲੱਭਣਾ ਹੈ ਜਿਸ ਵਿੱਚ ਤੁਸੀਂ ਨਕਸ਼ੇ ਨੂੰ ਹਿਲਾਏ ਬਿਨਾਂ ਆਪਣਾ ਪੂਰਾ ਕਾਰਜ ਖੇਤਰ ਸ਼ਾਮਲ ਕਰ ਸਕੋ।
ਸੋ ਜਿਵੇਂ ਮੈਂ ਦੱਸਿਆ ਹੈ, ਅਸੀਂ ਸਿਰਫ ਉਸ ਟੈਂਸ ਕੋਡ ਤੇ ਕੰਮ ਕਰ ਰਹੇ ਹਾਂ, ਇਸ ਲਈ ਅਸੀਂ ਪੂਰਾ ਜ਼ੂਮ ਇਨ ਕਰ ਸਕਦੇ ਹਾਂ ਅਤੇ ਇਸ ਸਮੱਸਿਆ ਨੂੰ ਪੂਰਾ ਕਰ ਸਕਦੇ ਹਾਂ। ਅੱਗੇ ਸਾਡੇ ਕੋਲ ਸਾਡਾ ਪੋਲੀਗਨ ਟੂਲ ਹੈ, ਤਾਂ ਫਿਰ ਤੁਸੀਂ ਅਸਲ ਵਿੱਚ ਇਸ ਤਰ੍ਹਾਂ ਆਪਣਾ ਕਾਰਜ ਖੇਤਰ ਦਾ ਸਕੈਚ ਪੂਰਾ ਕਰ ਸਕਦੇ ਹੋ। ਤੁਸੀਂ ਬਸ ਇਹ ਕਰਨਾ ਹੈ ਕਿ ਇਸ ਟੂਲ ਤੇ ਲੈਫਟ ਕਲਿੱਕ ਕਰੋ ਅਤੇ ਇਸ ਨੂੰ ਚੁਣ ਲਿਆ ਜਾਵੇਗਾ ਅਤੇ ਤੁਸੀਂ ਦੇਖੋਗੇ ਕਿ ਇੱਕ ਲਾਲ ਬਿੰਦੂ ਮਾਊਸ ਦੇ ਪਿੱਛੇ ਪਿੱਛੇ ਆ ਰਿਹਾ ਹੈ। ਜਦੋਂ ਮੈਂ ਨਕਸ਼ੇ ਤੇ ਕਿਤੇ ਵੀ ਲੈਫਟ ਕਲਿੱਕ ਕਰਦੀ ਹਾਂ ਤਾਂ ਮੈਂ ਉਸ ਬਿੰਦੂ ਨੂੰ ਨਕਸ਼ੇ ਤੇ ਛੱਡ ਦੇਵਾਂਗੀ। ਤੁਸੀਂ ਦੇਖੋਗੇ ਕਿ ਹੁਣ ਇੱਕ ਲਾਈਨ ਮੇਰੇ ਮਾਊਸ ਦੇ ਪਿੱਛੇ ਪਿੱਛੇ ਆ ਰਹੀ ਹੈ। ਠੀਕ ਹੈ, ਜਿਵੇਂ ਆਪਣੇ ਅਗਲੇ ਬਿੰਦੂ ਤੇ ਕਲਿੱਕ ਕਰਦੀ ਹਾਂ ਤਾਂ ਹੁਣ ਇੱਕ ਬਹੁਭੁਜ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ ਅਤੇ ਅਸੀਂ ਆਕਾਰ ਦੇਖ ਸਕਦੇ ਹਾਂ। ਸੋ ਇਹ ਆਕਾਰ ਜੋ ਤੁਸੀਂ ਬਣਾਇਆ ਹੈ ਉਹ ਆਕਾਰ ਹੈ ਜੋ ਤੁਸੀਂ ਚਾਹੁੰਦੇ ਹੋ। ਮਾਫ ਕਰਨਾ, ਜ਼ਰੂਰੀ ਤੌਰ ਤੇ ਤੁਹਾਡਾ ਕਾਰਜ ਖੇਤਰ ਹੈ। ਉਹਨਾਂ ਖੇਤਰਾਂ ਨੂੰ ਦਰਸਾਉਣ ਲਈ ਜਿੱਥੇ ਤੁਸੀਂ ਪੁਟਾਈ ਕਰੋਗੇ, ਤੁਸੀਂ ਇਹ ਖੇਤਰ ਚਾਹੁੰਦੇ ਹੋ ਜਿਸ ਨੂੰ ਲਾਲ ਰੰਗ ਵਿੱਚ ਹਾਈਲਾਈਟ ਕੀਤਾ ਗਿਆ ਹੈ। ਸੋ ਜੇ ਅਸੀਂ ਸਿਰਫ ਟੈਂਸ ਕੋਡ ਦਾ ਫਰਸ਼ ਪਾ ਰਹੇ ਹਾਂ ਤਾਂ ਅਸੀਂ ਵਾਰਡ ਦੇ ਵਿਚਕਾਰ ਇਸ ਤਰ੍ਹਾਂ ਦੇ ਖੇਤਰਾਂ ਤੇ ਅਤੇ ਖੇਡਣ ਵਾਲੇ ਮੈਦਾਨ ਤੇ ਕੰਮ ਨਹੀਂ ਕਰ ਰਹੇ ਹਾਂ। ਨਕਸ਼ਾ ਇਸ ਤਰ੍ਹਾਂ ਦਾ ਦਿਖਾਈ ਦੇ ਸਕਦਾ ਹੈ ਜਿੱਥੇ ਸਾਡੇ ਕੋਲ ਬਸ ਉਹ ਖੇਤਰ ਹੈ ਜਿੱਥੇ ਅਸੀਂ ਆਪਣਾ ਕੰਮ ਕਰ ਰਹੇ ਹਾਂ। ਜੇ ਅਸੀਂ ਵਾਰਡ ਅਤੇ ਹਰ ਚੀਜ਼ ਸਮੇਤ ਇਸ ਸਾਰੇ ਮੈਦਾਨ ਵਾਲੇ ਖੇਤਰ ਵਿੱਚ ਕੰਮ ਕਰ ਰਹੇ ਹਾਂ ਤਾਂ ਇਹ ਨਕਸ਼ਾ ਨਾਕਾਫੀ ਹੋਏਗਾ, ਕਿਉਂਕਿ ਇਸ ਵਿੱਚ ਪੂਰਾ ਕਾਰਜ ਖੇਤਰ ਸ਼ਾਮਲ ਨਹੀਂ ਹੋਵੇਗਾ। ਅਤੇ ਜੇ ਇੱਥੇ ਕੋਈ ਅਜਿਹਾ ਸਹੂਲਤ ਦਾ ਮਾਲਕ ਹੈ ਜਿਸ ਦੀ ਲਾਈਨ ਇਸ ਮੈਦਾਨ ਵਿੱਚੋਂ ਇੱਥੋਂ ਟੇਢੀ ਲੰਘਦੀ ਹੈ ਅਤੇ ਸਟੈਨਲੋ ਰੋਡ ਤੱਕ ਜਾਂਦੀ ਹੈ ਅਤੇ ਸਾਡਾ ਨਕਸ਼ਾ ਉਹਨਾਂ ਦੀ ਲਾਈਨ ਨੂੰ ਪਾਰ ਨਹੀਂ ਕਰਦਾ ਹੈ, ਤਾਂ ਉਹਨਾਂ ਨੂੰ ਸੂਚਿਤ ਨਹੀਂ ਕੀਤਾ ਜਾਵੇਗਾ। ਹੁਣ ਸ਼ਾਇਦ ਇਹ ਮੇਰੀ ਗਲਤੀ ਹੋ ਸਕਦੀ ਹੈ ਕਿ ਮੈਂ ਉਹਨਾਂ ਦੀ ਬੇਨਤੀ ਵਿੱਚ ਆਪਣਾ ਪੂਰਾ ਕਾਰਜ ਖੇਤਰ ਸ਼ਾਮਲ ਨਹੀਂ ਕੀਤਾ ਹੈ। ਇਸ ਲਈ ਤੁਸੀਂ ਹਮੇਸ਼ਾ ਇਹ ਪੱਕਾ ਕਰਨਾ ਚਾਹੁੰਦੇ ਹੋ ਕਿ ਸਾਰੇ ਖੇਤਰ ਨੂੰ ਹਾਈਲਾਈਟ ਕੀਤਾ ਗਿਆ ਹੈ। ਅਤੇ ਇਸ ਬਹੁਭੁਜ ਟੂਲ ਦੇ ਸੰਬੰਧੀ ਇੱਕ ਮਦਦਗਾਰੀ ਸੁਝਾਅ ਹੈ ਜੋ ਤੁਸੀਂ ਹਮੇਸ਼ਾ ਕਰਨਾ ਚਾਹੁੰਦੇ ਹੋ, ਉਸੇ ਰਾਹ ਤੇ ਚੱਲਦੇ ਰਹੋ। ਤੁਸੀਂ ਆਪਣੀ ਪੁਟਾਈ ਵਾਲੀ ਸਾਈਡ ਤੇ ਅੱਗੇ ਪਿੱਛੇ ਨਹੀਂ ਜਾਣਾ ਚਾਹੁੰਦੇ ਹੋ ਅਤੇ ਮੈਂ ਤੁਹਾਨੂੰ ਦਿਖਾਵਾਂਗੀ ਕਿ ਜਦੋਂ ਤੁਸੀਂ ਅਜਿਹਾ ਕਰਦੇ ਹੋ ਤਾਂ ਕੀ ਹੁੰਦਾ ਹੈ। ਇਸ ਲਈ ਜੇ ਅਸੀਂ ਘੜੀ ਦੀ ਦਿਸ਼ਾ ਵਿੱਚ ਜਾਂਦੇ ਹਾਂ, ਇੱਕ ਅਰਥ ਵਿੱਚ ਅਸੀਂ ਆਪਣੇ ਪੁਟਾਈ ਵਾਲੇ ਖੇਤਰ ਲਈ ਇੱਕ ਗੋਲ ਚੱਕਰ ਵਿੱਚ ਘੁੰਮ ਰਹੇ ਹਾਂ। ਉਸੇ ਤਰ੍ਹਾਂ ਅਸੀਂ ਡਬਲ ਕਲਿੱਕ ਕਰਦੇ ਹਾਂ, ਸਾਡੇ ਲਈ ਕੋਈ ਸਮੱਸਿਆ ਨਹੀਂ ਹੈ। ਇਹ ਬਿਲਕੁਲ ਸਹੀ ਹੈ, ਨਕਸ਼ਾ ਉੱਥੇ ਹੀ ਰਹਿੰਦਾ ਹੈ, ਅਸੀਂ ਅੱਗੇ ਵਧ ਸਕਦੇ ਹਾਂ। ਇਹ ਸਾਡੇ ਪੂਰੇ ਕਾਰਜ ਖੇਤਰ ਵਿੱਚ ਸ਼ਾਮਲ ਹੈ। ਜੇ ਅਸੀਂ ਘੜੀ ਦੀ ਦਿਸ਼ਾ ਵਿੱਚ ਨਹੀਂ ਜਾਂਦੇ ਹਾਂ, ਜੇ ਅਸੀਂ ਆਪਣੇ ਬਿੰਦੂਆਂ ਦੇ ਵਿਚਕਾਰ ਛਾਲਾਂ ਮਾਰਦੇ ਰਹਿੰਦੇ ਹਾਂ ਤਾਂ ਸਾਨੂੰ ਇਹ ਇੱਕ ਦੂਜੇ ਨੂੰ ਕੱਟਦੀਆਂ ਹੋਈਆਂ ਲਾਈਨਾਂ ਮਿਲਣਗੀਆਂ। ਅਤੇ ਜੇ ਤੁਹਾਡੇ ਖੇਤਰ ਵਿੱਚ ਇਸ ਤਰ੍ਹਾਂ ਦੀਆਂ ਲਾਈਨਾਂ ਜਾ ਰਹੀਆਂ ਹੋਣ ਤਾਂ ਕੀ ਹੁੰਦਾ ਹੈ ਕਿ ਤੁਹਾਡਾ ਨਕਸ਼ਾ ਗਾਇਬ ਹੋ ਜਾਵੇਗਾ ਅਤੇ ਤੁਹਾਨੂੰ ਦੱਸੇਗਾ ਕਿ ਬਹੁਭੁਜ ਦੇ ਪਾਸੇ ਇੱਕ ਦੂਜੇ ਨੂੰ ਕੱਟ ਨਹੀਂ ਸਕਦੇ। ਇਸ ਲਈ ਸਾਨੂੰ ਇਹ ਪੱਕਾ ਕਰਨ ਦੀ ਲੋੜ ਹੋਵੇਗੀ ਕਿ ਅਸੀਂ ਕਾਰਜ ਖੇਤਰ ਦੀ ਰੂਪਰੇਖਾ ਦੇ ਨਾਲ ਨਾਲ ਕੋਈ ਛਲਾਂਗ ਲਗਾਏ ਬਿਨਾਂ ਘੜੀ ਦੀ ਦਿਸ਼ਾ ਵਿੱਚ ਜਾਂ ਘੜੀ ਤੋਂ ਉਲਟ ਦਿਸ਼ਾ ਵਿੱਚ ਅੱਗੇ ਵਧਦੇ ਜਾਈਏ। ਆਓ ਇਸ ਨੂੰ ਇੱਕ ਹੋਰ ਮਿਸਾਲ ਨਾਲ ਦੇਖੀਏ। ਮੰਨ ਲਓ ਕਿ ਅਸੀਂ ਇਸ ਸਾਰੇ ਚੁਰਾਹੇ ਤੇ ਕੰਮ ਕਰ ਰਹੇ ਹਾਂ ਜਿੱਥੇ 4 ਤੋਂ ਵੱਧ ਬਿੰਦੂ ਹਨ। ਇਸ ਲਈ ਜੇ ਅਸੀਂ ਚਾਰੇ ਪਾਸੇ ਜਾਂਦੇ ਹਾਂ ਸਾਨੂੰ ਕੋਈ ਸਮੱਸਿਆ ਨਹੀਂ ਆਉਂਦੀ ਹੈ, ਸਾਡੇ ਨਕਸ਼ੇ ਦਾ ਅੰਤਮ ਰੂਪ ਤਿਆਰ ਹੋ ਜਾਂਦਾ ਹੈ। ਪਰ ਜੇ ਅਸੀਂ ਬਸ ਬਿੰਦੂਆਂ ਵਿਚਕਾਰ ਛਾਲਾਂ ਮਾਰਦੇ ਹਾਂ ਸਾਡਾ ਨਕਸ਼ਾ ਇੱਕ ਗੜਬੜ ਬਣ ਜਾਂਦਾ ਹੈ ਅਤੇ ਜਦੋਂ ਅਸੀਂ ਇਸ ਨੂੰ ਅੰਤਮ ਰੂਪ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਗਾਇਬ ਹੋ ਜਾਂਦਾ ਹੈ। ਇਸ ਲਈ ਤੁਸੀਂ ਕਦੇ ਨਹੀਂ ਚਾਹੋਗੇ ਕਿ ਤੁਹਾਡੀਆਂ ਲਾਈਨਾਂ ਇਸ ਤਰ੍ਹਾਂ ਕੱਟਣ, ਨਹੀਂ ਤਾਂ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਅੱਗੇ ਸਾਡਾ ਸੰਪਾਦਨ ਟੂਲ ਹੈ। ਆਓ ਇੱਕ ਬਹੁਭੁਜ ਬਣਾਈਏ ਜੋ ਕਿ ਥੋੜ੍ਹਾ ਜ਼ਿਆਦਾ ਛੋਟਾ ਹੈ। ਮੰਨ ਲਓ ਕਿ ਅਸੀਂ ਅਸਲ ਵਿੱਚ ਪੂਰੇ ਟੈਂਸ ਕੋਡ ਤੇ ਕੰਮ ਕਰ ਰਹੇ ਹਾਂ ਵਾਰਡਾਂ ਤੱਕ, ਅਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬਹੁਭੁਜ ਨੂੰ ਦੁਬਾਰਾ ਸ਼ੁਰੂ ਤੋਂ ਵਾਹਿਆ ਜਾਵੇ। ਅਸੀਂ ਸੰਪਾਦਨ ਟੂਲ ਨੂੰ ਚੁਣ ਕੇ ਆਪਣੇ ਬਹੁਭੁਜ ਤੇ ਕਲਿੱਕ ਕਰਦੇ ਹਾਂ, ਇਹ ਨੀਲੇ ਰੰਗ ਵਿੱਚ ਬਦਲ ਜਾਵੇਗਾ ਅਤੇ ਹੁਣ ਅਸੀਂ ਅਸਲ ਵਿੱਚ ਇਸ ਵਿੱਚ ਤਬਦੀਲੀਆਂ ਕਰ ਸਕਦੇ ਹਾਂ। ਜਿੰਨਾ 4 ਕੋਨਿਆਂ ਤੇ ਮੈਂ ਕਲਿੱਕ ਕੀਤਾ ਸੀ ਉੱਥੇ ਲਾਲ ਬਿੰਦੂ ਹੈ ਅਤੇ ਤੁਸੀਂ ਉਹਨਾਂ ਬਿੰਦੂਆਂ ਨੂੰ ਲੈ ਸਕਦੇ ਹੋ ਅਤੇ ਉਹਨਾਂ ਨੂੰ ਕਲਿੱਕ ਕਰਕੇ ਖਿੱਚ ਕੇ ਉੱਥੇ ਲਿਜਾ ਸਕਦੇ ਹੋ ਜਿੱਥੇ ਤੁਸੀਂ ਉਹਨਾਂ ਨੂੰ ਲਿਜਾਉਣਾ ਚਾਹੁੰਦੇ ਹੋ। ਫਿਰ ਜੇ ਤੁਸੀਂ ਨਕਸ਼ੇ ਤੇ ਲੈਫਟ ਕਲਿੱਕ ਕਰਦੇ ਹੋ ਤਾਂ ਤੁਸੀਂ ਆਪਣੇ ਬਹੁਭੁਜ ਤੋਂ ਚੋਣ ਹਟਾ ਦਿਓਗੇ ਅਤੇ ਜੇ ਇਹ ਹਾਲੇ ਵੀ ਤੁਹਾਡੀ ਆਕਾਰ ਸੀਮਾ ਦੇ ਅੰਦਰ ਹੈ ਤਾਂ ਇਹ ਆਪਣੇ ਆਪ ਹੀ ਰੱਖਿਅਤ ਹੋ ਜਾਵੇਗਾ। ਹੋ ਸਕਦਾ ਹੈ ਤੁਸੀਂ ਇਸ ਨੂੰ ਦੇਖਿਆ ਨਾ ਹੋਵੇ, ਪਰ ਜਦੋਂ ਅਸੀਂ ਇਸ ਨੂੰ ਚੁਣਿਆ ਸੀ ਤਾਂ ਹਰੇਕ ਗੂੜ੍ਹੇ ਲਾਲ ਬਿੰਦੂਆਂ ਦੇ ਵਿਚਕਾਰ ਥੋੜ੍ਹੇ ਜਿਹੇ ਫਿੱਕੇ ਲਾਲ ਬਿੰਦੂ ਵੀ ਸਨ। ਇਹ ਉਹ ਕੋਨੇ ਹਨ ਜਿੱਥੇ ਤੁਸੀਂ ਨਕਸ਼ੇ ਤੇ ਵਾਧੂ ਬਿੰਦੂ ਜੋੜ ਸਕਦੇ ਹੋ। ਆਓ ਮੰਨ ਲਈਏ ਕਿ ਅਸੀਂ ਅਸਲ ਵਿੱਚ ਟੈਂਸ ਕੋਡ ਤੇ ਕੰਮ ਨਹੀਂ ਕਰ ਰਹੇ ਸੀ, ਅਸੀਂ ਸਿਰਫ ਦੱਖਣੀ ਹੱਦ, ਉੱਤਰੀ ਹੱਦ ਅਤੇ ਪੱਛਮੀ ਹੱਦ ਦੇ ਨਾਲ ਕੰਮ ਕਰ ਰਹੇ ਸੀ, ਪਰ ਸਾਨੂੰ ਟੈਂਸ ਕੋਡ ਦੀ ਲੋੜ ਨਹੀਂ ਹੈ, ਸਾਨੂੰ ਇਸ ਪੂਰਬੀ ਹੱਦ ਦੀ ਲੋੜ ਨਹੀਂ ਹੈ। ਅਸੀਂ ਆਪਣੇ ਨਕਸ਼ੇ ਨੂੰ ਦੁਬਾਰਾ ਬਣਾਉਣ ਲਈ ਬਸ ਅਸਲ ਵਿੱਚ ਇੱਥੋਂ ਬਿੰਦੂ ਸ਼ਾਮਲ ਕਰ ਸਕਦੇ ਹਾਂ ਅਤੇ ਸਾਡੀਆਂ ਲੋੜਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਲਈ ਆਪਣੇ ਬਹੁਭੁਜ ਨੂੰ ਬਦਲ ਸਕਦੇ ਹਾਂ। ਅੱਗੇ ਮਾਪਣ ਵਾਲਾ ਟੂਲ ਹੈ। ਇਸ ਲਈ ਜੇ ਤੁਹਾਨੂੰ ਇਹ ਨਿਰਧਾਰਤ ਕਰਨਾ ਪਵੇ ਕਿ ਤੁਹਾਡਾ ਕਾਰਜ ਖੇਤਰ ਇੱਕ ਨਿਸ਼ਚਿਤ ਥਾਂ ਤੋਂ ਕਿੰਨਾ ਦੂਰ ਹੈ ਤਾਂ ਇਹ ਟੂਲ ਬਹੁਤ ਕੰਮ ਦਾ ਹੈ। ਇੱਕ ਚੀਜ਼ ਜੋ ਮੈਂ ਸੋਚਦੀ ਹਾਂ ਸ਼ਾਇਦ ਸਭ ਤੋਂ ਆਮ ਹੈ, ਜਿਸ ਨੂੰ ਕਿਸੇ ਚੁਰਾਹੇ ਤੋਂ ਸੰਕੇਤਾਂ ਜਾਂ ਖੰਭਿਆਂ ਨੂੰ ਸਥਾਪਿਤ ਕਰਨ ਲਈ ਵਰਤਿਆ ਜਾਂਦਾ ਹੈ। ਆਮ ਤੌਰ ਤੇ ਤੁਸੀਂ ਜਾਣ ਸਕੋਗੇ ਕਿ ਉਹ ਖੰਭਾ ਜਾਂ ਉਹ ਚਿੰਨ੍ਹ ਚੁਰਾਹੇ ਤੋਂ ਕਿੰਨਾ ਦੂਰ ਹੈ। ਇਹ ਚੁਰਾਹੇ ਤੋਂ 5 ਮੀਟਰ ਦੀ ਦੂਰੀ ਤੇ ਹੋ ਸਕਦਾ ਹੈ, ਇਹ ਚੁਰਾਹੇ ਤੋਂ 10 ਮੀਟਰ ਦੀ ਦੂਰੀ ਤੇ ਹੋ ਸਕਦਾ ਹੈ, ਪਰ ਤੁਸੀਂ ਇਸ ਨੂੰ ਮਾਪਣ ਲਈ ਇਸ ਮਾਪਣ ਵਾਲੇ ਟੂਲ ਦੀ ਵਰਤੋਂ ਕਰ ਸਕਦੇ ਹੋ। ਸੋ ਜੇ ਅਸੀਂ ਸੜਕ ਦੇ ਕਿਨਾਰੇ ਤੇ ਕਲਿੱਕ ਕਰਦੇ ਹਾਂ ਤਾਂ ਅਸੀਂ ਆਪਣੇ ਮਾਪ ਸਕਦੇ ਹਾਂ ਕਿ ਸਾਡੇ ਵਿਚਾਰ ਵਿੱਚ ਇਹ ਕਿੰਨੀ ਦੂਰ ਹੈ ਅਤੇ ਫਿਰ ਅਸੀਂ ਉਸੇ ਤਰ੍ਹਾਂ ਆਪਣਾ ਸਕੈਚ ਬਣਾ ਸਕਾਂਗੇ। ਇਸ ਲਈ ਜੇ ਸਾਨੂੰ 30 ਮੀਟਰ ਮਾਪਣ ਦੀ ਲੋੜ ਹੈ, ਤਕਰੀਬਨ ਇੱਥੋਂ ਤੱਕ 30 ਮੀਟਰ ਹੈ, ਇਸ ਲਈ ਸਾਨੂੰ ਪਤਾ ਹੈ ਕਿ ਸਾਡਾ ਨਿਸ਼ਾਨ ਠੀਕ ਇੱਥੇ ਜਾ ਰਿਹਾ ਹੈ। ਹੁਣ ਸ਼ਾਇਦ ਤੁਸੀਂ ਪੁੱਛ ਰਹੇ ਹੋਵੋਗੇ ਕਿ ਮੈਨੂੰ ਕਿਵੇਂ ਪਤਾ ਸੀ ਕਿ ਇਹ 30 ਮੀਟਰ ਹੈ। ਪੇਜ ਤੇ ਸਭ ਤੋਂ ਹੇਠਾਂ ਸਾਡੇ ਕੋਲ ਅਸਲ ਵਿੱਚ ਇੱਕ ਮਾਪਣ ਵਾਲਾ ਟੂਲ ਹੈ। ਹੁਣ ਇਹ ਮਾਪਣ ਵਾਲਾ ਟੂਲ 2 ਵੱਖਰੀਆਂ ਚੀਜ਼ਾਂ ਦਿਖਾਏਗਾ। ਜੇ ਤੁਸੀਂ ਮਾਪਣ ਵਾਲਾ ਟੂਲ ਚੁਣਿਆ ਹੈ ਅਤੇ ਜਦੋਂ ਤੁਸੀਂ ਕਲਿੱਕ ਕਰਦੇ ਹੋ ਅਤੇ ਫਿਰ ਆਪਣੇ ਮਾਊਸ ਨੂੰ ਉਸ ਬਿੰਦੂ ਤੋਂ ਹਿਲਾਉਂਦੇ ਹੋ ਤਾਂ ਇਸ ਤੇ ਨਿਰਭਰ ਕਰਦੇ ਹੋਏ ਕਿ ਤੁਸੀਂ ਉਸ ਬਿੰਦੂ ਤੋਂ ਕਿੰਨੇ ਨੇੜੇ ਜਾਂ ਦੂਰ ਹੋ, ਮਾਪ ਉੱਪਰ ਜਾਂ ਹੇਠਾਂ ਜਾਂਦਾ ਹੈ।
ਸੋ ਤੁਸੀਂ ਦੇਖੋਗੇ ਜਦੋਂ ਮੈਂ ਬਿਲਕੁਲ ਇੱਥੇ ਹਾਂ ਜਿੱਥੇ ਮੈਂ ਕਲਿੱਕ ਕੀਤਾ ਸੀ, ਸਾਡਾ ਮਾਪ ਇਸ ਵੇਲੇ 0.266 ਕਹਿੰਦਾ ਹੈ, ਕਿਉਂਕਿ ਮੈਂ ਉਸੇ ਬਿੰਦੂ ਦੇ ਉੱਪਰ ਹਾਂ ਅਤੇ ਜਿਵੇਂ ਜਿਵੇਂ ਮੈਂ ਆਪਣੇ ਮਾਊਸ ਨੂੰ ਦੂਰ ਲਿਜਾਂਦੀ ਹਾਂ ਉਹ ਵੀ ਉੱਪਰ ਆ ਜਾਂਦਾ ਹੈ। ਇੱਥੋਂ ਤੱਕ ਲਗਭਗ 53.875 ਮੀਟਰ ਹੈ, ਤਾਂ ਅਸੀਂ ਜਾਣਦੇ ਹਾਂ ਕਿ ਇਹ 53 ਮੀਟਰ ਹੈ। ਮਾਫ ਕਰਨਾ, ਇਹ ਚੁਰਾਹੇ ਤੋਂ 53 ਮੀਟਰ ਦੀ ਦੂਰੀ ਤੇ ਹੈ। ਦੂਜਾ ਮਾਪ ਜੋ ਇੱਥੇ ਦਿਖਾਇਆ ਜਾਵੇਗਾ ਉਹ ਹੈ ਜਦੋਂ ਤੁਸੀਂ ਆਪਣਾ ਬਹੁਭੁਜ ਪੂਰਾ ਕਰ ਲੈਂਦੇ ਹੋ। ਤੁਸੀਂ ਦੇਖੋਗੇ ਕਿ ਜਦੋਂ ਮੇਰੇ ਨਕਸ਼ੇ ਤੇ ਕੋਈ ਬਿੰਦੂ ਨਹੀਂ ਹਨ ਤਾਂ ਇਹ 0 ਦੱਸਦਾ ਹੈ। ਜਦੋਂ ਮੇਰੇ ਨਕਸ਼ੇ ਤੇ 2 ਬਿੰਦੂ ਹਨ ਤਾਂ ਵੀ ਇਹ 0 ਦੱਸਦਾ ਹੈ। ਇਹ ਇਸ ਲਈ ਹੈ ਕਿਉਂਕਿ ਹਾਲੇ ਕੋਈ ਬਹੁਭੁਜ ਨਹੀਂ ਬਣਾਇਆ ਗਿਆ ਹੈ, ਇਹ ਸਿਰਫ ਇੱਕ ਲਾਈਨ ਹੈ। ਪਰ ਜਿਉਂ ਹੀ ਅਸੀਂ ਹੇਠਾਂ ਆਪਣਾ ਦੂਜਾ ਬਿੰਦੂ ਲਗਾਉਂਦੇ ਹਾਂ ਅਤੇ ਅਸੀਂ ਉਹ ਗੂੜਾ ਕੀਤਾ ਖੇਤਰ ਬਣਾਉਣਾ ਸ਼ੁਰੂ ਕਰਦੇ ਹਾਂ, ਤੁਸੀਂ ਦੇਖੋਗੇ ਕਿ ਮੇਰਾ ਬਹੁਭੁਜ ਵਧ ਰਿਹਾ ਹੈ। ਇਸ ਲਈ ਇਸ ਤਰ੍ਹਾਂ ਤੁਸੀਂ ਦੱਸ ਸਕਦੇ ਹੋ ਕਿ ਤੁਹਾਡੇ ਕੋਲ ਕਿੰਨਾ ਵੱਡਾ ਕਾਰਜ ਖੇਤਰ ਹੈ ਅਤੇ ਕੀ ਤੁਸੀਂ ਸਹੀ ਕਿਸਮ ਦੀ ਟਿਕਟ ਚੁਣੀ ਹੈ। ਸੋ ਮਿਸਾਲ ਵਜੋਂ ਜੇ ਅਸੀਂ ਇੱਥੇ ਪੂਰੇ ਵਿਹੜੇ ਦੇ ਨਾਲ ਇਸ ਖੇਡ ਦੇ ਮੈਦਾਨ ਦੇ ਖੇਤਰ ਵਿੱਚ ਕੰਮ ਕਰ ਰਹੇ ਸੀ ਅਤੇ ਅਸੀਂ ਇਸ ਸਾਰੇ ਦਾ ਨਕਸ਼ਾ ਬਣਾਉਂਦੇ ਹਾਂ, ਆਪਣਾ ਆਖਰੀ ਬਿੰਦੂ ਲਗਾਉਣ ਤੋਂ ਪਹਿਲਾਂ ਅਸੀਂ ਦੇਖ ਸਕਦੇ ਹਾਂ ਕਿ ਇਹ ਲਗਭਗ 1600 ਵਰਗ ਮੀਟਰ ਹੈ। ਇਸ ਵਾਸਤੇ ਸਾਨੂੰ ਇੱਕ ਵੱਡੀ ਕਿਸਮ ਦੀ ਟਿਕਟ ਦੀ ਲੋੜ ਹੋਵੇਗੀ ਕਿਉਂਕਿ ਹੁਣ ਅਸੀਂ ਰੈਗੂਲਰ ਚੁਣੀ ਹੋਈ ਹੈ ਅਤੇ ਰੈਗੂਲਰ ਸਿਰਫ 1000 ਵਰਗ ਮੀਟਰ ਦੀ ਆਗਿਆ ਦਿੰਦੀ ਹੈ। ਮੈਂ ਕਹਾਂਗੀ ਕਿ ਜੇ ਤੁਹਾਨੂੰ ਉਹ ਤਬਦੀਲੀਆਂ ਕਰਨੀਆਂ ਪੈਂਦੀਆਂ ਹਨ ਜਾਂ ਤਾਂ ਸਿੱਧਾ ਸਾਡੇ ਨਾਲ ਸੰਪਰਕ ਕਰੋ ਅਤੇ ਪੁੱਛੋ ਕਿ ਕੀ ਅਸੀਂ ਨਵੀਂ ਟਿਕਟ ਵਿੱਚ ਤੇਜ਼ੀ ਲਿਆ ਸਕਦੇ ਹਾਂ, ਕਿਉਂਕਿ ਕੋਈ ਅਸਲ ਤਬਦੀਲੀਆਂ ਨਹੀਂ ਹਨ। ਤੁਹਾਨੂੰ ਬਸ ਸੰਪਰਕ ਜਾਂ ਅਜਿਹਾ ਹੀ ਕੁਝ ਬਦਲਣ ਦੀ ਲੋੜ ਹੈ। ਅਸੀਂ ਉਹਨਾਂ ਸਹੂਲਤ ਮਾਲਕਾਂ ਨਾਲ ਸੰਪਰਕ ਕਰਕੇ ਇਹ ਪਤਾ ਲਾ ਸਕਦੇ ਹਾਂ ਕਿ ਕੀ ਉਹ ਆਪਣੀ ਨਿਰਧਾਰਤ ਮਿਤੀ ਨੂੰ ਆ ਸਕਦੇ ਹਨ ਜੇ ਉਹਨਾਂ ਨੇ ਇਹ ਪਹਿਲਾਂ ਹੀ ਨਿਯਤ ਕਰ ਲਈ ਹੈ, ਜਾਂ ਤੁਸੀਂ ਆਪਣੇ ਅਪਡੇਟ ਕੀਤੇ ਟਿਕਟ ਨੰਬਰ ਨਾਲ ਉਹਨਾਂ ਨਾਲ ਸਿੱਧਾ ਸੰਪਰਕ ਕਰਕੇ ਪਤਾ ਕਰਨਾ ਚਾਹੋਗੇ ਕਿ ਕੀ ਉਹ ਤੁਹਾਡੇ ਤੋਂ ਸਿੱਧੀ ਬੇਨਤੀ ਨੂੰ ਸਵੀਕਾਰ ਕਰ ਸਕਦੇ ਹਨ। ਹਾਂ ਜੈਸਿਕਾ, ਕੋਈ ਸਮੱਸਿਆ ਨਹੀਂ। ਲੱਗਦਾ ਹੈ ਹੋਰ ਕੋਈ ਸਵਾਲ ਨਹੀਂ ਹਨ। ਹੁਣ ਮੈਂ ਟਿਕਟਾਂ ਨੂੰ ਰੱਦ ਕਰਨਾ ਸ਼ੁਰੂ ਕਰਾਂਗੀ। ਡਾਇਲਰ ਨੇ ਪੁੱਛਿਆ ਹੈ ਕਿ ਤੁਸੀਂ ਲਾਈਨਾਂ ਦਾ ਪਤਾ ਲਾਉਣ ਵਾਲੇ ਨੂੰ ਸਾਈਟ ਤੇ ਮਿਲਣ ਲਈ ਕਿੱਥੇ ਬੇਨਤੀ ਕਰੋਗੇ। ਉਹ ਤੁਸੀਂ ਟਿੱਪਣੀਆਂ ਵਾਲੇ ਭਾਗ ਵਿੱਚ ਕਰਦੇ ਹੋ। ਆਪਣੀ ਪੁਟਾਈ ਵਾਲੀ ਸਾਈਟ ਦੀ ਜਾਣਕਾਰੀ ਦਾਖਲ ਕਰਨ ਤੋਂ ਬਾਅਦ ਜਿੱਥੇ ਤੁਸੀਂ ਵਧੀਕ ਕੰਮ ਦੀਆਂ ਕਿਸਮਾਂ ਜਾਂ ਪੁਟਾਈ ਦੇ ਤਰੀਕਿਆਂ ਨੂੰ ਸ਼ਾਮਲ ਕਰਦੇ ਹੋ। ਜੇ ਤੁਸੀਂ ਇਹ ਦਾਖਲ ਕਰਦੇ ਹੋ ਕਿ ਵੁੱਡ ਲਾਈਕ ਟੂ ਮੀਟ ਵਿਦ ਲੋਕੇਟਰ ਜਾਂ ਪਲੀਜ਼ ਕੰਟੈਕਟ ਫਾਰ ਸਾਈਟ ਮੀਟ, ਇਹੀ ਉਹ ਥਾਂ ਹੈ ਜਿੱਥੇ ਤੁਸੀਂ ਇਸ ਨੂੰ ਦਾਖਲ ਕਰਨਾ ਚਾਹੁੰਦੇ ਹੋ। ਕੋਈ ਸਮੱਸਿਆ ਨਹੀਂ ਡਾਇਲਨ, ਅਤੇ ਅਸਲ ਵਿੱਚ ਲੱਗਦਾ ਹੈ ਕਿ ਇਹ ਮੇਰੇ ਦੁਆਰਾ ਲਿਆ ਗਿਆ ਆਖਰੀ ਸਵਾਲ ਹੋਵੇਗਾ। ਲੱਗਦਾ ਹੈ ਸਾਡੇ ਹਾਜ਼ਰੀਨ ਪਹਿਲਾਂ ਹੀ ਬਾਹਰ ਚਲੇ ਗਏ ਹਨ ਅਤੇ ਮੈਨੂੰ ਕੋਈ ਹੋਰ ਸਵਾਲ ਨਜ਼ਰ ਨਹੀਂ ਆ ਰਿਹਾ। ਪੇਸ਼ਕਾਰੀ ਬੰਦ ਹੋਣ ਦੇ ਬਾਅਦ ਜੇ ਤੁਹਾਡੇ ਮਨ ਵਿੱਚ ਕੋਈ ਗੱਲ ਆਉਂਦੀ ਹੈ ਤਾਂ ਈਮੇਲ ਦੁਆਰਾ ਸਾਡੇ ਤੱਕ ਪਹੁੰਚਣ ਵਿੱਚ ਝਿਜਕ ਮਹਿਸੂਸ ਨਾ ਕਰੋ। ਮਦਦ ਕਰਕੇ ਜਾਂ ਸਵਾਲਾਂ ਦਾ ਜਵਾਬ ਦੇ ਕੇ ਸਾਨੂੰ ਖੁਸ਼ੀ ਹੋਵੇਗੀ। ਹਾਜ਼ਰ ਹੋਣ ਲਈ ਧੰਨਵਾਦ ਅਤੇ ਤੁਹਾਡੇ ਦਿਨ ਲਈ ਸ਼ੁਭ ਕਾਮਨਾਵਾਂ। ਇਸ ਲਈ ਅਗਲਾ XY ਹੈ ਜੋ ਲਾਜ਼ਮੀ ਤੌਰ ਤੇ GPS ਨਿਰਦੇਸ਼ਾਂਕ ਹੈ ਅਤੇ ਤੁਸੀਂ 3 ਕਿਸਮਾਂ ਦੇ XY ਦੀ ਖੋਜ ਕਰ ਸਕਦੇ ਹੋ। ਪਹਿਲਾ ਲੰਬਕਾਰ ਅਤੇ ਵਿਥਕਾਰ ਹੈ ਅਤੇ ਫਿਰ NAD 83 ਅਤੇ UTM ਹੈ। ਇਹ ਸਾਰੇ ਇੱਕੋ ਤਰੀਕੇ ਨਾਲ ਕੰਮ ਕਰਦੇ ਹਨ ਅਤੇ ਤੁਸੀਂ ਆਪਣਾ X ਅਤੇ Y ਕੋਆਰਡੀਨੇਟ ਦਾਖਲ ਕਰਦੇ ਹੋ ਅਤੇ ਫਿਰ ਸਰਚ ਤੇ ਕਲਿੱਕ ਕਰਦੇ ਹੋ ਅਤੇ ਇਹ ਤੁਹਾਨੂੰ ਉਸ ਸਥਾਨ ਤੇ ਲੈ ਆਵੇਗਾ। ਆਓ ਹੁਣ ਇੱਕ ਤੇ ਨਜ਼ਰ ਮਾਰੀਏ। ਸੋ ਸਾਡੇ ਕੋਲ -106.729008 ਅਤੇ 52.142238 ਹਨ। ਤੁਹਾਡੇ ਵਿੱਚੋਂ ਕੁਝ ਨੂੰ ਇਹ ਅਜੀਬ ਲੱਗ ਸਕਦਾ ਹੈ। ਮੈਂ ਘੱਟੋ ਘੱਟ ਇੱਥੇ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਆਪਣੇ ਵਿਥਕਾਰ ਨੂੰ ਆਪਣੇ ਲੰਬਕਾਰ ਤੋਂ ਪਹਿਲਾਂ ਰੱਖਦੀ ਸੀ। ਤੁਸੀਂ ਦੇਖੋਗੇ ਕਿ ਅਸੀਂ ਆਪਣਾ ਲੰਬਕਾਰ ਪਹਿਲਾਂ ਦਾਖਲ ਕੀਤਾ ਹੈ। ਜੇ ਅਸੀਂ ਉਸ ਲਈ ਖੋਜ ਕਰਦੇ ਹਾਂ, ਇਹ ਸਾਨੂੰ ਉਸ ਸਹੀ ਜਗ੍ਹਾ ਤੇ ਲੈ ਆਵੇਗਾ ਜਿਸ ਤੇ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਸਾਡੇ ਕੋਲ ਇਸ ਤੋਂ ਉਲਟ ਹੁੰਦਾ, ਮੰਨ ਲਓ ਅਸੀਂ ਆਪਣੇ ਪੋਜ਼ਿਟਿਵ ਨੰਬਰ ਨੂੰ ਪਹਿਲਾਂ ਲੱਭੀਏ ਅਤੇ ਆਪਣੇ ਨੈਗੇਟਿਵ ਨੰਬਰ ਨੂੰ ਬਾਅਦ ਵਿੱਚ, ਤਾਂ ਕੀ ਹੁੰਦਾ ਹੈ? ਅਸੀਂ ਇੱਕ ਅਜਿਹੇ ਖੇਤਰ ਵਿੱਚ ਪਹੁੰਚ ਜਾਂਦੇ ਹਾਂ ਜੋ ਕਹਿੰਦਾ ਹੈ ਮਾਫ ਕਰਨਾ, ਸਾਡੇ ਕੋਲ ਇੱਥੇ ਕੋਈ ਚਿੱਤਰ ਨਹੀਂ ਹੈ। ਅਤੇ ਜੇ ਅਸੀਂ ਜ਼ੂਮ ਆਊਟ ਕਰਦੇ ਹਾਂ ਤਾਂ ਕੀ ਹੁੰਦਾ ਹੈ? ਇਹ ਹਾਲੇ ਵੀ ਕਹਿੰਦਾ ਹੈ ਮਾਫ ਕਰਨਾ, ਸਾਡੇ ਕੋਲ ਇੱਥੇ ਕੋਈ ਚਿੱਤਰ ਨਹੀਂ ਹੈ। ਅਤੇ ਜੇ ਅਸੀਂ ਪੂਰਾ ਜ਼ੂਮ ਆਊਟ ਕਰ ਦਿੰਦੇ ਹਾਂ, ਇਹ ਸਿਰਫ ਇੱਕ ਨੀਲਾ ਵਰਗ ਹੈ। ਹੋਇਆ ਇਹ ਹੈ ਕਿ ਅਸੀਂ ਆਪਣੇ GPS ਨਿਰਦੇਸ਼ ਅੰਕਾਂ ਨੂੰ ਉਲਟਾ ਲੱਭਿਆ ਹੈ ਅਤੇ ਇਹ ਸਾਨੂੰ ਸਮੁੰਦਰ ਦੇ ਵਿਚਕਾਰ ਲਿਆ ਰਿਹਾ ਹੈ। ਸੋ ਜੇ ਤੁਸੀਂ ਕਦੇ ਵੀ GPS ਨਿਰਦੇਸ਼ ਅੰਕਾਂ ਦੀ ਖੋਜ ਕਰਦੇ ਹੋਏ ਨੀਲੀ ਸਕਰੀਨ ਤੇ ਪਹੁੰਚ ਜਾਂਦੇ ਹੋ ਤਾਂ ਸੰਭਾਵਨਾ ਹੈ ਕਿ ਤੁਸੀਂ ਉਹਨਾਂ ਨੂੰ ਉਲਟਾ ਫਾਰਮੈਟ ਕੀਤਾ ਹੈ। ਤੁਹਾਨੂੰ ਬਸ ਇਹਨਾਂ ਨੂੰ ਆਪਸ ਵਿੱਚ ਬਦਲਣ ਦੀ ਲੋੜ ਹੈ। ਸੋ ਅਸੀਂ ਸਵਾਲ ਅਤੇ ਜਵਾਬ ਦੇ ਕਾਫੀ ਨੇੜੇ ਪਹੁੰਚ ਗਏ ਹਾਂ, ਪਰ ਮੈਂ ਹਾਲੇ ਵੀ ਕੁਝ ਹੋਰ ਖੂਬੀਆਂ ਵਿਖਾਉਣਾ ਚਾਹੁੰਦੀ ਹਾਂ। ਸਾਡੇ ਕੋਲ ਬਹੁਤ ਜ਼ਿਆਦਾ ਵਿਅਕਤੀ ਹਾਜ਼ਰ ਨਹੀਂ ਹਨ, ਇਸ ਲਈ ਮੈਨੂੰ ਨਹੀਂ ਲੱਗਦਾ ਕਿ ਸਾਡੇ ਕੋਲ ਬਹੁਤ ਸਾਰੇ ਸਵਾਲ ਹੋਣਗੇ। ਸੋ ਮੈਂ ਅਗਲੇ 15 ਮਿੰਟ ਲਵਾਂਗੀ ਅਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੀ ਅਤੇ ਫਿਰ ਅਸੀਂ ਸਿੱਧਾ ਉਹਨਾਂ ਸਵਾਲਾਂ ਤੇ ਚਲੇ ਜਾਵਾਂਗੇ। ਆਓ ਤੇਜ਼ੀ ਨਾਲ ਉਸ ਖੇਤਰ ਲਈ ਇੱਕ ਕਾਨੂੰਨੀ ਭੂਮੀ ਵਰਣਨ ਟਿਕਟ ਬਣਾਈਏ ਜਿਸ ਦੇ ਲਈ ਮੈਂ ਕਿਹਾ ਸੀ ਕਿ ਸਾਡੀ ਟੈਸਟ ਸਾਈਟਾਂ ਵਿੱਚ ਕੋਈ ਸਹੂਲਤ ਦੇ ਮਾਲਕ ਨਹੀਂ ਹਨ, ਤਾਂ ਜੋ ਅਸੀਂ ਤੁਹਾਡੇ ਲਈ ਉਪਲਬਧ ਟਿਕਟਾਂ ਦੇ ਹੋਰ ਵਿਕਲਪ ਦਿਖਾ ਸਕੀਏ। ਸੋ ਇਹ ਸਹੀ ਟਿਕਟ ਨਹੀਂ ਹੈ। ਕਿਰਪਾ ਕਰਕੇ ਇਸ ਤਰ੍ਹਾਂ ਦੀਆਂ ਟਿਕਟਾਂ ਕਦੇ ਵੀ ਜਮ੍ਹਾਂ ਨਾ ਕਰੋ। ਇਹ ਬਸ ਇਸ ਲਈ ਹੈ ਕਿ ਮੈਂ ਉਸ ਟਿਕਟ ਤੇ ਜਾ ਸਕਾਂ ਜਿਸ ਤੇ ਹਾਲ ਹੀ ਵਿੱਚ ਪ੍ਰਕਿਰਿਆ ਕੀਤੀ ਗਈ ਹੈ ਅਤੇ ਮੈਂ ਤੁਹਾਨੂੰ ਵੱਖ-ਵੱਖ ਵਿਕਲਪ ਦਿਖਾ ਸਕਾਂ ਜੋ ਤੁਹਾਡੇ ਲਈ ਉਪਲਬਧ ਹਨ। ਮੈਂ ਬਹੁਤ ਜਲਦੀ ਨਾਲ ਪੇਂਡੂ ਖੇਤਰਾਂ ਵਿੱਚ ਕਦਮ 3 ਬਾਰੇ ਗੱਲ ਕਰਾਂਗੀ। ਮੰਨ ਲਓ ਇਹ ਮੇਰਾ ਅਸਲ ਕਾਰਜ ਖੇਤਰ ਹੈ। ਅਸੀਂ ਅਲਬਰਟਾ ਵਿੱਚ ਇਸ ਸੁੰਨਸਾਨ ਥਾਂ ਤੇ ਕੰਮ ਕਰ ਰਹੇ ਹਾਂ। ਸੋ ਅਸੀਂ ਉਸ ਖੇਤਰ ਵਿੱਚ ਸੜਕ, ਟਾਊਨ ਜਾਂ ਸਿਟੀ ਵਿੱਚ ਕੀ ਦਾਖਲ ਕਰਾਂਗੇ ਜਿੱਥੇ ਕੋਈ ਸੜਕ ਜਾਂ ਕਸਬਾ ਜਾਂ ਸ਼ਹਿਰ ਨਹੀਂ ਹੈ। ਸੜਕ ਵਾਸਤੇ ਅਸੀਂ ਪੇਂਡੂ ਦਾਖਲ ਕਰਾਂਗੇ ਕਿਉਂਕਿ ਇਹ ਪੇਂਡੂ ਖੇਤਰ ਹੈ। ਕਸਬੇ ਜਾਂ ਸ਼ਹਿਰ ਲਈ ਵੀ ਅਸੀਂ ਪੇਂਡੂ ਦਾਖਲ ਕਰਾਂਗੇ ਅਤੇ ਤੁਸੀਂ ਟੂਲ ਟਿਪ ਤੇ ਦੇਖੋਗੇ ਇਹ ਕਹਿੰਦਾ ਹੈ ਕਿ ਜੇ ਤੁਸੀਂ ਕਿਸੇ ਵੀ ਮਿਊਨਿਸਪਲ ਸੀਮਾ ਦੇ ਬਾਹਰ ਕੰਮ ਕਰ ਰਹੇ ਹੋ ਤਾਂ ਪੇਂਡੂ ਦਾਖਲ ਕਰੋ। ਫਿਰ ਅਸੀਂ ਆਪਣਾ ਸੂਬਾ ਦਾਖਲ ਕਰਾਂਗੇ। ਨੇੜੇ ਕੋਈ ਕ੍ਰਾਸ ਸਟਰੀਟ ਨਹੀਂ ਹੈ, ਇਸ ਲਈ ਅਸੀਂ ਇਸ ਨੂੰ ਖਾਲੀ ਛੱਡ ਦਿਆਂਗੇ। ਆਸ-ਪਾਸ ਕੋਈ ਭਾਈਚਾਰਾ ਨਹੀਂ ਹੈ, ਇਸ ਲਈ ਅਸੀਂ ਇਸ ਨੂੰ
ਪੇਂਡੂ ਸਬ ਡਿਵੀਜ਼ਨ ਅਤੇ ਮਿਊਨਿਸਪਲ ਡਿਸਟ੍ਰਿਕਟ ਨੂੰ ਖਾਲੀ ਛੱਡ ਦਿਆਂਗੇ। ਸਾਨੂੰ ਉਹ ਪਤਾ ਨਹੀਂ ਹਨ ਅਤੇ ਉਹ ਵਿਕਲਪਕ ਖੇਤਰ ਹਨ, ਇਸ ਲਈ ਅਸੀਂ ਇਹਨਾਂ ਬਾਰੇ ਚਿੰਤਾ ਨਹੀਂ ਕਰਾਂਗੇ। ਜੇ ਇਹ ਕੋਈ ਅਜਿਹਾ ਪੇਂਡੂ ਖੇਤਰ ਹੁੰਦਾ ਜਿਸ ਦੇ ਲਈ ਤੁਹਾਡੇ ਕੋਲ ਕੋਈ ਪਤਾ ਹੈ ਤਾਂ ਤੁਸੀਂ ਉਹ ਪਤਾ ਸੜਕ ਦੇ ਖੇਤਰ ਵਿੱਚ ਦੇ ਸਕਦੇ ਹੋ, ਪਰ ਹਾਲੇ ਵੀ ਕਸਬੇ ਜਾਂ ਸ਼ਹਿਰ ਵਿੱਚ ਤੁਸੀਂ ਪੇਂਡੂ ਦਾਖਲ ਕਰਨਾ ਚਾਹੋਗੇ ਕਿਉਂਕਿ ਇਸ ਸਥਾਨ ਲਈ ਕੋਈ ਪਤਾ ਉਪਲਬਧ ਨਹੀਂ ਹੈ ਜਾਂ ਕੋਈ ਸੜਕ ਉਪਲਬਧ ਨਹੀਂ ਹੈ। ਮੈਂ ਬਸ ਪੇਂਡੂ ਦਾਖਲ ਕਰ ਰਹੀ ਹਾਂ। ਹੁਣ ਮੈਂ ਇਹ ਟਿਕਟ ਜਮ੍ਹਾਂ ਕਰਾਂਗੀ ਅਤੇ ਸਾਨੂੰ ਬਿਲਕੁਲ ਉਸ ਪਿਛਲੇ ਪੇਜ ਵਰਗਾ ਇੱਕ ਪੇਜ ਦਿਖਾਈ ਦਿੰਦਾ ਹੈ ਜੋ ਮੈਂ ਤੁਹਾਨੂੰ ਦਿਖਾਇਆ ਸੀ, ਪਰ ਇਸ ਵਾਰ ਸਾਡੇ ਕੋਲ ਇੱਕ ਵੱਖਰਾ ਵਿਕਲਪ ਉਪਲਬਧ ਹੈ ਅਤੇ ਜਦੋਂ ਅਸੀਂ 1 ਸਕਿੰਟ ਵਿੱਚ ਇਸ ਟਿਕਟ ਤੇ ਵਾਪਸ ਆਉਂਦੇ ਹਾਂ ਸਾਡੇ ਕੋਲ ਹੋਰ ਵੀ ਵਿਕਲਪ ਹੋਣਗੇ। ਪਰ ਮੈਂ ਕੰਟੀਨਿਊ ਟਿਕਟ ਬਾਰੇ ਗੱਲ ਕਰਨਾ ਚਾਹੁੰਦੀ ਹਾਂ। ਸੋ ਕੰਟੀਨਿਊ ਟਿਕਟ ਇਸ ਬਾਰੇ ਹੈ ਕਿ ਜੇ ਤੁਹਾਡਾ ਪ੍ਰੋਜੈਕਟ ਅਧਿਕਤਮ ਕਾਰ ਸੀਮਾ ਤੋਂ ਵੱਧ ਗਿਆ ਹੈ ਤਾਂ ਤੁਸੀਂ ਇੱਕ ਤੋਂ ਜ਼ਿਆਦਾ ਬੇਨਤੀਆਂ ਕਿਵੇਂ ਦਾਖਲ ਕਰੋਗੇ। ਜੇ ਤੁਹਾਡਾ ਕਾਰਜ ਖੇਤਰ ਪੇਂਡੂ ਖੇਤਰ ਵਿੱਚ 4.2 ਵਰਗ ਕਿਲੋਮੀਟਰ ਤੋਂ ਵੱਧ ਹੁੰਦਾ, ਮੰਨ ਲਵੋ ਤੁਹਾਡੇ ਕੋਲ 5 ਵਰਗ ਕਿਲੋਮੀਟਰ ਹੈ ਅਤੇ ਤੁਹਾਨੂੰ ਇੱਕ ਤੋਂ ਵੱਧ ਟਿਕਟਾਂ ਜਮ੍ਹਾਂ ਕਰਨ ਦੀ ਲੋੜ ਸੀ, ਤਾਂ ਫਿਰ ਇਸ ਕੰਟੀਨਿਊ ਟਿਕਟ ਨਾਲ ਤੁਸੀਂ ਅਜਿਹਾ ਕਰ ਸਕਦੇ ਹੋ। ਇਸ ਬਟਨ ਤੇ ਕਲਿੱਕ ਕਰਨ ਨਾਲ ਤੁਹਾਡੇ ਸਾਰੇ ਵੇਰਵੇ ਦੁਬਾਰਾ ਦਾਖਲ ਕਰ ਦਿੱਤੇ ਜਾਣਗੇ। ਤੁਹਾਨੂੰ ਸਿਰਫ ਸ਼ੁਰੂਆਤ ਦੀ ਤਰੀਕ ਦੀ ਪੁਸ਼ਟੀ ਕਰਨੀ ਪਵੇਗੀ ਕਿਉਂਕਿ ਪ੍ਰੋਜੈਕਟ ਦਾ ਇਹ ਹਿੱਸਾ ਸ਼ਾਇਦ ਥੋੜੀ ਦੇਰ ਬਾਅਦ ਸ਼ੁਰੂ ਹੋ ਰਿਹਾ ਹੋ ਸਕਦਾ ਹੈ, ਖਾਸ ਕਰਕੇ ਜੇ ਇਹ ਵਿਸ਼ਾਲ ਖੇਤਰ ਹੈ। ਤੁਸੀਂ ਸ਼ਾਇਦ ਸਾਰਾ ਖੇਤਰ ਉਸੇ ਦਿਨ ਸ਼ੁਰੂ ਨਹੀਂ ਕਰ ਰਹੇ ਹੋਵੋਗੇ, ਪਰ ਜੇ ਤੁਸੀਂ ਕਰ ਰਹੇ ਹੋ ਤਾਂ ਤੁਸੀਂ ਹਮੇਸ਼ਾ ਉਸੇ ਦਿਨ ਨੂੰ ਚੁਣ ਸਕਦੇ ਹੋ। ਜੇ ਤੁਸੀਂ ਅੱਗੇ ਤੇ ਕਲਿੱਕ ਕਰਦੇ ਹੋ ਤਾਂ ਤੁਸੀਂ ਨਕਸ਼ੇ ਤੇ ਵਾਪਸ ਆ ਜਾਂਦੇ ਹੋ ਅਤੇ ਸਾਨੂੰ ਅਸਲ ਵਿੱਚ ਉੱਥੇ ਪੁਰਾਣਾ ਨਕਸ਼ਾ ਦਿਖਾਈ ਦਿੰਦਾ ਹੈ। ਇਸ ਨੂੰ ਦੇਖਣਾ ਮੁਸ਼ਕਿਲ ਹੋ ਸਕਦਾ ਹੈ ਕਿਉਂਕਿ ਇਹ ਸਲੇਟੀ ਰੰਗ ਦਾ ਹੈ। ਮੈਂ ਕੀ ਕਰਾਂਗੀ, ਮੈਂ ਇੱਕ ਪਲ ਲਈ ਆਪਣੇ ਸੈਟੇਲਾਈਟ ਚਿੱਤਰ ਬੰਦ ਕਰ ਦਿਆਂਗੀ ਅਤੇ ਤੁਸੀਂ ਉਹ ਨਕਸ਼ਾ ਦੇਖ ਸਕੋਗੇ। ਅਸੀਂ ਆਪਣਾ ਬਹੁਭੁਜ ਟੂਲ ਚੁਣਦੇ ਹਾਂ ਅਤੇ ਤੁਸੀਂ ਦੇਖੋਗੇ ਕਿ ਜਦੋਂ ਮੈਂ ਇਸ ਪੁਰਾਣੇ ਬਹੁਭੁਜ ਦੇ ਨੇੜੇ ਆਉਂਦੀ ਹਾਂ ਮੇਰਾ ਬਹੁਭੁਜ ਇੱਕ ਤਰ੍ਹਾਂ ਨਾਲ ਇਸ ਦੇ ਨਾਲ ਜੁੜ ਜਾਂਦਾ ਹੈ। ਤੁਸੀਂ ਦੇਖੋਗੇ ਕਿ ਲਾਲ ਬਿੰਦੂ ਕੁੱਦ ਕੇ ਇਸ ਵੱਲ ਆ ਜਾਂਦਾ ਹੈ। ਇਹ ਅਸਲ ਵਿੱਚ ਇਸ ਲਈ ਹੈ ਕਿ ਤੁਸੀਂ ਆਪਣੇ ਕਾਰਜ ਖੇਤਰ ਵਿੱਚ ਕੋਈ ਥਾਵਾਂ ਛੱਡ ਨਾ ਦਿਓ। ਤੁਸੀਂ ਦੇਖੋਗੇ ਕਿ ਲਾਲ ਬਿੰਦੂ ਕੁੱਦ ਕੇ ਇਸ ਵੱਲ ਆ ਜਾਂਦਾ ਹੈ। ਇਹ ਅਸਲ ਵਿੱਚ ਇਸ ਲਈ ਹੈ ਕਿ ਤੁਸੀਂ ਆਪਣੇ ਕਾਰਜ ਖੇਤਰ ਵਿੱਚ ਕੋਈ ਥਾਵਾਂ ਛੱਡ ਨਾ ਦਿਓ ਤਾਂ ਜੋ ਤੁਸੀਂ ਆਸਾਨੀ ਨਾਲ ਅਗਲਾ ਭਾਗ ਕਰ ਸਕੋ। ਆਪਣੀ ਪੁਟਾਈ ਦੇ ਸਥਾਨ ਦੀ ਜਾਣਕਾਰੀ ਨੂੰ ਦੁਬਾਰਾ ਦਾਖਲ ਕਰੋ ਕਿਉਂਕਿ ਸ਼ਾਇਦ ਇਹ ਇੱਕ ਵੱਖਰਾ ਪਤਾ ਹੈ। ਹੋ ਸਕਦਾ ਹੈ ਹੁਣ ਇਹ ਇੱਕ ਵੱਖਰੀ ਸੜਕ ਦੇ ਨਾਲ ਹੈ ਅਤੇ ਫਿਰ ਤੁਸੀਂ ਦੇਖੋਗੇ ਕਿ ਰਿਮਾਰਕਸ ਭਾਗ ਵਿੱਚ ਇਸ ਵਿੱਚ ਪਿਛਲੇ ਟਿਕਟ ਨੰਬਰ ਦੇ ਨਾਲ ਕੰਟੀਨਿਊਡ ਫਰੋਮ ਹੈ। ਇਸ ਲਈ ਇਹ ਇੱਕ ਤਰ੍ਹਾਂ ਨਾਲ ਲਾਈਨਾਂ ਦਾ ਪਤਾ ਲਾਉਣ ਵਾਲਿਆਂ ਲਈ ਉਹਨਾਂ ਨੂੰ ਆਪਸ ਵਿੱਚ ਜੋੜ ਰਿਹਾ ਹੈ ਤਾਂ ਜੋ ਉਹਨਾਂ ਨੂੰ ਦੱਸਿਆ ਜਾ ਸਕੇ ਕਿ ਇਹ ਉਸੇ ਪ੍ਰੋਜੈਕਟ ਦੀ ਨਿਰੰਤਰਤਾ ਜਾਂ ਹਿੱਸਾ ਹੈ ਅਤੇ ਫਿਰ ਅਸੀਂ ਦੂਜੀ ਟਿਕਟ ਜਮ੍ਹਾਂ ਕਰ ਸਕਦੇ ਹਾਂ। ਹੁਣ ਜੇ ਮੈਂ ਇਹ ਕਰਦੇ ਹੋਏ ਉਹ ਸਾਰੀ ਵਿਆਖਿਆ ਨਾ ਕਰਨੀ ਹੁੰਦੀ ਤਾਂ ਤੁਸੀਂ ਦੇਖਦੇ ਕਿ ਮੈਂ ਹੋਰ ਟਿਕਟਾਂ ਕਿੰਨੀ ਜਲਦੀ ਨਾਲ ਬਣਾ ਸਕਦੇ ਹਾਂ। ਸੋ ਜੇ ਤੁਸੀਂ ਨਕਸ਼ੇ ਤੇ ਜਾਂ ਸਾਡੇ ਕਾਰਜ ਖੇਤਰ ਦੇ ਅਗਲੇ ਹਿੱਸੇ ਤੇ ਜਾਂਦੇ ਹੋ ਤਾਂ ਸ਼ਾਇਦ ਤੀਜੀ ਟਿਕਟ ਬਣਾਉਣ ਵਿੱਚ ਮੈਨੂੰ 30 ਸਕਿੰਟ ਲੱਗਣਗੇ। ਸੋ ਜੇ ਤੁਹਾਡਾ ਕਾਰਜ ਖੇਤਰ ਆਕਾਰ ਦੀ ਅਧਿਕਤਮ ਸੀਮਾ ਤੋਂ ਵੱਧ ਜਾਂਦਾ ਹੈ ਤਾਂ ਕੋਈ ਗੱਲ ਨਹੀਂ ਅਤੇ ਸਭ ਕੁਝ ਸ਼ਾਮਲ ਕਰਨ ਲਈ ਤੁਹਾਨੂੰ ਸ਼ਾਇਦ ਜਾਰੀ ਟਿਕਟਾਂ ਨਾਲ ਰਚਨਾਤਮਕ ਬਣਨਾ ਪਵੇਗਾ। ਆਓ ਜਲਦੀ ਨਾਲ ਇਸ ਟਿਕਟ ਨੂੰ ਬਾਹਰ ਕੱਢੀਏ ਅਤੇ ਆਓ ਸਿੱਧਾ ਉਸ ਤੇ ਜਾਈਏ ਜਿਸ ਤੇ ਅਸੀਂ ਹੁਣੇ ਪ੍ਰਕਿਰਿਆ ਕੀਤੀ ਸੀ ਅਤੇ ਹੁਣ ਸਾਡੇ ਕੋਲ ਬਹੁਤ ਸਾਰੇ ਟਿਕਟ ਵਿਕਲਪ ਉਪਲਬਧ ਹਨ। ਇਹ ਤਾਂ ਹੈ ਕਿਉਂਕਿ ਇਹ ਟਿਕਟਾਂ ਸਹੂਲਤ ਦੇ ਮਾਲਕਾਂ ਨੂੰ ਭੇਜੀਆਂ ਜਾ ਚੁੱਕੀਆਂ ਹਨ। ਅੰਤ ਵਿੱਚ ਇਸ ਦੀ ਸਾਡੇ ਸਿਸਟਮ ਵਿੱਚ ਪੂਰੀ ਤਰ੍ਹਾਂ ਪੁਸ਼ਟੀ ਕਰ ਦਿੱਤੀ ਗਈ ਹੈ, ਇਸ ਲਈ ਜਲਦੀ ਨਾਲ ਉਹਨਾਂ ਟਿਕਟ ਵਿਕਲਪਾਂ ਤੇ ਜਾਈਏ ਜੋ ਉਪਲਬਧ ਹਨ। ਸਭ ਤੋਂ ਪਹਿਲਾਂ ਟਿਕਟ ਐਡਿਟ ਹੈ। ਇਹ ਉਹ ਥਾਂ ਹੈ ਜਿੱਥੇ ਤੁਸੀਂ ਟਿਕਟ ਵਿੱਚ ਆਪਣੀ ਲੋੜ ਦੀ ਤਬਦੀਲੀ ਕਰ ਸਕਦੇ ਹੋ। ਜੇ ਤੁਸੀਂ ਕੋਈ ਚੀਜ਼ ਗਲਤ ਢੰਗ ਨਾਲ ਦਾਖਲ ਕੀਤੀ ਹੈ ਜਾਂ ਤੁਹਾਨੂੰ ਵਧੇਰੇ ਜਾਣਕਾਰੀ ਸ਼ਾਮਲ ਕਰਨੀ ਹੈ ਤਾਂ ਬਸ ਤੁਹਾਨੂੰ ਟਿਕਟ ਐਡਿਟ ਤੇ ਕਲਿੱਕ ਕਰਨਾ ਪਵੇਗਾ ਅਤੇ ਤੁਸੀਂ ਉਹ ਜਾਣਕਾਰੀ ਦਾਖਲ ਕਰ ਸਕੋਗੇ। ਕਿਉਂਕਿ ਇਹ ਟਿਕਟ ਹੁਣੇ ਜਮ੍ਹਾਂ ਕੀਤੀ ਗਈ ਸੀ, ਮੈਨੂੰ ਇੱਕ ਤਰੁੱਟੀ ਸੁਨੇਹਾ ਮਿਲ ਰਿਹਾ ਹੈ। ਅਸੀਂ 1 ਮਿੰਟ ਵਿੱਚ ਇਹਨਾਂ ਤੇ ਵਾਪਸ ਆਵਾਂਗੇ ਅਤੇ ਅਸੀਂ ਕਿਸੇ ਹੋਰ ਚੀਜ਼ ਬਾਰੇ ਗੱਲ ਕਰਾਂਗੇ। ਸੋ ਜਦੋਂ ਮੈਂ ਇੱਥੇ ਸ਼ੁਰੂਆਤ ਤੇ ਆਪਣੀ ਨਵੀਂ ਟਿਕਟ ਸ਼ੁਰੂ ਕੀਤੀ ਸੀ ਤੁਸੀਂ ਦੇਖੋਗੇ ਕਿ ਬਹੁਤ ਸਾਰੀ ਜਾਣਕਾਰੀ ਪਹਿਲਾਂ ਹੀ ਦਾਖਲ ਕੀਤੀ ਹੋਈ ਹੈ। ਇਹ ਆਪਣੇ ਆਪ ਸਿੱਧਾ ਨਿੱਜੀ ਘਰ ਮਾਲਕ ਤੇ ਚਲਾ ਜਾਂਦਾ ਹੈ। ਮੇਰਾ ਟਿਕਟ ਆਕਾਰ ਦਾ ਡਿਫਾਲਟ ਇੱਕ ਵੱਡਾ ਪ੍ਰੋਜੈਕਟ ਟਿਕਟ ਹੈ ਅਤੇ ਇਹ ਇੱਥੇ ਦਾਖਲ ਕੀਤੀਆਂ ਸੈਟਿੰਗਾਂ ਕਰਕੇ ਹੈ। ਸੋ ਮੈਂ ਬਸ ਮੁੱਖ ਪੰਨੇ ਤੇ ਵਾਪਸ ਜਾਵਾਂਗੀ ਅਤੇ ਅਸੀਂ ਸੈਟਿੰਗਾਂ ਤੇ ਇੱਕ ਨਜ਼ਰ ਮਾਰਾਂਗੇ। ਸੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹਮੇਸ਼ਾ ਕਿਸੇ ਖਾਸ ਕਿਸਮ ਦੇ ਕੰਮ ਲਈ ਟਿਕਟ ਜਮ੍ਹਾਂ ਕਰਦੇ ਹੋ ਤਾਂ ਤੁਸੀਂ ਹਮੇਸ਼ਾ ਸਿਰਫ ਹੈਂਡ ਟੂਲਾਂ ਦੀ ਵਰਤੋਂ ਕਰਦੇ ਹੋ ਜਾਂ ਤੁਸੀਂ ਹਮੇਸ਼ਾ ਰੂਟੀਨ ਟਿਕਟਾਂ ਜਮ੍ਹਾਂ ਕਰਦੇ ਹੋ ਤਾਂ ਤੁਸੀਂ ਆਪਣੀਆਂ ਟਿਕਟਾਂ ਪਹਿਲਾਂ ਤੋਂ ਬਣਾ ਕੇ ਰੱਖ ਸਕਦੇ ਹੋ ਤਾਂ ਜੋ ਜਦੋਂ ਤੁਸੀਂ ਉਹਨਾਂ ਨੂੰ ਸ਼ੁਰੂ ਕਰਨ ਤੇ ਜਾਓ ਤਾਂ ਜਾਣਕਾਰੀ ਦੇ ਉਹ ਖੇਤਰ ਪਹਿਲਾਂ ਹੀ ਭਰੇ ਹੋਏ ਹੋਣ।
ਇਸ ਲਈ ਮਿਸਾਲ ਵਜੋਂ ਆਓ ਇਸ ਨੂੰ ਵਾਪਸ ਲੈਂਡਸਕੇਪਿੰਗ ਲਈ ਰੈਗੂਲਰ ਤੇ ਬਦਲ ਦਈਏ। ਅਸੀਂ ਵਾੜ ਲਗਾਉਣ ਵਾਲੀ ਕੰਪਨੀ ਹਾਂ ਅਤੇ ਹਰ ਰੋਜ਼ ਸਾਰਾ ਦਿਨ ਵਾੜਾਂ ਲਗਾਉਂਦੇ ਹਾਂ। ਅਸੀਂ ਔਗਰ ਦੀ ਵਰਤੋਂ ਕਰਦੇ ਹਾਂ। ਅਸੀਂ ਸੁਰੱਖਿਅਤ ਰਹਿਣ ਲਈ ਬਸ 4 ਫੁੱਟ ਅੰਦਰ ਜਾਂਦੇ ਹਾਂ ਅਤੇ ਇਹ ਹਮੇਸ਼ਾ ਘਰ ਦੇ ਮਾਲਕ ਅਤੇ ਨਿੱਜੀ ਰਿਹਾਇਸ਼ੀ ਪ੍ਰਾਪਰਟੀ ਹੁੰਦੀ ਹੈ ਅਤੇ ਸਾਨੂੰ ਹਮੇਸ਼ਾ ਲੋੜ ਹੁੰਦੀ ਹੈ ਕਿ ਉਹ ਪੂਰੀ ਸਾਈਟ ਤੇ ਨਿਸ਼ਾਨ ਲਗਾਉਣ ਅਤੇ ਅਸੀਂ ਚੰਗੇ ਠੇਕੇਦਾਰ ਹਾਂ, ਇਸ ਲਈ ਅਸੀਂ ਉਸ ਵਾਰਡ ਦੀ ਪਹਿਲਾਂ ਤੋਂ ਨਿਸ਼ਾਨਦੇਹੀ ਕਰ ਦਿੰਦੇ ਹਾਂ। ਜੇ ਮੈਂ ਅਪਡੇਟ ਤੇ ਕਲਿੱਕ ਕਰਦੀ ਹਾਂ, ਜਦੋਂ ਅਸੀਂ ਆਪਣੀ ਨਵੀਂ ਟਿਕਟ ਤੇ ਜਾਵਾਂਗੇ ਤੁਸੀਂ ਦੇਖੋਗੇ ਕਿ ਉਹ ਸਾਰੇ ਖੇਤਰ ਪਹਿਲਾਂ ਤੋਂ ਉਸੇ ਤਰ੍ਹਾਂ ਭਰੇ ਹੋਏ ਹਨ ਜਿਵੇਂ ਮੈਂ ਉਹਨਾਂ ਨੂੰ ਦਾਖਲ ਕੀਤਾ ਸੀ ਅਤੇ ਉਹਨਾਂ ਨੂੰ ਹਾਲੇ ਵੀ ਬਦਲਿਆ ਜਾ ਸਕਦਾ ਹੈ। ਜੇ ਤੁਹਾਡੇ ਕੋਲ ਕੋਈ ਵੱਖਰੀ ਟਿਕਟ ਹੈ, ਜਿਵੇਂ ਕਿ ਤੁਸੀਂ ਸੋਚੋ ਓਹੋ ਇਸ ਵਾਰ ਅਸੀਂ ਵਾਰਡ ਨਹੀਂ ਲਗਾ ਰਹੇ ਹਾਂ, ਅਸੀਂ ਅਸਲ ਵਿੱਚ ਇੱਕ ਪੂਲ ਬਣਾ ਰਹੇ ਹਾਂ, ਤਾਂ ਅਸੀਂ ਉਹ ਤਬਦੀਲੀਆਂ ਕਰ ਸਕਦੇ ਹਾਂ ਜਿਨ੍ਹਾਂ ਦੀ ਸਾਨੂੰ ਲੋੜ ਹੈ। ਅਤੇ ਜੇ ਅਸੀਂ ਇਸ ਨੂੰ ਖਾਸ ਤੌਰ ਤੇ ਟਿਕਟ ਤੇ ਬਦਲਦੇ ਹਾਂ ਤਾਂ ਇਸ ਨਾਲ ਸਾਡੀਆਂ ਸੈਟਿੰਗਾਂ ਨਹੀਂ ਬਦਲਣਗੀਆਂ। ਸੋ ਜੇ ਤੁਹਾਡੇ ਕੋਲ ਕਦੇ ਕੁਝ ਵੱਖਰਾ ਹੋਵੇ ਤਾਂ ਤੁਸੀਂ ਕਿਸੇ ਸਮੱਸਿਆ ਦੇ ਬਿਨਾਂ ਉਹ ਕਰ ਸਕਦੇ ਹੋ। ਇਸ ਨਾਲ ਸੈਟਿੰਗਾਂ, ਅਕਾਊਂਟ ਅਤੇ ਲੌਗਆਊਟ ਪੂਰਾ ਹੋ ਜਾਂਦੇ ਹਨ। ਸਾਡੇ ਕੋਲ ਗੱਲ ਕਰਨ ਵਾਸਤੇ ਅਜੇ ਵੀ ਹਿਸਟਰੀ ਅਤੇ ਪੋਜ਼ਿਟਿਵ ਰਿਸਪੌਂਸ ਹੈ ਅਤੇ ਜੇ ਹੋ ਸਕਿਆ ਤਾਂ ਮੈਂ ਬਹੁਤ ਜਲਦੀ ਨਾਲ ਇਹਨਾਂ ਟਿਕਟ ਵਿਕਲਪਾਂ ਬਾਰੇ ਗੱਲ ਕਰਾਂਗੀ। ਆਓ ਉਹਨਾਂ ਵਿੱਚੋਂ ਇੱਕ ਟਿਕਟ ਤੇ ਵਾਪਸ ਜਾਈਏ ਜਿਸ ਤੇ ਅਸੀਂ ਪ੍ਰਕਿਰਿਆ ਕੀਤੀ ਸੀ ਅਤੇ ਉਸ ਟਿਕਟ ਸੰਪਾਦਨ ਬਟਨ ਤੇ ਕਲਿੱਕ ਕਰੀਏ। ਹੁਣ ਇਹ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ ਕਿਉਂਕਿ ਟਿਕਟ ਕੁਝ ਮਿੰਟਾਂ ਤੋਂ ਸਾਡੇ ਸਿਸਟਮ ਵਿੱਚ ਹੈ ਅਤੇ ਤੁਹਾਨੂੰ ਇੱਕ ਪੌਪ-ਅਪ ਬਾਕਸ ਮਿਲਦਾ ਹੈ ਜਿਸ ਵਿੱਚ ਸੰਪਾਦਨ ਦਾ ਕਾਰਨ ਪੁੱਛਿਆ ਜਾਂਦਾ ਹੈ। ਮੰਨ ਲਓ ਸਾਨੂੰ ਆਪਣੇ ਔਨ-ਸਾਈਟ ਸੰਪਰਕ ਨੂੰ ਬਦਲਣ ਦੀ ਲੋੜ ਹੈ। ਅਸੀਂ ਟਿਕਟ ਖੋਲਾਂਗੇ ਅਤੇ ਉਹ ਤਬਦੀਲੀ ਕਰ ਸਕਾਂਗੇ। ਇਸ ਲਈ ਇਹ ਬੌਬ ਨਹੀਂ, ਇਹ ਜਿਮ ਹੈ ਅਤੇ ਉਸਦਾ ਸੰਪਰਕ ਨੰਬਰ ਅਸਲ ਵਿੱਚ 4444444444 ਹੈ। ਅਸੀਂ ਅੱਗੇ ਤੇ ਕਲਿੱਕ ਕੀਤਾ ਹੈ। ਸਾਡੇ ਸ਼ੁਰੂ ਕਰਨ ਦੀ ਤਰੀਕ ਦੀ ਦੁਬਾਰਾ ਪੁਸ਼ਟੀ ਕਰੋ। ਅੱਗੇ ਤੇ ਕਲਿੱਕ ਕਰੋ ਅਤੇ ਤੁਸੀਂ ਦੇਖੋਗੇ ਕਿ ਮੇਰਾ ਨਕਸ਼ਾ ਪੂਰਾ ਹੈ। ਮੇਰੀ ਪੁਟਾਈ ਦੀ ਸਾਈਟ ਜਾਣਕਾਰੀ ਹਾਲੇ ਵੀ ਦਾਖਲ ਕੀਤੀ ਹੋਈ ਹੈ। ਸਿਰਫ ਇੱਕ ਚੀਜ਼ ਇਹ ਹੈ ਕਿ ਹੁਣ ਸਾਡੀਆਂ ਟਿੱਪਣੀਆਂ ਵਿੱਚ ਇੱਕ ਨੋਟ ਹੈ। ਇਹ ਉਹੀ ਟਿੱਪਣੀ ਹੈ ਕਿ ਅਸੀਂ ਆਪਣਾ ਔਨ-ਸਾਈਟ ਸੰਪਰਕ ਬਦਲ ਰਹੇ ਹਾਂ ਅਤੇ ਅਸੀਂ ਟਿਕਟ ਦੁਬਾਰਾ ਜਮ੍ਹਾਂ ਕਰ ਦਿਆਂਗੇ। ਅਤੇ ਜਦੋਂ ਤੁਸੀਂ ਟਿਕਟ ਜਮ੍ਹਾਂ ਕਰਦੇ ਹੋ ਤਾਂ ਤੁਸੀਂ ਇੱਕ ਨਵਾਂ ਟਿਕਟ ਨੰਬਰ ਤਿਆਰ ਕਰਦੇ ਹੋ ਕਿਉਂਕਿ ਇਹ ਬੇਨਤੀ ਹੁਣ ਉਹੀ ਨਹੀਂ ਹੈ, ਇਹ ਬਦਲ ਗਈ ਹੈ ਅਤੇ ਪੁਰਾਣੀ ਟਿਕਟ ਜਾਂ ਪਿਛਲੀ ਟਿਕਟ ਆਪਣੇ ਆਪ ਰੱਦ ਹੋ ਗਈ ਹੈ। ਸੋ ਇਹ ਅਸਲ ਟਿਕਟ ਸੀ ਜਿਸ ਤੇ ਸਾਡੇ ਕੋਲ ਬੌਬ ਸੀ ਅਤੇ ਇਹ ਉਹ ਟਿਕਟ ਹੈ ਜਿਸ ਤੇ ਅਸੀਂ ਪ੍ਰਕਿਰਿਆ ਕੀਤੀ ਹੈ, ਜਿੱਥੇ ਅਸੀਂ ਜਿਮ ਨੂੰ ਸ਼ਾਮਲ ਕਰਨ ਲਈ ਇਸ ਨੂੰ ਅਪਡੇਟ ਕਰ ਦਿੱਤਾ ਹੈ। ਸੋ ਕਿਉਂਕਿ ਬੌਬ ਹੁਣ ਸਾਡਾ ਔਨ-ਸਾਈਟ ਸੰਪਰਕ ਨਹੀਂ ਹੈ, ਹੁਣ ਇਸ ਟਿਕਟ ਦੀ ਲੋੜ ਨਹੀਂ। ਇਹ ਇੱਕ ਖਤਮ ਹੋ ਗਈ ਟਿਕਟ ਹੈ ਕਿਉਂਕਿ ਇਸ ਟਿਕਟ ਨੇ ਇਸ ਦੀ ਜਗ੍ਹਾ ਲੈ ਲਈ ਹੈ। ਇਹ ਟਿਕਟਾਂ ਰਿਕੁਐਸਟ ਡਿਟੇਲਸ ਵਿੱਚ ਇਕੱਠੀਆਂ ਜੁੜੀਆਂ ਹੋਈਆਂ ਹਨ ਤਾਂ ਜੋ ਇਹ ਚੰਗਾ ਲੱਗੇ ਅਤੇ ਤੁਹਾਡੀਆਂ ਟਿਕਟਾਂ ਨੂੰ ਟਰੈਕ ਕਰਨਾ ਅਤੇ ਪ੍ਰਬੰਧਨ ਕਰਨਾ ਆਸਾਨ ਹੋਵੇ। ਹਾਲਾਂਕਿ ਮੈਂ ਬਸ ਇਸ ਤੋਂ ਪਿੱਛੇ ਹਟ ਰਿਹਾ ਕਿਉਂਕਿ ਅਸੀਂ ਹੁਣੇ ਹੀ ਇਸ ਤੇ ਪ੍ਰਕਿਰਿਆ ਕੀਤੀ ਹੈ ਅਤੇ ਮੈਂ ਕਿਸੇ ਵੀ ਹੋਰ ਤਰੁੱਟੀਆਂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੀ। ਅਤੇ ਆਓ ਟਿਕਟ ਦੇ ਹੋਰ ਵਿਕਲਪਾਂ ਬਾਰੇ ਗੱਲ ਕਰੀਏ। ਜੇ ਤੁਸੀਂ ਕੋਈ ਟਿਕਟ ਰੱਦ ਕਰਨੀ ਹੈ ਕਿਉਂਕਿ ਹੁਣ ਤੁਸੀਂ ਇੱਥੇ ਕੰਮ ਨਹੀਂ ਕਰ ਰਹੇ ਜਾਂ ਗਾਹਕ ਨੇ ਕਿਹਾ ਕਿ ਉਹ ਹੁਣ ਕੰਮ ਨਹੀਂ ਕਰਵਾਉਣਾ ਚਾਹੁੰਦੇ, ਤੁਸੀਂ ਟਿਕਟ ਕੈਂਸਲੇਸ਼ਨ ਤੇ ਕਲਿੱਕ ਕਰ ਸਕਦੇ ਹੋ। ਬਸ ਰੱਦ ਕਰਨ ਦਾ ਕਾਰਨ ਦੱਸੋ ਅਤੇ ਫਿਰ ਤੁਸੀਂ ਟਿਕਟ ਨੂੰ ਰੱਦ ਕਰ ਸਕੋਗੇ। ਸੋ ਇਸ ਦੇ ਲਈ ਮੈਂ ਹੁਣ ਕੰਮ ਨਹੀਂ ਕਰ ਰਹੀ। ਕੈਂਸਲੇਸ਼ਨ ਭੇਜੋ। ਇਹ ਤੁਹਾਨੂੰ ਦੱਸ ਦੇਵੇਗਾ ਕਿ ਰੱਦ ਕਰਨਾ ਸਫਲ ਰਿਹਾ ਹੈ ਜਾਂ ਕਿ ਇਹ ਕਿਸੇ ਕਾਰਨ ਕਰਕੇ ਅਸਫਲ ਰਿਹਾ ਹੈ। ਟਿਕਟ ਦੇ ਸਿਖਰ ਤੇ ਇਹ ਹਾਲੇ ਇਹ ਨਹੀਂ ਦੱਸਦਾ ਕਿ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ, ਪਰ ਜੇ ਅਸੀਂ ਇਸ ਟਿਕਟ ਤੇ ਵਾਪਸ ਆਉਂਦੇ ਹਾਂ ਜਿਸ ਦੇ ਨੰਬਰ ਦੇ ਅੰਤ ਵਿੱਚ 2 ਅਤੇ 5 ਹੈ ਤਾਂ ਇਹ ਦੱਸੇਗਾ ਕਿ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਕੈਂਸਲੇਸ਼ਨ ਦਾ ਸੁਨੇਹਾ ਸਾਹਮਣੇ ਲਿਆਉਣ ਵਾਸਤੇ ਰਿਫਰੈਸ਼ ਕਰਨ ਦੀ ਲੋੜ ਪੈਂਦੀ ਹੈ। ਹੁਣ ਅਸੀਂ ਕੁਝ ਹੋਰ ਟਿਕਟ ਵਿਕਲਪ ਦੇਖਾਂਗੇ। ਅਸੀਂ ਰੀਸੈਂਟ PDF, ਕੰਟੀਨਿਊਡ ਟਿਕਟ, ਪ੍ਰਿੰਟ ਵਿਊ ਅਤੇ ਨਿਊ ਸਰਚ ਬਾਰੇ ਗੱਲ ਕਰ ਚੁੱਕੇ ਹਾਂ। ਹੁਣ ਬਚੇ ਹਨ ਪੋਜ਼ਿਟਿਵ ਰਿਸਪੌਂਸ ਅਤੇ ਰੀਲੋਕੇਟ ਟਿਕਟ। ਸੋ ਖਾਸ ਕਰਕੇ ਅਲਬਰਟਾ ਵਿੱਚ ਸਹੂਲਤ ਦੇ ਮਾਲਕਾਂ ਨੇ 30 ਦਿਨਾਂ ਦੀ ਇੱਕ ਕਲੀਅਰੈਂਸ ਵਿੰਡੋ ਪ੍ਰਦਾਨ ਕੀਤੀ ਸੀ ਜਦੋਂ ਤੱਕ ਕੁਝ ਹੋਰ ਨਾ ਕਿਹਾ ਗਿਆ ਹੋਵੇ। ਹੁਣ ਸਪਸ਼ਟ ਹੈ ਕਿ ਤੁਹਾਡੇ ਪ੍ਰੋਜੈਕਟ ਨੂੰ ਪੂਰਾ ਹੋਣ ਵਿੱਚ 30 ਦਿਨਾਂ ਤੋਂ ਵੱਧ ਸਮਾਂ ਲੱਗ ਸਕਦਾ ਹੈ। ਜੇ ਤੁਹਾਨੂੰ ਕਦੇ ਵੀ ਦੁਬਾਰਾ ਨਿਸ਼ਾਨ ਲਗਾਉਣ ਜਾਂ ਕਲੀਅਰੈਂਸ ਨੂੰ ਰਿਫਰੈਸ਼ ਕਰਨਾ ਪਵੇ ਤਾਂ ਤੁਹਾਨੂੰ ਬਸ ਰੀਲੋਕੇਟ ਟਿਕਟ ਚੁਣਨ ਦੀ ਲੋੜ ਪਵੇਗੀ। ਟਿਕਟ ਦੀ ਜਗ੍ਹਾ ਬਦਲਣਾ ਬਿਲਕੁਲ ਪਿਛਲੀ ਬੇਨਤੀ ਵਾਂਗ ਹੋਣਾ ਚਾਹੀਦਾ ਹੈ। ਕੁਝ ਖੇਤਰ ਹਨ ਜਿਨ੍ਹਾਂ ਨੂੰ ਬਦਲਿਆ ਜਾ ਸਕਦਾ ਹੈ ਅਤੇ ਅਸੀਂ ਹੁਣ ਉਹਨਾਂ ਬਾਰੇ ਗੱਲ ਕਰਾਂਗੇ, ਪਰ ਜ਼ਰੂਰੀ ਤੌਰ ਤੇ ਤੁਹਾਡਾ ਕਾਰਜ ਖੇਤਰ, ਤੁਹਾਡੇ ਕੰਮ ਦੀ ਕਿਸਮ ਅਤੇ ਪੁਟਾਈ ਦੀ ਵਿਧੀ ਅਤੇ ਡੂੰਘਾਈ ਸਭ ਕੁਝ ਪਹਿਲਾਂ ਵਾਲਾ ਰਹਿਣਾ ਚਾਹੀਦਾ ਹੈ। ਔਨ-ਸਾਈਟ ਸੰਪਰਕ ਬਦਲਿਆ ਜਾ ਸਕਦਾ ਹੈ। ਸਪਸ਼ਟ ਹੈ ਕਿ ਜੇ ਤੁਸੀਂ ਸਾਈਟ ਤੇ ਲੰਬੇ ਸਮੇਂ ਲਈ ਹੋ ਤਾਂ ਤੁਹਾਡੇ ਕੋਲ ਬਹੁਤ ਸਾਰੇ ਸੁਪਰਵਾਈਜ਼ਰ ਹੋਣਗੇ ਜੋ ਉਸ ਮਿਆਦ ਦੇ ਦੌਰਾਨ ਸਾਈਟ ਨੂੰ ਸੰਭਾਲਦੇ ਹਨ। ਸੋ ਜਦੋਂ ਤੁਸੀਂ ਜਗ੍ਹਾ ਬਦਲ ਰਹੇ ਹੋਵੋ ਤਾਂ ਸ਼ਾਇਦ ਤੁਸੀਂ ਇੱਕ ਨਵਾਂ ਸਾਈਟ ਸੁਪਰਵਾਈਜ਼ਰ ਦਾਖਲ ਕਰਨਾ ਚਾਹੋ।
ਬਦਲਣਯੋਗ ਦੂਜਾ ਵਿਕਲਪ ਹੈ ਵਰਕਿੰਗ ਔਨ ਬਿਹਾਫ ਆਫ। ਹੋ ਸਕਦਾ ਹੈ ਤੁਹਾਡਾ ਠੇਕੇਦਾਰ ਬਦਲ ਗਿਆ ਹੋਵੇ, ਜਾਂ ਹੋ ਸਕਦਾ ਹੈ ਤੁਸੀਂ ਇੱਕ ਨਵੇਂ ਉਪ ਠੇਕੇਦਾਰ ਵਜੋਂ ਕੰਮ ਕਰ ਰਹੇ ਹੋਵੋ। ਇਸ ਤੋਂ ਇਲਾਵਾ ਤੁਸੀਂ ਕਿਸ ਦੇ ਲਈ ਕੰਮ ਕਰ ਰਹੇ ਹੋ ਉਸ ਨਾਲ ਦਿੱਤੇ ਜਾ ਰਹੇ ਜਵਾਬ ਤੇ ਅਸਰ ਨਹੀਂ ਪੈਂਦਾ। ਇਸ ਲਈ ਜਗ੍ਹਾ ਬਦਲਣ ਨਾਲ ਇਹ ਮਾਅਨੇ ਨਹੀਂ ਰੱਖਦਾ। ਲੋੜ ਪੈਣ ਤੇ ਤੁਸੀਂ ਆਪਣਾ ਯੂਜ਼ਰ ਰੈਫਰੈਂਸ ਅਤੇ ਜੌਬ ਸਟਾਰਟ ਡੇਟ ਬਦਲ ਸਕਦੇ ਹੋ। ਤੁਸੀਂ ਹੁਣ ਬੀਤ ਚੁੱਕੇ ਮਹੀਨੇ ਵਿੱਚ ਸ਼ੁਰੂਆਤ ਨਹੀਂ ਕਰ ਰਹੇ ਹੋ, ਤੁਸੀਂ ਹੁਣ ਤੋਂ ਇੱਕ ਹਫ਼ਤੇ ਵਿੱਚ ਜਾਂ ਤੁਹਾਡੀ ਸਾਈਟ ਤੇ ਦੁਬਾਰਾ ਖੁੱਲਣ ਤੇ ਸ਼ੁਰੂ ਕਰਨਾ ਚਾਹੁੰਦੇ ਹੋ, ਕਿਉਂਕਿ ਤੁਹਾਡੀ ਜਗ੍ਹਾ ਬਦਲਣ ਦੀ ਮਿਆਦ ਖਤਮ ਹੋ ਗਈ ਹੈ, ਇਸ ਲਈ ਤੁਸੀਂ ਉਸ ਤਰੀਕ ਨੂੰ ਨਹੀਂ ਚੁਣਨਾ ਚਾਹੁੰਦੇ। ਫਿਰ ਅਸੀਂ ਡੂੰਘਾਈ ਤੇ ਪਹੁੰਚ ਜਾਂਦੇ ਹਾਂ ਅਤੇ ਇੱਥੇ ਆ ਕਿ ਅਸੀਂ ਇਸ ਬਾਰੇ ਗੱਲ ਕਰ ਰਹੇ ਸੀ ਕਿ ਵੈਬਸਾਈਟ ਜਾਂ ਟੈਸਟ ਸਰਵਰ ਅਤੇ ਨਿਯਮਿਤ ਵੈਬਸਾਈਟ ਵਿੱਚ ਕੀ ਫਰਕ ਹੈ। ਨਿਯਮਿਤ ਵੈਬਸਾਈਟ ਤੇ ਤੁਸੀਂ ਜਗ੍ਹਾ ਬਦਲਣ ਤੇ ਆਪਣੀ ਡੂੰਘਾਈ ਨਹੀਂ ਬਦਲ ਸਕਦੇ। ਇਸ ਨੂੰ ਹੁਣ ਬਦਲਿਆ ਜਾ ਸਕਦਾ ਹੈ ਕਿਉਂਕਿ ਅਸੀਂ ਉਹ ਵਾਧੂ ਡੂੰਘਾਈ ਵਿਕਲਪ ਜੋੜ ਦਿੱਤਾ ਹੈ ਅਤੇ ਅਸੀਂ ਇਸ ਨੂੰ ਤਬਦੀਲੀ ਨੂੰ ਸਮਰੱਥ ਕਰਨ ਵਿੱਚ ਕੁਝ ਮੁੱਦਿਆਂ ਦਾ ਸਾਹਮਣਾ ਕਰ ਰਹੇ ਹਾਂ ਅਤੇ ਇਸ ਲਈ ਇਸ ਨੂੰ ਹਾਲੇ ਤੱਕ ਲਾਈਵ ਸੰਸਕਰਣ ਤੇ ਨਹੀਂ ਪਾਇਆ ਗਿਆ। ਸੋ ਜਦੋਂ ਤੁਸੀਂ ਜਗ੍ਹਾ ਬਦਲਣ ਦੀ ਪ੍ਰਕਿਰਿਆ ਤੇ ਜਾਂਦੇ ਹੋ ਤੁਸੀਂ ਇਸ ਨੂੰ ਬਦਲ ਨਹੀਂ ਸਕੋਗੇ ਅਤੇ ਅਸਲ ਵਿੱਚ ਮੈਨੂੰ ਹੁਣ ਇਸ ਨੂੰ ਬਦਲਣ ਦੇ ਸਮਰੱਥ ਨਹੀਂ ਹੋਣਾ ਚਾਹੀਦਾ। ਥੋੜੀ ਜਿਹੀ ਗੜਬੜ ਹੈ ਅਤੇ ਇਸ ਲਈ ਡੂੰਘਾਈ ਦਾ ਹੋਰ ਵਿਕਲਪ ਹਾਲੇ ਸ਼ਾਮਲ ਨਹੀਂ ਕੀਤਾ ਗਿਆ। ਸੋ ਮੈਨੂੰ ਜਾਪਦਾ ਹੈ ਕਿ ਅਸੀਂ ਹੁਣ ਸਿਰਫ ਇੱਕ ਹੋਰ ਚੀਜ਼ ਬਾਰੇ ਗੱਲ ਕਰਨੀ ਹੈ ਅਤੇ ਉਹ ਹੈ ਪੋਜ਼ਿਟਿਵ ਰਿਸਪੌਂਸ। ਅਤੇ ਇੱਕ ਹੋਰ ਚੀਜ਼ ਹੈ ਟਿਕਟ ਇਤਿਹਾਸ। ਆਓ ਪਹਿਲਾਂ ਟਿਕਟ ਇਤਿਹਾਸ ਬਾਰੇ ਗੱਲ ਕਰੀਏ। ਟਿਕਟ ਇਤਿਹਾਸ ਦੱਸਦਾ ਹੈ ਕਿ ਤੁਸੀਂ ਆਪਣੀਆਂ ਪਿਛਲੀਆਂ ਟਿਕਟਾਂ ਵਿੱਚੋਂ ਕਿਸੇ ਦੀ ਸਮੀਖਿਆ ਕਿਵੇਂ ਕਰ ਸਕਦੇ ਹੋ। ਜੇ ਤੁਹਾਡੇ ਕੋਲ ਕੋਈ ਟਿਕਟ ਨੰਬਰ ਹੈ ਜੋ ਤੁਸੀਂ ਲੱਭਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਟਿਕਟ ਨੰਬਰ ਵਿੱਚ ਪਾ ਕੇ ਇਕੁਅਲ ਟੂ ਦੀ ਭਾਲ ਕਰ ਸਕਦੇ ਹੋ ਅਤੇ ਇਹ ਖਾਸ ਤੌਰ ਤੇ ਉਸ ਟਿਕਟ ਨੂੰ ਲੱਭ ਲਵੇਗਾ। ਤੁਸੀਂ ਇਕੁਅਲ ਟੂ ਨੂੰ ਲੈਸ ਦੈਨ ਜਾਂ ਮੋਰ ਦੈਨ ਜਾਂ ਨਾਟ ਦਾ ਸੇਮ ਵਿੱਚ ਬਦਲ ਸਕਦੇ ਹੋ। ਜੇ ਇਸ ਨੂੰ ਲੈਸ ਦੈਨ ਤੇ ਸੈੱਟ ਕੀਤਾ ਗਿਆ ਹੈ ਅਤੇ ਤੁਸੀਂ ਟਿਕਟ ਨੰਬਰ ਦਾਖਲ ਕਰਦੇ ਹੋ ਤਾਂ ਇਹ ਕੀ ਕਰੇਗਾ, ਇਹ ਸਾਰੀਆਂ ਟਿਕਟਾਂ ਲੱਭੇਗਾ ਜੋ ਉਸ ਟਿਕਟ ਨੰਬਰ ਤੋਂ ਪਹਿਲਾਂ ਜਮ੍ਹਾਂ ਕੀਤੀਆਂ ਗਈਆਂ ਸਨ। ਜੇ ਤੁਸੀਂ ਗ੍ਰੇਟਰ ਦੈਨ ਜਾਂ ਮੋਰ ਦੈਨ ਚੁਣਦੇ ਹੋ ਤਾਂ ਇਹ ਉਹ ਸਾਰੀਆਂ ਟਿਕਟਾਂ ਲੱਭੇਗਾ ਜੋ ਉਸ ਟਿਕਟ ਨੰਬਰ ਤੋਂ ਬਾਹਰ ਜਮ੍ਹਾਂ ਕੀਤੀਆਂ ਗਈਆਂ ਸਨ। ਜੇ ਤੁਸੀਂ ਇਸ ਨੂੰ ਨੋਟ ਦਾ ਸੇਮ ਐਜ਼ ਕਰਦੇ ਹੋ ਤਾਂ ਇਹ ਉਸ ਟਿਕਟ ਨੰਬਰ ਨੂੰ ਛੱਡ ਕੇ ਹਰ ਇੱਕ ਟਿਕਟ ਲੱਭੇਗਾ। ਅੱਗੇ ਹੈ ਵਰਤੋਂਕਾਰ ਰੈਫਰੈਂਸ ਅਤੇ ਮੈਂ ਪਹਿਲਾਂ ਹੀ ਦੱਸਿਆ ਹੈ ਕਿ ਮੈਂ ਕਿਵੇਂ ਆਪਣੇ ਸੂਬਿਆਂ ਨੂੰ ਆਪਣੇ ਵਰਤੋਂਕਾਰ ਰੈਫਰੈਂਸ ਵਜੋਂ ਵਰਤਣਾ ਪਸੰਦ ਕਰਦੀ ਹਾਂ। ਤੁਸੀਂ ਆਪਣੇ ਵਰਤੋਂਕਾਰ ਰੈਫਰੈਂਸ ਵਿੱਚ ਕੁਝ ਵੀ ਪਾ ਸਕਦੇ ਹੋ ਅਤੇ ਫਿਰ ਇਹ ਇਸ ਇਤਿਹਾਸ ਟੈਬ ਵਿੱਚ ਇੱਕ ਖੋਜਿਆ ਜਾ ਸਕਣ ਵਾਲਾ ਖੇਤਰ ਹੈ। ਮੈਂ ਆਪਣੇ ਸਾਰੇ ਸੂਬਿਆਂ ਖਾਸ ਕਰਕੇ ਆਪਣੀਆਂ ਸਾਰੀਆਂ ਟਿਕਟਾਂ ਨੂੰ ਵਰਤੋਂਕਾਰ ਰੈਫਰੈਂਸ ਵਿੱਚ ਸੂਬੇ ਅਨੁਸਾਰ ਕ੍ਰਮਬੱਧ ਕੀਤਾ ਹੈ। ਜੇ ਮੈਂ AB ਦੀ ਖੋਜ ਕਰਦੀ ਹਾਂ ਤਾਂ ਮੈਨੂੰ ਉਹ ਸਾਰੀਆਂ ਟਿਕਟਾਂ ਮਿਲਣਗੀਆਂ ਜਿਨ੍ਹਾਂ ਵਿੱਚ AB ਹੈ ਅਤੇ ਇਹੋ ਗੱਲ SK ਜਾਂ MB ਤੇ ਵੀ ਲਾਗੂ ਹੁੰਦੀ ਹੈ। ਉਹ ਸਾਰੇ ਖੋਜੇ ਜਾ ਸਕਣਗੇ। ਜਮ੍ਹਾਂ ਕਰਾਈਆਂ ਟਿਕਟਾਂ ਵਾਸਤੇ ਨਿਸ਼ਚਿਤ ਤਰੀਕ ਵੀ ਲੱਭੀ ਜਾ ਸਕਦੀ ਹੈ। ਜੇ ਅਸੀਂ ਅੱਜ ਤੋਂ ਆਪਣੀਆਂ ਸਾਰੀਆਂ ਟਿਕਟਾਂ ਦੀ ਭਾਲ ਕਰ ਰਹੇ ਹਾਂ ਤਾਂ ਅਸੀਂ 4 ਟਿਕਟਾਂ ਜਮ੍ਹਾਂ ਕੀਤੀਆਂ ਹਨ। ਜੇ ਅਸੀਂ ਇੱਕ ਵਿਸ਼ੇਸ਼ ਸ਼ਹਿਰ ਵਿੱਚ ਆਪਣੀਆਂ ਸਾਰੀਆਂ ਟਿਕਟਾਂ ਲੱਭ ਰਹੇ ਹਾਂ ਤਾਂ ਅਸੀਂ ਉਹ ਵੀ ਕਰ ਸਕਦੇ ਹਾਂ। ਜੇ ਅਸੀਂ ਕਿਸੇ ਖਾਸ ਕਿਸਮ ਦੀਆਂ ਸਾਰੀਆਂ ਟਿਕਟਾਂ ਲੱਭ ਰਹੇ ਹਾਂ ਤਾਂ ਅਸੀਂ ਇਹ ਵੀ ਕਰ ਸਕਦੇ ਹਾਂ। ਇਹਨਾਂ ਨੂੰ ਆਪਸ ਵਿੱਚ ਜੋੜਿਆ ਵੀ ਜਾ ਸਕਦਾ ਹੈ। ਸੋ ਅਸੀਂ ਆਪਣੀਆਂ ਸਾਰੀਆਂ ਕੈਲਗਰੀ ਦੀਆਂ ਰੈਗੂਲਰ ਟਿਕਟਾਂ ਵੀ ਲੱਭ ਸਕਦੇ ਹਾਂ। ਸੋ ਸਾਡਾ ਸਰਚ ਫੰਕਸ਼ਨ ਜਾਂ ਹਿਸਟਰੀ ਫੰਕਸ਼ਨ ਇਸ ਤਰ੍ਹਾਂ ਕੰਮ ਕਰਦੇ ਹਨ। ਇਹ ਲਾਜ਼ਮੀ ਤੌਰ ਤੇ ਇਸ ਲਈ ਹੈ ਕਿ ਤੁਸੀਂ ਆਪਣੀਆਂ ਟਿਕਟਾਂ ਤੇ ਨਜ਼ਰ ਰੱਖ ਸਕੋ ਜਾਂ ਉਹ ਟਿਕਟਾਂ ਲੱਭ ਸਕੋ ਜੋ ਤੁਸੀਂ ਪਿਛਲੇ ਸਮੇਂ ਵਿੱਚ ਜਮ੍ਹਾਂ ਕੀਤੀਆਂ ਸੀ ਅਤੇ ਇਸ ਨਾਲ ਉਹਨਾਂ ਕਿਸੇ ਵੀ ਟਿਕਟਾਂ ਨੂੰ ਟਰੈਕ ਕੀਤਾ ਜਾ ਸਕੇਗਾ ਜੋ ਤੁਸੀਂ ਸਿਸਟਮ ਵਿੱਚ ਜਮ੍ਹਾਂ ਕਰਵਾਈਆਂ ਸਨ। ਸਵਾਲਾਂ ਜਵਾਬਾਂ ਵਿੱਚ ਜਾਣ ਤੋਂ ਪਹਿਲਾਂ ਆਓ ਪੋਜ਼ਿਟਿਵ ਰਿਸਪੌਂਸ ਬਾਰੇ ਗੱਲ ਕਰੀਏ। ਤੁਸੀਂ ਉਹਨਾਂ ਸਹੂਲਤ ਮਾਲਕਾਂ ਲਈ ਰਿਮਾਈਂਡਰ ਜਮ੍ਹਾਂ ਕਰ ਸਕਦੇ ਹੋ ਜਿਨ੍ਹਾਂ ਨੇ 3 ਪੂਰੇ ਕਾਰੋਬਾਰੀ ਦਿਨਾਂ ਦੇ ਅੰਦਰ ਤੁਹਾਨੂੰ ਜਵਾਬ ਨਹੀਂ ਦਿੱਤਾ। ਇਹ ਟੈਸਟ ਸਰਵਰ ਜਿਸ ਤੇ ਅਸੀਂ ਇਸ ਪੂਰੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਾਂ ਆਸਟ੍ਰੇਲੀਆ ਵਿੱਚ ਸਥਿਤ ਹੈ। ਇਸ ਨੂੰ ਲੋਡ ਹੋਣ ਵਿੱਚ ਕੁਝ ਸਕਿੰਟ ਲੱਗ ਸਕਦੇ ਹਨ। ਯਾਦ ਰੱਖੋ ਕਿ ਨਿਯਮਿਤ ਵੈਬਸਾਈਟ ਕੈਨੇਡਾ ਜਾਂ ਘੱਟੋ-ਘੱਟ ਉੱਤਰੀ ਅਮਰੀਕਾ ਵਿੱਚ ਸਥਿਤ ਹੈ, ਇਸ ਲਈ ਲੋਡ ਸਮਾਂ ਕਾਫੀ ਜ਼ਿਆਦਾ ਘੱਟ ਹੁੰਦਾ ਹੈ। ਆਮ ਵੈਬਸਾਈਟ ਦੀ ਵਰਤੋਂ ਕਰਦੇ ਸਮੇਂ ਇੰਨਾ ਲੰਮਾ ਇੰਤਜ਼ਾਰ ਨਹੀਂ ਕਰਨਾ ਪੈਂਦਾ, ਪਰ ਜਿਵੇਂ ਮੈਂ ਦੱਸਿਆ ਹੈ ਅਸੀਂ ਟੈਸਟ ਵਾਤਾਵਰਣ ਦੀ ਵਰਤੋਂ ਸਹੂਲਤ ਮਾਲਕਾਂ ਲਈ ਰੁਕਾਵਟਾਂ ਨੂੰ ਵੱਧ ਤੋਂ ਵੱਧ ਸੰਭਵ ਹੱਦ ਤੱਕ ਘਟਾਉਣ ਦੀ ਕੋਸ਼ਿਸ਼ ਵਜੋਂ ਕਰਨਾ ਚਾਹੁੰਦੇ ਸੀ। ਸੋ ਹੁਣ ਜਦੋਂ ਅਸੀਂ ਪੋਜ਼ਿਟਿਵ ਰਿਸਪੌਂਸ ਲੋਡ ਕਰ ਲਿਆ ਹੈ, ਅਸੀਂ ਜੋ ਦੇਖ ਰਹੇ ਹਾਂ ਉਹ ਉਹਨਾਂ ਟਿਕਟਾਂ ਦੀ ਸੂਚੀ ਹੈ ਜੋ ਅਸੀਂ ਜਮ੍ਹਾਂ ਕਰਵਾਈਆਂ ਹਨ, ਜੋ ਹਾਲੇ ਖੁੱਲ੍ਹੀਆਂ ਹੋਈਆਂ ਹਨ ਜਾਂ ਜਿਨ੍ਹਾਂ ਦੀ ਉਹਨਾਂ ਨੂੰ ਜਮ੍ਹਾਂ ਕਰਨ ਦੀ ਤਰੀਕ ਦੇ ਆਧਾਰ ਤੇ ਹਾਲੇ ਮਿਆਦ ਖਤਮ ਨਹੀਂ ਹੋਈ। ਜੇ ਕਿਸੇ ਸਹੂਲਤ ਮਾਲਕ ਨੂੰ ਸੂਚਿਤ ਕੀਤਾ ਗਿਆ ਹੈ ਜਦੋਂ ਤੁਸੀਂ ਟਿਕਟ ਤੇ ਕਲਿੱਕ ਕਰੋਗੇ ਉਹ ਸਹੂਲਤ ਦੇ ਮਾਲਕ ਇੱਥੇ ਸੂਚੀਬੱਧ ਹੋਣਗੇ।
ਕਿਉਂਕਿ ਇਹ ਟਿਕਟ ਕਿਸੇ ਆਬਾਦੀ ਤੋਂ ਦੂਰ ਜਗ੍ਹਾ ਤੇ ਸੀ, ਇੱਥੇ ਕੋਈ ਸਹੂਲਤ ਮਾਲਕ ਨਹੀਂ ਹੈ, ਇਸ ਲਈ ਇਹ ਸੂਚੀ ਇਸ ਸਮੇਂ ਖਾਲੀ ਹੈ। ਇਹ ਜਾਣਬੁੱਝ ਕੇ ਕੀਤਾ ਗਿਆ ਸੀ ਕਿਉਂਕਿ ਮੈਂ ਇਸ ਸਮੇਂ ਸਹੂਲਤਾਂ ਦੇ ਮਾਲਕਾਂ ਨੂੰ ਕੋਈ ਵੀ ਟੈਸਟ ਟਿਕਟਾਂ ਨਹੀਂ ਭੇਜਣਾ ਚਾਹੁੰਦੀ, ਕਿਉਂਕਿ ਉਹ ਬਹੁਤ ਬਿਜ਼ੀ ਹਨ। ਮੰਨ ਲਓ ਸਹੂਲਤ ਦੇ ਮਾਲਕ ਇੱਥੇ ਸੂਚੀਬੱਧ ਹਨ। ਮੈਨੂੰ ਲੱਗਦਾ ਹੈ ਉਹਨਾਂ ਸਾਰਿਆਂ ਦੇ ਆਪਣੇ ਵੱਖਰੇ ਖੇਤਰ ਜਾਂ ਸੂਚੀ ਹੋਵੇਗੀ। ਹਰੇਕ ਸਹੂਲਤ ਮਾਲਕਾਂ ਦੇ ਨਾਮ ਦੇ ਨਾਲ ਇੱਕ ਚੈੱਕ ਬਾਕਸ ਹੋਵੇਗਾ। ਜੇ ਤੁਹਾਨੂੰ 3 ਪੂਰੇ ਕਾਰੋਬਾਰੀ ਦਿਨਾਂ ਵਿੱਚ ਕਿਸੇ ਤੋਂ ਜਵਾਬ ਨਹੀਂ ਮਿਲਿਆ ਤਾਂ ਉਹਨਾਂ ਦੇ ਨਾਮ ਨਾਲ ਵਾਲੇ ਚੈੱਕ ਬਾਕਸ ਤੇ ਕਲਿੱਕ ਕਰੋ ਅਤੇ ਫਿਰ ਸੈਂਡ ਰਿਮਾਈਂਡਰਸ ਤੇ ਕਲਿੱਕ ਕਰੋ। ਇਹ ਉਹਨਾਂ ਨੂੰ ਇੱਕ ਆਟੋਮੈਟਿਕ ਸੂਚਨਾ ਭੇਜਦਾ ਹੈ ਕਿ ਉਹਨਾਂ ਨੇ ਸਮੇਂ ਸਿਰ ਜਵਾਬ ਨਹੀਂ ਦਿੱਤਾ ਅਤੇ ਉਹਨਾਂ ਨੂੰ ਦਿਨ ਦੇ ਅੰਤ ਤੋਂ ਪਹਿਲਾਂ ਤੁਹਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ। ਜੇ ਉਹ ਕਿਸੇ ਕਾਰਨ ਕਰਕੇ ਤੁਹਾਡੇ ਨਾਲ ਸੰਪਰਕ ਨਹੀਂ ਕਰਦੇ ਤਾਂ ਤੁਸੀਂ ਦੁਬਾਰਾ ਲੌਗਇਨ ਕਰੋ ਅਤੇ ਇੱਕ ਹੋਰ ਰਿਮਾਈਂਡਰ ਜਮ੍ਹਾਂ ਕਰੋ ਪਹਿਲਾਂ ਵਾਂਗ। ਜੇ ਤੁਹਾਨੂੰ ਕਦੇ ਦੂਜਾ, ਤੀਜਾ, ਚੌਥਾ ਰਿਮਾਈਂਡਰ ਭੇਜਣਾ ਪੈ ਜਾਂਦਾ ਹੈ ਅਤੇ ਉਮੀਦ ਹੈ ਕਿ ਕਦੇ ਚੌਥਾ ਭੇਜਣਾ ਨਹੀਂ ਪਵੇਗਾ, ਤਾਂ ਕਿਰਪਾ ਕਰਕੇ ਸਾਨੂੰ ਈਮੇਲ ਕਰਕੇ ਜਾਂ ਕਾਲ ਕਰਕੇ ਦੱਸੋ ਤਾਂ ਜੋ ਅਸੀਂ ਸਹੂਲਤ ਮਾਲਕ ਨਾਲ ਫੋਲੋ ਅਪ ਕਰ ਸਕੀਏ। ਉਹ ਸਾਨੂੰ ਨਹੀਂ ਦੱਸਦੇ ਕਿ ਉਹ ਤੁਹਾਡੀ ਬੇਨਤੀ ਦਾ ਜਵਾਬ ਕਦੋਂ ਦੇਣਗੇ ਅਤੇ ਹਜ਼ਾਰਾਂ ਟਿਕਟਾਂ ਹੋਣ ਦੇ ਕਾਰਨ ਸਾਡੇ ਵਾਸਤੇ ਤੁਹਾਡੇ ਜਵਾਬਾਂ ਨੂੰ ਟਰੈਕ ਕਰਨ ਦਾ ਕੋਈ ਤਰੀਕਾ ਨਹੀਂ ਹੈ। ਜੇ ਤੁਹਾਨੂੰ ਜਵਾਬ ਪ੍ਰਾਪਤ ਕਰਨ ਵਿੱਚ ਸਮੱਸਿਆ ਆਉਂਦੀ ਹੈ ਤਾਂ ਅਸੀਂ ਖੁਸ਼ੀ ਨਾਲ ਤੁਹਾਡੀ ਤਰਫੋਂ ਫਾਲੋ ਅਪ ਕਰਾਂਗੇ, ਪਰ ਤੁਹਾਨੂੰ ਸਾਨੂੰ ਇਹਨਾਂ ਮਸਲਿਆਂ ਬਾਰੇ ਦੱਸਣਾ ਪਵੇਗਾ। ਓਕੇ, ਇਹ ਬਹੁਤ ਹੀ ਜ਼ਿਆਦਾ ਸਮੱਗਰੀ ਸੀ ਜੋ ਅਸੀਂ ਲਗਭਗ ਪਿਛਲੇ 15 ਮਿੰਟਾਂ 'ਚ ਕਵਰ ਕੀਤੀ। ਮੇਰੇ ਖਿਆਲ 'ਚ ਅੱਜ ਲਈ ਅਸੀਂ ਸਭ ਕੁਝ ਕਵਰ ਕਰ ਲਿਆ ਹੈ। ਦੂਸਰੇ ਅੱਧ ਵਿੱਚ ਜਲਦਬਾਜ਼ੀ ਕਰਨ ਲਈ ਮਾਫੀ ਚਾਹੁੰਦੀ ਹਾਂ। ਮੈਨੂੰ ਲੱਗਦਾ ਹੈ ਕਿ ਪਹਿਲੇ ਅੱਧ ਵਿੱਚ ਮੈਂ ਥੋੜਾ ਜਿਹਾ ਹੌਲੀ ਚੱਲ ਰਹੀ ਸੀ। ਹੁਣ ਅਸੀਂ ਸਵਾਲ ਲੈਣੇ ਸ਼ੁਰੂ ਕਰਾਂਗੇ। ਜੇ ਤੁਸੀਂ ਕੋਈ ਖਾਸ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਬੇਝਿਜਕ ਆਪਣਾ ਹੱਥ ਖੜਾ ਕਰੋ। ਮੈਂ ਤੁਹਾਨੂੰ ਪੁੱਛਣ ਲਈ ਕਹਾਂਗੀ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਅਤੇ ਫਿਰ ਅਸੀਂ ਉੱਥੋਂ ਅੱਗੇ ਵਧਾਂਗੇ। ਹੁਣ ਮੈਂ ਤੁਹਾਨੂੰ ਇਸ ਲਈ ਕੁਝ ਸਮਾਂ ਦੇਵਾਂਗੀ ਜਿਸ ਦੌਰਾਨ ਮੈਂ ਲਿਖਤੀ ਸਵਾਲਾਂ ਨੂੰ ਪੜ੍ਹ ਲਵਾਂਗੀ। ਬ੍ਰੈਡਨ ਪੁੱਛਦਾ ਹੈ ਕਿ ਇੱਕ ਲਾਈਨ ਲੋਕੇਟ ਟਿਕਟ ਲਈ ਕਿਸ ਕਿਸਮ ਦੇ ਘੱਟੋ-ਘੱਟ ਕੰਮ ਦੀ ਲੋੜ ਪਵੇਗੀ। ਮੈਨੂੰ ਪਤਾ ਹੈ ਬ੍ਰੈਡਨ ਨੇ ਇਹ ਕਿਉਂ ਪੁੱਛਿਆ ਹੈ ਅਤੇ ਮੈਂ ਇਸ ਦਾ ਜਵਾਬ ਇਸ ਤਰ੍ਹਾਂ ਦਿਆਂਗੀ। ਸਾਡੀ ਸੇਵਾ, ਅਸੀਂ ਤੁਹਾਨੂੰ ਸਿਫਾਰਿਸ਼ ਕਰਦੇ ਹਾਂ ਕਿ ਕਿਸੇ ਵੀ ਕਿਸਮ ਦੀ ਜ਼ਮੀਨ ਵਿਚਲੀ ਗੜਬੜੀ ਤੋਂ ਪਹਿਲਾਂ ਤੁਸੀਂ ਲਾਈਨ ਦਾ ਪਤਾ ਕਰਨ ਦੀ ਬੇਨਤੀ ਜਮ੍ਹਾਂ ਕਰੋ, ਭਾਵੇਂ ਡੂੰਘਾਈ ਜਾਂ ਕਿਸਮ ਕੋਈ ਵੀ ਹੋਵੇ। ਇਹ ਤੁਹਾਨੂੰ ਉਸ ਕੰਮ ਦੌਰਾਨ ਹੋਣ ਵਾਲੇ ਕਿਸੇ ਵੀ ਨੁਕਸਾਨ ਲਈ ਜ਼ਿੰਮੇਵਾਰ ਠਹਿਰਾਉਣ ਤੋਂ ਰੋਕਣ ਅਤੇ ਤੁਹਾਨੂੰ ਸੁਰੱਖਿਅਤ ਰੱਖਣ ਲਈ ਹੈ। ਜੇ ਸਹੂਲਤ ਦੇ ਮਾਲਕ ਦੁਆਰਾ ਕੋਈ ਲਾਈਨ ਗਲਤ ਤਰੀਕੇ ਨਾਲ ਚਿੰਨ੍ਹਿਤ ਕੀਤੀ ਜਾਂਦੀ ਹੈ ਤਾਂ ਇਹ ਤੁਹਾਡੀ ਨਹੀਂ ਬਲਕਿ ਉਹਨਾਂ ਦੀ ਸਮੱਸਿਆ ਬਣ ਜਾਂਦੀ ਹੈ, ਕਿਉਂਕਿ ਉਹਨਾਂ ਨੇ ਗਲਤ ਜਵਾਬ ਦਿੱਤਾ ਹੈ। ਜੇ ਤੁਸੀਂ ਉਂਝ ਹੀ ਪੁਟਾਈ ਕਰਕੇ ਲਾਈਨ ਨੂੰ ਨੁਕਸਾਨ ਪਹੁੰਚਾਉਂਦੇ ਹੋ ਤਾਂ ਇਹ ਹਾਲੇ ਵੀ ਤੁਹਾਡੀ ਗਲਤੀ ਹੋਵੇਗੀ, ਕਿਉਂਕਿ ਤੁਸੀਂ ਲਾਈਨ ਦਾ ਪਤਾ ਲਗਾਉਣ ਦੀ ਬੇਨਤੀ ਨਹੀਂ ਕੀਤੀ ਸੀ। ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਕਿਸੇ ਵੀ ਕਿਸਮ ਦੇ ਕੰਮ ਅਤੇ ਕਿਸੇ ਵੀ ਡੂੰਘਾਈ ਲਈ ਇੱਕ ਪਤਾ ਲਗਾਉਣ ਦੀ ਬੇਨਤੀ ਜਮ੍ਹਾਂ ਕਰੋ। ਮੇਰੇ ਕੋਲ ਇਹੀ ਇੱਕ ਲਿਖਤੀ ਸਵਾਲ ਸੀ ਅਤੇ ਮੈਨੂੰ ਲੱਗਦਾ ਨਹੀਂ ਕਿ ਕੋਈ ਹੋਰ ਹੱਥ ਖੜਾ ਕਰ ਰਿਹਾ ਹੈ, ਸੋ ਮੈਂ ਪੇਸ਼ਕਾਰੀ ਨੂੰ 10 ਹੋਰ ਮਿੰਟਾਂ ਲਈ ਖੁੱਲ੍ਹਾ ਰੱਖਾਂਗੀ। ਜੇ ਤੁਹਾਡੇ ਮਨ ਵਿੱਚ ਕੋਈ ਸਵਾਲ ਹਨ ਤਾਂ ਬੇਝਿਜਕ ਪੁੱਛੋ। ਮੈਂ ਸਵਾਲ ਪੁੱਛਣ ਵਾਲੇ ਹੱਥਾਂ ਤੇ ਅਤੇ ਲਿਖਤੀ ਸਵਾਲਾਂ ਤੇ ਨਜ਼ਰ ਰੱਖਾਂਗੀ, ਨਹੀਂ ਤਾਂ ਮੈਂ ਉਹਨਾਂ ਟਿਕਟਾਂ ਨੂੰ ਰੱਦ ਕਰਨਾ ਸ਼ੁਰੂ ਕਰ ਰਹੀ ਹਾਂ ਜੋ ਮੈਂ ਅੱਜ ਬਣਾਈਆਂ ਸਨ, ਤਾਂ ਜੋ ਉਹ ਮੇਰੇ ਖਾਤੇ ਵਿੱਚ ਖੁੱਲ੍ਹੀਆਂ ਨਾ ਰਹਿਣ। ਭਾਗ ਲੈਣ ਲਈ ਬਹੁਤ-ਬਹੁਤ ਧੰਨਵਾਦ। ਮੈਨੂੰ ਉਮੀਦ ਹੈ ਤੁਹਾਨੂੰ ਇਹ ਮੁੱਢਲਾ ਵੈਬੀਨਾਰ ਲਾਭਦਾਇਕ ਲੱਗਿਆ ਹੋਵੇਗਾ। ਜੇ ਤੁਸੀਂ ਕੁਝ ਹੋਰ ਵਧੀਆ ਉਦਾਹਰਨਾਂ ਲੱਭ ਰਹੇ ਹੋ ਜਾਂ ਤੁਸੀਂ ਸਾਡੀ ਵੈਬਸਾਈਟ ਦੀਆਂ ਕੁਝ ਗੁੰਝਲਦਾਰ ਗੱਲਾਂ ਬਾਰੇ ਡੂੰਘਾਈ ਵਿੱਚ ਜਾਣਨਾ ਚਾਹੁੰਦੇ ਹੋ ਤਾਂ ਸ਼ਾਇਦ ਤੁਸੀਂ ਸਾਡੇ ਵੀਰਵਾਰ ਦੇ ਵੈਬੀਨਾਰ ਵਿੱਚ ਬੈਠਣਾ ਚਾਹੋਗੇ। ਜੇ ਤੁਸੀਂ ਵੀਰਵਾਰ ਨੂੰ ਉਪਲਬਧ ਨਹੀਂ ਹੋ ਤਾਂ ਸਾਡੇ ਕੋਲ ਉਹਨਾਂ ਵੈਬੀਨਾਰਾਂ ਦੇ ਵੀਡੀਓ ਉਪਲਬਧ ਹਨ। ਨਿਸ਼ਚਿਤ ਤੌਰ ਤੇ ਮੈਂ ਤੁਹਾਨੂੰ ਆਪਣਾ ਕੱਲ੍ਹ ਵਾਲਾ ਵੀਡੀਓ ਵੀ ਦੇ ਸਕਦੀ ਹਾਂ, ਨਹੀਂ ਤਾਂ ਮੈਂ ਅਗਲੇ ਵੀਰਵਾਰ ਵਾਪਸ ਆਵਾਂਗੀ। ਮੈਨੂੰ ਲੱਗਦਾ ਹੈ ਉਹ 4 ਜਾਂ 5 ਤਰੀਕ ਹੈ। ਨਹੀਂ, ਇਹ 7 ਤਰੀਕ ਹੈ। 7 ਤਰੀਕ ਨੂੰ ਮੈਂ ਵਾਪਸ ਆਵਾਂਗੀ। ਮੇਰਾ ਵਿਸ਼ਵਾਸ ਹੈ ਕਿ ਉਸ ਦਿਨ ਅਸੀਂ 11:30 ਜਾਂ 11 ਵਜੇ ਸ਼ੁਰੂ ਕਰਾਂਗੇ। ਤੁਸੀਂ ਉਹਨਾਂ ਵਾਸਤੇ ਵੀ ਸਾਈਨ ਅਪ ਕਰ ਸਕਦੇ ਹੋ ਅਤੇ ਸਾਨੂੰ ਉਹਨਾਂ ਨੂੰ ਪੂਰਾ ਕਰਕੇ ਖੁਸ਼ੀ ਹੋਵੇਗੀ। ਕਿਸੇ ਵੀ ਫੀਡਬੈਕ ਵਾਸਤੇ ਸੰਪਰਕ ਕਰੋ। ਸਾਡੇ ਦੁਆਰਾ ਪੇਸ਼ਕਾਰੀ ਖਤਮ ਕਰਨ ਤੋਂ ਬਾਅਦ ਤੁਹਾਨੂੰ ਇੱਕ ਧੰਨਵਾਦ ਈਮੇਲ ਪ੍ਰਾਪਤ ਹੋਵੇਗੀ। ਤੁਸੀਂ ਉਸ ਦਾ ਸਿੱਧਾ ਜਵਾਬ ਦੇ ਸਕਦੇ ਹੋ ਅਤੇ ਤੁਸੀਂ ਸਾਨੂੰ ਇੱਕ ਈਮੇਲ ਵੀ ਭੇਜ ਸਕਦੇ ਹੋ ਜੋ info@beforeyoudigpartners.com ਤੇ ਜਾਵੇਗੀ। ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਕੀ ਪਸੰਦ ਆਇਆ ਅਤੇ ਕੀ ਨਹੀਂ। ਕੀ ਤੁਸੀਂ ਭਵਿੱਖ ਵਿੱਚ ਤਬਦੀਲੀਆਂ ਦੇਖਣੀਆਂ ਚਾਹੁੰਦੇ ਹੋ ਜਾਂ ਤੁਹਾਡੇ ਵਿਚਾਰ ਵਿੱਚ ਅਸੀਂ ਆਪਣੀ ਪ੍ਰਕਿਰਿਆ ਨੂੰ ਕਿਵੇਂ ਸੁਧਾਰ ਸਕਦੇ ਹਾਂ। ਜੈਸਿਕਾ ਪੁੱਛਦੀ ਹੈ ਕਿ ਕੀ ਪੁਟਾਈ ਦੀ ਤਰੀਕ ਨੂੰ ਬਦਲੇ ਬਗੈਰ ਮੌਜੂਦਾ ਟਿਕਟ ਨੂੰ ਬਦਲਣ ਦਾ ਕੋਈ ਤਰੀਕਾ ਹੈ ਜੇ ਪੁਟਾਈ ਦਾ ਖੇਤਰ ਨਹੀਂ ਬਦਲਿਆ।
ਮਿਸਾਲ ਵਜੋਂ ਜੇ ਤੁਸੀਂ ਆਪਣੀ ਮੁਲਾਕਾਤ ਤੋਂ ਇੱਕ ਦਿਨ ਪਹਿਲਾਂ ਟਿਕਟ ਬਦਲ ਦਿੰਦੇ ਹੋ, ਬਦਕਿਸਮਤੀ ਨਾਲ ਉਸ ਟਿਕਟ ਨੂੰ ਰੱਖਣ, ਟਿਕਟ ਦੀ ਸ਼ੁਰੂਆਤੀ ਤਰੀਕ ਉਹੀ ਰੱਖਣ ਦਾ ਕੋਈ ਤਰੀਕਾ ਨਹੀਂ ਹੈ, ਕਿਉਂਕਿ ਇੱਕ ਨਵੀਂ ਟਿਕਟ ਬਣਾਈ ਜਾਂਦੀ ਹੈ। ਅਸਲ ਵਿੱਚ ਜਿਸ ਢੰਗ ਨਾਲ ਉਹ ਖੇਤਰ ਕੰਮ ਕਰਦਾ ਹੈ ਉਸ ਵਿੱਚ ਕੋਈ ਲਚਕਤਾ ਨਹੀਂ ਹੈ। ਸਾਡੇ ਕੋਲ ਅਜਿਹਾ ਕਰਨ ਦਾ ਕੋਈ ਤਰੀਕਾ ਨਹੀਂ ਹੈ। ਇਹ ਸਿਸਟਮ ਦੁਆਰਾ ਪਿਛੋਕੜ ਵਿੱਚ ਨਿਰਧਾਰਤ ਕੀਤਾ ਜਾਂਦਾ ਹੈ, ਇਸ ਲਈ ਤੁਹਾਡੇ ਕੋਲ ਆਪਣੇ ਆਪ ਹੀ ਡਿਫਾਲਟ ਤੌਰ ਤੇ ਉਹ ਆਖਰੀ ਮਿਤੀ ਆ ਜਾਵੇਗੀ। ਸੋ ਜੇ ਤੁਹਾਡੇ ਕੋਲ ਕੋਈ ਬਹੁਤ ਵੱਡਾ ਖੇਤਰ ਹੈ ਅਤੇ ਤੁਸੀਂ ਆਪਣੇ ਨਕਸ਼ੇ ਨੂੰ ਅੰਤਮ ਰੂਪ ਦੇਣ ਲੱਗਦੇ ਹੋ ਤਾਂ ਕੀ ਹੁੰਦਾ ਹੈ? ਇਹ ਗਾਇਬ ਹੋ ਜਾਂਦਾ ਹੈ ਅਤੇ ਤੁਹਾਨੂੰ ਦੱਸਦਾ ਹੈ ਕਿ ਆਕਾਰ ਦਾ ਮਾਪ ਆਗਿਆ ਦੇ ਵੱਧ ਤੋਂ ਵੱਧ ਖੇਤਰ ਤੋਂ ਵੱਧ ਗਿਆ ਹੈ। ਹੁਣ ਅਸੀਂ ਇਸ ਮੁੱਦੇ ਨੂੰ ਕਿਵੇਂ ਹੱਲ ਕਰਾਂਗੇ? ਠੀਕ ਹੈ, ਮੈਂ ਪਹਿਲਾਂ ਕੁਝ ਨਕਸ਼ਾ ਟੂਲਾਂ ਬਾਰੇ ਗੱਲ ਖਤਮ ਕਰਨਾ ਚਾਹੁੰਦੀ ਹਾਂ ਅਤੇ ਫਿਰ ਅਸੀਂ ਜਲਦੀ ਨਾਲ ਇਸ ਮੁੱਦੇ ਤੇ ਆਵਾਂਗੇ। ਅੱਗੇ ਸਾਡੇ ਕੋਲ ਨਕਸ਼ੇ ਦੀਆਂ ਪਰਤਾਂ ਹਨ। ਸ਼ੁਰੂ ਕਰਨ ਲਈ ਸਾਡੇ ਕੋਲ ਗੂਗਲ ਹਾਈਬ੍ਰਿਡ ਹੈ। ਇਹ ਡਿਫਾਲਟ ਨਕਸ਼ਾ ਦ੍ਰਿਸ਼ ਹੈ ਅਤੇ ਇਹ ਗੂਗਲ ਵਿਊ ਅਤੇ ਗੂਗਲ ਸੈਟੇਲਾਈਟ ਵਿਊ ਦਾ ਸੁਮੇਲ ਹੈ। ਜ਼ਰੂਰੀ ਤੌਰ ਤੇ ਇਹ ਸੈਟੇਲਾਈਟ ਦੇ ਚਿੱਤਰ ਅਤੇ ਨਾਲ ਹੀ ਸੜਕਾਂ ਦੇ ਨਾਮ ਵੀ ਦਿਖਾਉਂਦਾ ਹੈ। ਜੇ ਅਸੀਂ ਸਿਰਫ ਗੂਗਲ ਤੇ ਬਦਲਦੇ ਹਾਂ ਤਾਂ ਸਾਨੂੰ ਸਿਰਫ ਸੜਕਾਂ ਦੇ ਨਾਮ ਦਿਖਾਈ ਦੇਣਗੇ। ਜੇ ਅਸੀਂ ਇਸ ਨੂੰ ਗੂਗਲ ਸੈਟੇਲਾਈਟ ਤੇ ਬਦਲਦੇ ਹਾਂ ਤਾਂ ਸਾਨੂੰ ਸਿਰਫ ਸੈਟੇਲਾਈਟ ਦੇ ਚਿੱਤਰ ਦਿਖਾਈ ਦੇਣਗੇ। ਸਾਡੇ ਕੋਲ ਉਹ ਸੜਕਾਂ ਦੇ ਨਾਮ ਸੂਚੀਬੱਧ ਵੀ ਨਹੀਂ ਹੋਣਗੇ। ਜੇ ਅਸੀਂ ਗੂਗਲ ਟੈਰਨ ਦੀ ਚੋਣ ਕਰਦੇ ਹਾਂ ਤਾਂ ਇਹ ਗੂਗਲ ਨਕਸ਼ੇ ਵਰਗਾ ਹੀ ਹੈ, ਸਿਵਾਏ ਇਸ ਦੇ ਕਿ ਇਹ ਤੁਹਾਨੂੰ ਖੇਤਰ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਵੀ ਦਿਖਾਏਗਾ। ਹੁਣ ਪ੍ਰੇਰੀ ਸੂਬੇ ਵਿੱਚ ਇਹ ਸ਼ਾਇਦ ਜ਼ਿਆਦਾ ਉਪਯੋਗੀ ਨਹੀਂ ਹੋਵੇਗਾ, ਹਾਲਾਂਕਿ ਤੁਹਾਡੇ ਵਿੱਚੋਂ ਕਈਆਂ ਲਈ ਇਹ ਉਪਯੋਗੀ ਹੋ ਸਕਦਾ ਹੈ। ਅੱਗੇ ਸਾਡੇ ਕੋਲ LLD ਗ੍ਰਿਡ ਹੈ। ਮੈਂ ਇਸ ਬਾਰੇ ਉਦੋਂ ਗੱਲ ਕਰਾਂਗੀ ਜਦੋਂ ਅਸੀਂ ਕਾਨੂੰਨੀ ਜ਼ਮੀਨ ਦੇ ਵਿਵਰਣ ਦੀ ਖੋਜ ਕਰਾਂਗੇ, ਕਿਉਂਕਿ ਇਸ ਦਾ ਮਤਲਬ ਉਦੋਂ ਸਪਸ਼ਟ ਹੋਵੇਗਾ। ਅਸੀਂ P&NG ਗ੍ਰਿਡ ਨੂੰ ਨਹੀਂ ਦੇਖਾਂਗੇ ਕਿਉਂਕਿ ਇਹ ਸਿਰਫ BC ਲਈ ਵਿਸ਼ੇਸ਼ਤਾ ਹੈ। ਜੇ ਇਸ ਬਾਰੇ ਤੁਹਾਡੇ ਕੋਈ ਸਵਾਲ ਹਨ ਤਾਂ ਤੁਹਾਨੂੰ ਸਿੱਧਾ BC1 ਕਾਲ ਨਾਲ ਸੰਪਰਕ ਕਰਨਾ ਚਾਹੀਦਾ ਹੈ। ਅਤੇ ਫਿਰ ਸਾਡੇ ਕੋਲ ਸ਼ਹਿਰ ਅਤੇ ਕਸਬੇ ਦੀਆਂ ਸੀਮਾਵਾਂ ਹਨ ਅਤੇ ਅਸੀਂ ਥੋੜ੍ਹੀ ਦੇਰ ਵਿੱਚ ਉਸ ਬਾਰੇ ਵੀ ਗੱਲ ਕਰਾਂਗੇ। ਆਓ ਇਸ ਬਾਰੇ ਗੱਲ ਕਰੀਏ। ਚਲੋ ਉਸ ਤੇ ਵਾਪਸ ਜਾਈਏ ਕਿ ਜੇ ਤੁਹਾਡਾ ਕਾਰਜ ਖੇਤਰ ਤੁਹਾਡੇ ਦੁਆਰਾ ਚੁਣੇ ਗਏ ਟਿਕਟ ਦੀ ਕਿਸਮ ਲਈ ਬਹੁਤ ਵੱਡਾ ਹੈ ਤਾਂ ਕੀ ਹੁੰਦਾ ਹੈ। ਸੋ ਇਸ ਉਦਾਹਰਨ ਲਈ ਮੈਂ ਜ਼ਿਕਰ ਕੀਤਾ ਹੈ, ਅਸੀਂ ਟੈਨਿਸ ਕੋਰਟ ਅਤੇ ਖੇਡ ਦੇ ਮੈਦਾਨ ਤੇ ਕੰਮ ਕਰਨਾ ਹੈ ਅਤੇ ਜਦੋਂ ਅਸੀਂ ਆਪਣੇ ਨਕਸ਼ੇ ਨੂੰ ਅੰਤਮ ਰੂਪ ਦਿੰਦੇ ਹਾਂ ਤਾਂ ਸਾਨੂੰ ਇਹ ਤਰੁੱਟੀ ਸੁਨੇਹਾ ਮਿਲਦਾ ਹੈ। ਸਾਨੂੰ ਟਿਕਟ ਨੂੰ ਦੁਬਾਰਾ ਸ਼ੁਰੂ ਕਰਨ ਜਾਂ ਇਸ ਤਰ੍ਹਾਂ ਦਾ ਕੁਝ ਕਰਨ ਦੀ ਲੋੜ ਨਹੀਂ ਹੈ। ਸਾਨੂੰ ਬਸ ਵਾਪਸ ਜਾਣ, ਆਪਣੀ ਟਿਕਟ ਦੀ ਕਿਸਮ ਨੂੰ ਬਦਲਣ ਅਤੇ ਪੁਟਾਈ ਦੀ ਸਾਈਟ ਦੀ ਦੁਬਾਰਾ ਖੋਜ ਕਰਨ ਦੀ ਲੋੜ ਹੈ। ਜੇ ਅਸੀਂ ਟਿਕਟਾਂ ਦੇ ਵੇਰਵਿਆਂ ਤੇ ਵਾਪਸ ਜਾਂਦੇ ਹਾਂ, ਜੋ ਕਿ ਸਿਰਫ ਵੇਰਵੇ ਟੈਬ ਤੇ ਕਲਿੱਕ ਕਰਕੇ ਕੀਤਾ ਜਾ ਸਕਦਾ ਹੈ, ਤਾਂ ਅਸੀਂ ਆਪਣੀ ਟਿਕਟ ਦੀ ਕਿਸਮ ਨੂੰ ਬਦਲ ਸਕਦੇ ਹਾਂ। ਸੋ ਅਸੀਂ ਰੈਗੂਲਰ ਤੋਂ ਪ੍ਰੋਜੈਕਟ ਤੇ ਬਦਲ ਸਕਦੇ ਹਾਂ। ਫਿਰ ਸਾਨੂੰ ਬਸ ਆਪਣੇ ਕੰਮ ਦੀ ਕਿਸਮ ਦੀ ਦੁਬਾਰਾ ਪੁਸ਼ਟੀ ਕਰਨ, ਇਹ ਕੁਝ ਫਰਸ਼ ਬਣਾਉਣਾ ਹੈ, ਸਾਡੀ ਸ਼ੁਰੂ ਕਰਨ ਦੀ ਤਾਰੀਖ ਦੀ ਦੁਬਾਰਾ ਪੁਸ਼ਟੀ ਕਰਨ ਅਤੇ ਅੱਗੇ ਇੱਕ ਬਟਨ ਤੇ ਕਲਿੱਕ ਕਰਨ ਦੀ ਲੋੜ ਹੈ। ਅਸੀਂ ਆਪਣੇ ਨਕਸ਼ਾ ਖੋਜ ਖੇਤਰ ਵਿੱਚ ਵਾਪਸ ਆ ਗਏ ਹਾਂ, ਪਰ ਤੁਸੀਂ ਦੇਖੋਗੇ ਕਿ ਇਹ ਕਹਿੰਦਾ ਹੈ ਕਿ ਆਕਾਰ ਸੀਮਾਵਾਂ ਹਾਲੇ ਵੀ 1000 ਵਰਗ ਮੀਟਰ ਹਨ, ਹਾਲਾਂਕਿ ਅਸੀਂ ਆਪਣੀ ਟਿਕਟ ਦੀ ਕਿਸਮ ਨੂੰ ਬਦਲ ਦਿੱਤਾ ਹੈ। ਟਿਕਟ ਦੀ ਕਿਸਮ ਦੀ ਤਬਦੀਲੀ ਨੂੰ ਪ੍ਰਭਾਵੀ ਬਣਾਉਣ ਲਈ ਤੁਹਾਨੂੰ ਪੁਟਾਈ ਵਾਲੀ ਸਾਈਟ ਨੂੰ ਦੁਬਾਰਾ ਖੋਜਣ ਦੀ ਲੋੜ ਹੈ। ਤੁਸੀਂ ਦੇਖੋਗੇ ਕਿ ਹੁਣ ਮੈਂ ਖੋਜ ਕੀਤੀ ਹੈ, ਉਹ ਆਕਾਰ ਦੀਆਂ ਸੀਮਾਵਾਂ ਬਦਲ ਗਈਆਂ ਹਨ। ਸੋ ਹੁਣ ਅਸੀਂ ਘੱਟੋ-ਘੱਟ 1000 ਵਰਗ ਮੀਟਰ ਤੇ ਕੰਮ ਕਰ ਰਹੇ ਹਾਂ ਅਤੇ ਇਹ ਇੱਕ ਸ਼ਹਿਰੀ ਖੇਤਰ ਹੈ, ਇਸ ਲਈ ਅਸੀਂ ਜਾਣਦੇ ਹਾਂ ਕਿ ਇਹ ਵੱਧ ਤੋਂ ਵੱਧ 60000 ਵਰਗ ਮੀਟਰ ਹੈ ਅਤੇ ਅਸੀਂ ਆਪਣਾ ਸਕੈਚ ਪੂਰਾ ਕਰ ਸਕਦੇ ਹਾਂ। ਅਤੇ ਅਸੀਂ ਆਪਣੇ ਨਕਸ਼ੇ ਦੀ ਸਥਿਤੀ ਤੇ ਡਬਲ ਕਲਿੱਕ ਕਰ ਸਕਦੇ ਸੀ ਕਿਉਂਕਿ ਸਾਡੇ ਕੋਲ ਸਹੀ ਕਿਸਮ ਦੀ ਟਿਕਟ ਹੈ। ਸੋ ਆਓ ਅੱਗੇ ਕਦਮ 3 ਬਾਰੇ ਗੱਲ ਕਰੀਏ, ਤੁਹਾਡੀ ਪੁਟਾਈ ਵਾਲੀ ਸਾਈਟ ਦੀ ਪੁਸ਼ਟੀ ਕਰਨੀ। ਸੋ ਇਹ ਉਹ ਥਾਂ ਹੈ ਜਿੱਥੇ ਤੁਸੀਂ ਆਪਣੀ ਅਸਲ ਕਾਰਜ ਸਾਈਟ ਦਾਖਲ ਕਰਨਾ ਚਾਹੁੰਦੇ ਹੋ। ਤੁਸੀਂ ਦੇਖੋਗੇ ਕਿ ਜਿਸ ਪਤੇ ਦੀ ਮੈਂ ਖੋਜ ਕੀਤੀ ਸੀ ਉਸ ਨੂੰ ਆਪਣੇ ਆਪ ਹੀ ਕੱਢ ਕੇ ਜਮ੍ਹਾਂ ਕੀਤੇ ਜਾਣ ਵਾਲੇ ਫਾਰਮ ਵਿੱਚ ਦਾਖਲ ਕੀਤਾ ਜਾ ਸਕਦਾ ਸੀ। ਜੇ ਤੁਸੀਂ ਕਿਸੇ ਪਤੇ ਦੀ ਖੋਜ ਕਰਦੇ ਹੋ, ਜੇ ਇਹ ਸਾਡੇ ਸਿਸਟਮ ਵਿੱਚ ਮੌਜੂਦ ਹੈ ਤਾਂ ਸਾਫਟਵੇਅਰ ਉਸ ਨੂੰ ਕੱਢ ਕੇ ਆਪਣੇ ਆਪ ਤੁਹਾਡੇ ਲਈ ਇਸ ਵਿੱਚ ਦਾਖਲ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਜੇ ਇਹ ਅਜਿਹਾ ਪਤਾ ਹੈ ਜੋ ਗੂਗਲ ਮੈਪਸ ਤੇ ਮੌਜੂਦ ਨਹੀਂ ਹੈ ਤਾਂ ਸੰਭਾਵਨਾ ਹੈ ਕਿ ਤੁਹਾਨੂੰ ਇਹ ਜਾਣਕਾਰੀ ਖੁਦ ਦਾਖਲ ਕਰਨ ਦੀ ਲੋੜ ਹੋਵੇਗੀ। ਅੱਗੇ ਟਾਊਨ ਜਾਂ ਸਿਟੀ ਖੇਤਰ ਹੈ। ਸੋ ਇਹ ਕੈਲਗਰੀ ਵਿੱਚ ਹੈ, ਮੈਨੂੰ ਇਹ ਪਤਾ ਸੀ, ਮੈਂ ਇਸ ਨੂੰ ਡਿਫਾਲਟ ਕਰ ਦਿੱਤਾ। ਇਹ ਅਲਬਰਟਾ ਵਿੱਚ ਵੀ ਹੈ, ਬਿਲਕੁਲ ਸਹੀ। ਅਤੇ ਫਿਰ ਇਹ ਸਭ ਤੋਂ ਨੇੜਲੀ ਕ੍ਰਾਸ ਸਟਰੀਟ ਹੈ। ਇਹ ਇੱਕ ਵਿਕਲਪਕ ਖੇਤਰ ਹੈ। ਤੁਸੀਂ ਦੇਖੋਗੇ ਕਿ ਜੇ ਮੈਂ ਇਸ ਤੇ ਕਲਿੱਕ ਕਰਦੀ ਹਾਂ ਇਹ ਦੱਸਦਾ ਹੈ ਕਿ ਇਹ ਵਿਕਲਪਕ ਖੇਤਰ ਹੈ, ਪਰ ਅਸੀਂ ਦੇਖ ਸਕਦੇ ਹਾਂ ਕਿ ਸਭ ਤੋਂ ਨਜ਼ਦੀਕੀ ਲੰਘਣ ਵਾਲੀ ਸੜਕ 46 ਐਵੇਨਿਊ ਸਾਊਥ ਵੈਸਟ ਹੈ, ਇਸ ਲਈ ਮੈਂ ਇਹ ਮੁਹੱਈਆ ਕਰਾਂਗੀ। ਠੀਕ ਹੈ, ਇਸ ਤੋਂ ਬਾਅਦ ਸਾਡੇ ਕੋਲ ਸਾਡਾ ਟਿੱਪਣੀਆਂ ਵਾਲਾ ਭਾਗ ਹੈ। ਸੋ ਮੈਂ ਪਹਿਲਾਂ ਦੱਸਿਆ ਸੀ ਕਿ ਤੁਸੀਂ ਟਿਕਟ ਦੇ ਵੇਰਵੇ ਵਿੱਚ ਕਈ ਕਿਸਮਾਂ ਦੇ ਕੰਮ ਜਾਂ ਪੁਟਾਈ ਦੇ ਤਰੀਕੇ ਦਾਖਲ ਨਹੀਂ ਕਰ ਸਕਦੇ ਹੋ, ਪਰ ਇਹ ਉਹ ਥਾਂ ਹੈ ਜਿੱਥੇ ਤੁਸੀਂ ਉਹ ਜਾਣਕਾਰੀ ਦਾਖਲ ਕਰਨੀ ਚਾਹੋਗੇ।
ਸੋ ਜੇ ਅਸੀਂ ਤੁਹਾਨੂੰ ਪਤਾ ਹੈ ਟੈਨਿਸ ਕੋਰਟ ਦਾ ਫਰਸ਼ ਦੁਬਾਰਾ ਬਣਾ ਰਹੇ ਹੁੰਦੇ ਅਤੇ ਖੇਡ ਦੇ ਮੈਦਾਨ ਦੇ ਉਪਕਰਨਾਂ ਨੂੰ ਦੁਬਾਰਾ ਸਥਾਪਿਤ ਕਰ ਰਹੇ ਹੁੰਦੇ। ਇਸ ਨਾਲ ਸਹੂਲਤਾਂ ਦੇ ਮਾਲਕਾਂ ਨੂੰ ਦੋਵੇਂ ਕਿਸਮ ਦੇ ਕੰਮਾਂ ਬਾਰੇ ਪਤਾ ਚੱਲ ਜਾਂਦਾ ਹੈ ਜੋ ਮੈਂ ਕਰ ਰਹੀ ਹਾਂ, ਅਤੇ ਇਸ ਨਾਲ ਉਹਨਾਂ ਨੂੰ ਉਹਨਾਂ ਖੇਤਰਾਂ ਬਾਰੇ ਵੀ ਪਤਾ ਚੱਲਦਾ ਹੈ ਜਿਨ੍ਹਾਂ ਤੇ ਮੈਂ ਉਹਨਾਂ ਨਾਲ ਕੰਮ ਕਰ ਰਹੀ ਹਾਂ। ਅਤੇ ਜੇ ਮੇਰੇ ਕੋਲ ਪੁਟਾਈ ਦੇ ਬਹੁਤ ਸਾਰੇ ਢੰਗ ਹਨ, ਮੈਂ ਉਹਨਾਂ ਨੂੰ ਵੀ ਸ਼ਾਮਲ ਕਰ ਸਕਦੀ ਹਾਂ। ਇਸ ਲਈ ਮਸ਼ੀਨ ਨਾਲ ਪੁਟਾਈ ਅਤੇ ਖੇਡ ਦੇ ਮੈਦਾਨ ਵਿੱਚ ਔਗਰ ਦੀ ਵਰਤੋਂ। ਸੋ ਇਹ ਉਹ ਥਾਂ ਹੈ ਜਿੱਥੇ ਅਸੀਂ ਉਹ ਸਾਰੇ ਵਾਧੂ ਵੇਰਵੇ ਸ਼ਾਮਲ ਕਰ ਸਕਦੇ ਹਾਂ ਜੋ ਅਸੀਂ ਪਹਿਲਾਂ ਸ਼ਾਮਲ ਨਹੀਂ ਕਰ ਸਕੇ ਸੀ। ਇਹ ਉਹ ਥਾਂ ਵੀ ਹੈ ਜਿੱਥੇ ਤੁਸੀਂ ਵਧੀਕ ਪਤੇ ਸ਼ਾਮਲ ਕਰ ਸਕਦੇ ਹੋ। ਉਦਾਹਰਨ ਲਈ, ਜੇ ਤੁਸੀਂ ਇਹਨਾਂ 3 ਸੰਪਤੀਆਂ ਤੇ ਕੰਮ ਕਰ ਰਹੇ ਹੋ ਤਾਂ ਸੜਕ ਦੇ ਖੇਤਰ ਵਿੱਚ ਉਹ ਸਿਰਫ ਇੱਕ ਪਤਾ ਦਾਖਲ ਕਰ ਸਕਣਗੇ। ਇਸ ਲਈ ਤੁਸੀਂ ਵਧੀਕ ਪਤੇ ਇੱਥੇ ਸ਼ਾਮਲ ਕਰਦੇ ਹੋ। ਮੰਨ ਲਓ ਇਹ 123 ਸਟੈਨਲੇ ਰੋਡ ਹੈ, ਜਾਂ ਉਹਨਾਂ ਵਿੱਚੋਂ ਇੱਕ ਦਾ ਪਤਾ 123 ਸਟੈਨਲੇ ਰੋਡ ਸਾਊਥ ਵੈਸਟ ਹੈ। ਅਸੀਂ ਇਹ ਵੀ ਦੱਸ ਸਕਦੇ ਹਾਂ ਕਿ ਅਸੀਂ 125 ਅਤੇ 127 ਸਟੈਨਲੇ ਰੋਡ ਤੇ ਵੀ ਕੰਮ ਕਰ ਰਹੇ ਹਾਂ। ਇਸ ਨਾਲ ਟਿਕਟ ਜਮ੍ਹਾਂ ਕਰਨਾ ਪੂਰਾ ਹੋ ਜਾਂਦਾ ਹੈ। ਹਾਲਾਂਕਿ ਮੈਂ ਬਸ ਪੜਾਅ ਇੱਕ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਅਤੇ ਤੁਹਾਨੂੰ ਪੁਟਾਈ ਵਾਲੀ ਸਾਈਟ 2 ਵਾਰ ਕਿਉਂ ਦਾਖਲ ਕਰਨੀ ਪੈਂਦੀ ਹੈ, ਜਾਂ ਅਜਿਹਾ ਕਿਉਂ ਲੱਗ ਸਕਦਾ ਹੈ ਕਿ ਤੁਹਾਨੂੰ ਪੁਟਾਈ ਵਾਲੀ ਜਗ੍ਹਾ 2 ਵਾਰ ਦਾਖਲ ਕਰਨੀ ਪੈਂਦੀ ਹੈ। ਕਦਮ 1, ਆਪਣੀ ਪੁਟਾਈ ਵਾਲੀ ਸਾਈਟ ਖੋਜੋ। ਜ਼ਰੂਰੀ ਤੌਰ ਤੇ ਉਹ ਥਾਂ ਨਹੀਂ ਹੈ ਜਿੱਥੇ ਤੁਸੀਂ ਕੰਮ ਕਰ ਰਹੇ ਹੋ। ਇਹ ਬਸ ਨਕਸ਼ੇ ਨੂੰ ਉਸ ਜਗ੍ਹਾ ਦੇ ਨੇੜੇ ਜਾਂ ਬਿਲਕੁਲ ਉੱਥੇ ਲਿਜਾਣ ਲਈ ਹੈ। ਅਜਿਹੇ ਪਤੇ ਹੋਣਗੇ ਜੋ ਬਦਕਿਸਮਤੀ ਨਾਲ ਸਾਡੇ ਸਿਸਟਮ ਵਿੱਚ ਮੌਜੂਦ ਨਹੀਂ ਹਨ। ਸਾਡਾ ਸਿਸਟਮ ਗੂਗਲ ਮੈਪਸ ਦੀ ਵਰਤੋਂ ਕਰਦਾ ਹੈ, ਅਤੇ ਜਦ ਕਿ ਇਹ ਕਾਫੀ ਤਾਜ਼ਾ ਹੈ, ਪਰ ਕੁਝ ਖੇਤਰਾਂ ਲਈ ਇਸ ਵਿੱਚ ਪੂਰੀ ਜਾਣਕਾਰੀ ਨਹੀਂ ਹੈ, ਖਾਸ ਕਰਕੇ ਨਵੇਂ ਖੇਤਰਾਂ ਵਿੱਚ। ਜੇ ਤੁਸੀਂ ਕਿਸੇ ਨਵੇਂ ਖੇਤਰ ਵਿੱਚ ਕੰਮ ਕਰ ਰਹੇ ਹੋ ਅਤੇ ਕਿਸੇ ਖਾਸ ਪਤੇ ਨੂੰ ਖੋਜਣ ਦੀ ਕੋਸ਼ਿਸ਼ ਕਰਦੇ ਹੋ ਅਤੇ ਇਹ ਨਹੀਂ ਆ ਰਿਹਾ ਹੈ, ਤਾਂ ਤੁਸੀਂ ਸ਼ਾਇਦ ਉਸ ਪ੍ਰਾਪਰਟੀ ਦੇ ਨਜ਼ਦੀਕ ਕੋਈ ਚੁਰਾਹਾ ਲੱਭਣ ਦੀ ਕੋਸ਼ਿਸ਼ ਕਰਨਾ ਚਾਹੋ ਅਤੇ ਫਿਰ ਨਕਸ਼ੇ ਨੂੰ ਹਿਲਾ ਕੇ ਉਸ ਸਥਾਨ ਤੇ ਲੈ ਕੇ ਜਾਓ। ਸੋ ਆਓ ਤੁਹਾਨੂੰ ਜਲਦੀ ਨਾਲ ਇੱਕ ਆਈਡੀਆ ਦਈਏ ਕਿ ਇਹ ਕਿਸ ਤਰ੍ਹਾਂ ਦਾ ਦਿਖਾਈ ਦੇ ਸਕਦਾ ਹੈ। ਮੰਨ ਲਓ ਅਸੀਂ ਇੱਕ ਠੇਕੇਦਾਰ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਅਸੀਂ ਉਸ ਅਪਾਰਟਮੈਂਟ ਬਿਲਡਿੰਗ ਤੇ ਕੰਮ ਕਰ ਰਹੇ ਹਾਂ ਜੋ ਚੁਰਾਹੇ ਦੇ ਕੋਨੇ ਤੇ ਹੈ, ਪਰ ਸਾਨੂੰ ਨਾਮ ਜਾਂ ਪਤਾ ਯਾਦ ਨਹੀਂ ਹੈ। ਪਰ ਅਸੀਂ ਜਾਣਦੇ ਹਾਂ ਕਿ 46 ਐਵੇਨਿਊ ਅਤੇ ਸਟੈਨਲੀ ਰੋਡ ਸਾਊਥ ਵੈਸਟ ਦੇ ਕੋਨੇ ਤੇ ਹੈ। ਠੀਕ ਹੈ, ਅਸੀਂ ਬਿਲਕੁਲ ਇਸੇ ਤਰ੍ਹਾਂ ਕਰ ਸਕਦੇ ਹਾਂ। ਅਸੀਂ ਉਸ ਚੁਰਾਹੇ ਨੂੰ ਖੋਜ ਸਕਦੇ ਹਾਂ ਜੋ ਅਸੀਂ ਜਾਣਦੇ ਹਾਂ ਕਿ ਨੇੜੇ ਹੈ, ਅਤੇ ਫਿਰ ਅਸੀਂ ਆਪਣੇ ਪੁਟਾਈ ਵਾਲੇ ਖੇਤਰ ਤੇ ਜਾ ਸਕਦੇ ਹਾਂ। ਅਸੀਂ ਇਸ ਨੂੰ ਉਸ ਅਪਾਰਟਮੈਂਟ ਬਿਲਡਿੰਗ ਤੱਕ ਸਕਰੋਲ ਕਰ ਸਕਦੇ ਹਾਂ। ਸਾਨੂੰ ਅਸਲ ਵਿੱਚ ਆਪਣੇ ਬਿਲਕੁਲ ਸਹੀ ਕਾਰਜ ਖੇਤਰ ਦੀ ਖੋਜ ਕਰਨ ਦੀ ਲੋੜ ਨਹੀਂ ਹੁੰਦੀ। ਅਸੀਂ ਬਸ ਨਕਸ਼ੇ ਨੂੰ ਜਿੰਨਾ ਸੰਭਵ ਹੋ ਸਕੇ ਉਸ ਸਥਾਨ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਸਪਸ਼ਟ ਹੈ ਕਿ ਜੇ ਤੁਸੀਂ ਪਤਾ ਜਾਣਦੇ ਹੋ, ਜਾਂ ਤੁਹਾਨੂੰ ਚੁਰਾਹਾ ਪਤਾ ਹੈ, ਜਾਂ ਤੁਹਾਨੂੰ ਆਪਣੇ GPS ਨਿਰਦੇਸ਼ਾਂਕ ਜਾਂ ਆਪਣਾ ਕਾਨੂੰਨੀ ਭੂਮੀ ਵਰਣਨ ਪਤਾ ਹੈ, ਤਾਂ ਤੁਸੀਂ ਉਹਨਾਂ ਨੂੰ ਸਿੱਧਾ ਲੱਭ ਸਕਦੇ ਹੋ। ਪਰ ਤੁਹਾਨੂੰ ਇਹ ਵਿਚਾਰ ਦੇਣ ਲਈ ਕਿ ਅਸੀਂ ਕਦਮ 3 ਵਿੱਚ ਇਹ ਦੁਬਾਰਾ ਕਿਉਂ ਪੁੱਛਦੇ ਹਾਂ। ਕਦਮ 3 ਅਸਲ ਸਥਿਤੀ ਦੀ ਪੁਸ਼ਟੀ ਕਰਨ ਲਈ ਹੈ। ਕਦਮ 1 ਸਿਰਫ ਤੁਹਾਨੂੰ ਉਸ ਜਗ੍ਹਾ ਤੇ ਲਿਆਉਣ ਲਈ ਨਕਸ਼ਾ ਪ੍ਰਾਪਤ ਕਰਨ ਵਾਸਤੇ। ਸੋ ਮੈਂ ਇਹ ਟਿਕਟ ਜਮ੍ਹਾਂ ਨਹੀਂ ਕਰਾਂਗੀ ਕਿਉਂਕਿ ਇਹ ਕੈਲਗਰੀ ਨਹੀਂ ਹੈ। ਅਸੀਂ ਟੈਸਟ ਮੈਂਬਰ ਸੈਟਅਪ ਕੀਤੇ ਹੋਏ ਹਨ ਅਤੇ ਮੈਂ ਉਹਨਾਂ ਨੂੰ ਕੋਈ ਅਜਿਹੀ ਟਿਕਟ ਨਹੀਂ ਭੇਜਣਾ ਚਾਹੁੰਦੀ ਜੋ ਉਹਨਾਂ ਨੂੰ ਉਲਝਣ ਵਿੱਚ ਪਾ ਦੇਵੇ। ਸਪਸ਼ਟ ਤੌਰ ਤੇ ਅਸੀਂ ਬਹੁਤ ਬਿਜ਼ੀ ਹਾਂ ਅਤੇ ਮੈਨੂੰ ਪੱਕਾ ਪਤਾ ਨਹੀਂ ਹੈ ਕਿ ਕੀ ਤੁਸੀਂ ਇਸ ਹਫ਼ਤੇ ਸਾਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਮੈਨੂੰ ਪੱਕਾ ਪਤਾ ਹੈ ਕਿ ਸਹੂਲਤ ਦੇ ਮਾਲਕ ਆਪਣੇ ਸਿਸਟਮ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਵਾਧੂ ਟਿਕਟਾਂ ਪ੍ਰਾਪਤ ਨਹੀਂ ਕਰਨਾ ਚਾਹੁਣਗੇ। ਸੋ ਇਸ ਨੂੰ ਜਮ੍ਹਾਂ ਕਰਨ ਦੀ ਬਜਾਏ ਮੈਂ ਕੀ ਕਰਾਂਗੀ, ਮੈਂ ਬਸ ਇੱਕ ਟਿਕਟ ਦਿਖਾਵਾਂਗੀ ਜੋ ਜਮ੍ਹਾਂ ਕੀਤੀ ਜਾ ਚੁੱਕੀ ਹੈ, ਅਤੇ ਫਿਰ ਅਸੀਂ ਇਸ ਬਾਰੇ ਗੱਲ ਕਰਾਂਗੇ ਕਿ ਇਹ ਕਿਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ। ਸੋ ਮੇਰੇ ਕੋਲ ਇੱਕ ਟਿਕਟ ਹੈ ਜੋ ਮੈਂ ਪਹਿਲਾਂ ਇਸ ਖੇਤਰ ਲਈ ਰੱਖਿਅਤ ਕੀਤੀ ਸੀ। ਅਸੀਂ ਬਸ ਇਸ ਵਿੱਚੋਂ ਬਾਹਰ ਆ ਜਾਵਾਂਗੇ ਅਤੇ ਜਲਦੀ ਨਾਲ ਉਸ ਤੇ ਚਲੇ ਜਾਵਾਂਗੇ। ਅਸੀਂ ਮੰਨ ਲਵਾਂਗੇ ਕਿ ਅਸੀਂ ਜਮ੍ਹਾਂ ਕਰੋ ਬਟਨ ਤੇ ਕਲਿੱਕ ਕੀਤਾ ਹੈ, ਅਤੇ ਫਿਰ ਅਸੀਂ ਆਪਣੇ ਟਿਕਟ ਪੁਸ਼ਟੀਕਰਨ ਪੇਜ ਨੂੰ ਵੇਖ ਰਹੇ ਹਾਂ, ਜਿਸ ਤੇ ਮੈਂ ਹੁਣ ਤੇਜ਼ੀ ਨਾਲ ਚਲੀ ਜਾਵਾਂਗੀ। ਜੇ ਤੁਸੀਂ ਮੇਰੇ ਨਾਲ ਮਿਲ ਕੇ ਇਹ ਦਿਖਾਵਾ ਕਰ ਸਕਦੇ ਹੋ ਕਿ ਅਸੀਂ ਉਸ ਟਿਕਟ ਤੋਂ ਬਾਹਰ ਨਹੀਂ ਨਿਕਲ ਰਹੇ ਅਤੇ ਅਸੀਂ ਹੁਣੇ-ਹੁਣੇ ਇਸ ਨੂੰ ਜਮ੍ਹਾਂ ਕਰ ਦਿੱਤਾ ਹੈ। ਠੀਕ ਹੈ, ਸੋ ਟਿਕਟ ਜਮ੍ਹਾਂ ਕਰਨ ਵਾਲਾ ਪੰਨਾ ਇਸ ਤਰ੍ਹਾਂ ਦਾ ਦਿਖਾਈ ਦੇਵੇਗਾ। ਜਮ੍ਹਾਂ ਕਰੋ ਬਟਨ ਤੇ ਕਲਿੱਕ ਕਰਨ ਬਾਅਦ ਇਸ ਤਰ੍ਹਾਂ ਹੋਵੇਗਾ ਕਿ ਤੁਹਾਨੂੰ ਬੇਨਤੀ ਲਈ ਤੁਹਾਡਾ ਟਿਕਟ ਨੰਬਰ ਦਿੱਤਾ ਜਾਵੇਗਾ। ਤੁਹਾਨੂੰ ਤੁਹਾਡੇ ਬੇਨਤੀ ਦੇ ਵੇਰਵੇ ਵੀ ਦਿੱਤੇ ਜਾਣਗੇ, ਇਸ ਲਈ ਇਹ ਦੱਸੇਗਾ ਕਿ ਤੁਸੀਂ ਟਿਕਟ ਕਦੋਂ ਬਣਾਈ ਸੀ। ਇਹ ਤੁਹਾਨੂੰ ਤਰਜੀਹ ਦੱਸੇਗਾ। ਸੋ ਐਮਰਜੈਂਸੀ ਕਿਸਮਾਂ ਦੀਆਂ ਟਿਕਟਾਂ ਨੂੰ ਛੱਡ ਕੇ ਸਾਰੀਆਂ ਟਿਕਟਾਂ ਆਮ ਤਰਜੀਹ ਵਾਲੀਆਂ ਹੁੰਦੀਆਂ ਹਨ। ਐਮਰਜੈਂਸੀ ਟਿਕਟਾਂ ਤਰਜੀਹ ਦਾ ਵੱਖਰਾ ਪੱਧਰ ਦਰਸਾਉਣਗੀਆਂ, ਪਰ ਉਹਨਾਂ ਨੂੰ ਵੈਬਸਾਈਟ ਦੁਆਰਾ ਸਵੀਕਾਰ ਨਹੀਂ ਕੀਤਾ ਜਾਂਦਾ। ਜੇ ਤੁਹਾਨੂੰ ਐਮਰਜੈਂਸੀ ਟਿਕਟ ਜਮ੍ਹਾਂ ਕਰਨ ਦੀ ਲੋੜ ਹੈ, ਕਿਸੇ ਵੀ ਤਰ੍ਹਾਂ ਨਾਲ ਤੁਹਾਨੂੰ ਸਾਨੂੰ ਕਾਲ ਕਰਨੀ ਪਵੇਗੀ। ਅੱਗੇ ਟਿਕਟ ਇਸ ਦੁਆਰਾ ਬਣਾਈ ਗਈ ਹੈ, ਇਸ ਲਈ ਜੇ ਤੁਸੀਂ ਟਿਕਟ ਖੁਦ ਆਨਲਾਈਨ ਜਮ੍ਹਾਂ ਕਰਦੇ ਹੋ ਤਾਂ ਇਹ ਬਸ ਵੈਬ ਦਿਖਾਏਗਾ। ਜੇ ਇਹ ਟਿਕਟ ਫੋਨ ਤੇ ਬਣਾਈ ਗਈ ਸੀ ਤਾਂ ਇਹ ਇਸ ਥਾਂ ਵਿੱਚ ਫੋਨ ਦਰਸਾਏਗਾ। ਇਸ ਵਿੱਚ ਡਿਲੀਵਰੀ ਮੈਥਡ ਹੋਵੇਗਾ ਅਤੇ ਇਹ ਉਹ ਥਾਂ ਹੈ ਜਿੱਥੇ ਅਸੀਂ ਪੁਸ਼ਟੀਕਰਨ ਈਮੇਲ ਭੇਜਦੇ ਹਾਂ। ਸੋ ਤੁਸੀਂ ਦੇਖੋਗੇ ਕਿ ਇਹ ਉਹੀ ਈਮੇਲ ਹੈ ਜੋ ਮੇਰੇ ਖਾਤੇ ਲਈ ਹੈ, ਅਤੇ ਅਸੀਂ ਆਪਣੀ ਟਿਕਟ ਦੇ ਵੇਰਵਿਆਂ ਤੇ ਜਾਂਦੇ ਹਾਂ। ਇਹ ਉਹ ਥਾਂ ਹੈ ਜਿੱਥੇ ਇਹ ਤੁਹਾਡੇ ਦੁਆਰਾ ਟਿਕਟ ਤੇ ਦਾਖਲ ਕੀਤੀ ਗਈ ਸਾਰੀ ਜਾਣਕਾਰੀ ਵਿੱਚੋਂ ਲੰਘਦਾ ਹੈ, ਤਾਂ ਜੋ ਤੁਸੀਂ ਪੁਸ਼ਟੀ ਕਰ ਸਕੋ ਕਿ ਇਹ ਸਹੀ ਹੈ। ਤੁਸੀਂ ਦੇਖੋਗੇ ਕਿ ਇਹ ਬਿਲਕੁਲ ਪਹਿਲਾਂ ਵਰਗਾ ਨਹੀਂ ਹੈ, ਕਿਉਂਕਿ ਇਹ ਉਦਾਹਰਨ ਇਸ ਟਿਕਟ ਨਾਲੋਂ ਵੱਖਰੀ ਹੈ ਜੋ ਮੈਂ ਕੱਢੀ ਸੀ। ਪਰ ਇਹ ਤੁਹਾਨੂੰ ਇਸ ਬਾਰੇ ਇੱਕ ਆਈਡੀਆ ਦਿੰਦਾ ਹੈ ਕਿ ਇਹ ਕਿਸ ਤਰ੍ਹਾਂ ਦਿਖਾਈ ਦੇਵੇਗਾ, ਅਤੇ ਇਸ ਵਿੱਚ ਟਿੱਪਣੀਆਂ ਵਾਲਾ ਭਾਗ ਵੀ ਹੈ ਜਿੱਥੇ ਤੁਸੀਂ ਆਪਣੀ ਵਧੀਕ ਜਾਣਕਾਰੀ ਦਾਖਲ ਕੀਤੀ ਹੈ। ਅਤੇ ਫਿਰ ਪੇਜ ਦੇ ਮੱਧ ਵਿੱਚ ਇਸ ਵਿੱਚ ਸਹੂਲਤਾਂ ਦੀ ਸੂਚੀ ਵੀ ਹੈ। ਤਾਂ ਫਿਰ ਇਹ ਉਹ ਥਾਂ ਹੈ ਜਿੱਥੇ ਤੁਹਾਨੂੰ ਸੂਚਿਤ ਸਹੂਲਤਾਂ ਦੇ ਮਾਲਕਾਂ ਦੀ ਸੂਚੀ ਮਿਲੇਗੀ, ਜਿਨ੍ਹਾਂ ਤੋਂ ਤੁਸੀਂ ਜਵਾਬ ਪ੍ਰਾਪਤ ਕਰੋਗੇ। ਸੋ ਕਿਸਮ ਦੇ ਹੇਠਾਂ ਇਸ ਵਿੱਚ ਕਈ ਵਾਰ ਨਿੱਜੀ ਸੰਪਤੀ ਦੇ ਮਾਲਕ ਹੋਵੇਗਾ, ਕਿਉਂਕਿ ਅਸੀਂ ਨਹੀਂ ਦੱਸਿਆ ਕਿ ਉਹ ਕਿਸ ਕਿਸਮ ਦੀ ਸਹੂਲਤ ਹਨ। ਐਟਕੋ ਗੈਸ ਬਿਲਕੁਲ ਸਪਸ਼ਟ ਹੈ।
ਇਹ ਇੱਕ ਗੈਸ ਸਹੂਲਤ ਹੈ, ਪਰ ਸਾਡੀ ਸੇਵਾ ਦੇ ਲਾਈਵ ਸੰਸਕਰਣ ਤੇ ਕੁਝ ਸਹੂਲਤ ਮਾਲਕ ਦੱਸਣਗੇ ਕਿ ਇਸ ਕਿਸਮ ਦੇ ਤਹਿਤ ਉਹ ਕਿਸ ਤੇ ਨਿਸ਼ਾਨ ਲਗਾ ਰਹੇ ਹਨ। ਅੱਗੇ ਅਥਾਰਟੀ ਹੈ, ਇਸ ਲਈ ਇਹੀ ਉਹ ਸਹੂਲਤ ਕੰਪਨੀ ਹੈ ਜਿਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਇਸ ਸਥਿਤੀ ਵਿੱਚ ਇਹ ਐਟਕੋ ਗੈਸ ਹੈ ਅਤੇ ਫਿਰ ਸਟੇਸ਼ਨ ਕੋਡ ਹੈ। ਸੋ ਇਹ ਖਾਸ ਐਟਕੋ ਗੈਸ ਲਾਈਨ ਜਾਂ ਲਾਈਨਾਂ ਦਾ ਸਮੂਹ ਹੈ ਜਿਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਸੋ ਉਹ ਉਹਨਾਂ ਸੇਵਾਵਾਂ ਜਾਂ ਉਹਨਾਂ ਕਿਸਮਾਂ ਦੀਆਂ ਬੇਨਤੀਆਂ ਨਾਲ ਇਸ ਤਰ੍ਹਾਂ ਸੰਪਰਕ ਕਰਦੇ ਹਨ। ਇਹ ਅਸਲ ਵਿੱਚ ਇਸ ਲਈ ਹੈ ਤਾਂ ਜੋ ਉਹਨਾਂ ਨੂੰ ਪਤਾ ਹੋਵੇ ਕਿ ਕਿਹੜੇ ਲਾਈਨਾਂ ਦਾ ਪਤਾ ਲਾਉਣ ਵਾਲਿਆਂ ਨੂੰ ਜਾਣਕਾਰੀ ਭੇਜਣ ਦੀ ਲੋੜ ਹੈ। ਅਤੇ ਫਿਰ ਸਟੇਟਸ। ਸੋ ਨੋਟੀਫਿਕੇਸ਼ਨ ਸੈਂਟ ਦਾ ਅਰਥ ਹੈ ਕਿ ਟਿਕਟ ਸਫਲਤਾਪੂਰਵਕ ਸਹੂਲਤ ਦੇ ਮਾਲਕ ਨੂੰ ਭੇਜ ਦਿੱਤੀ ਗਈ ਸੀ। ਜੇ ਕਦੇ ਇੱਥੇ ਅਥਾਰਟੀ ਐਕਸਕਲੂਜਨ ਦੱਸਿਆ ਜਾਂਦਾ ਹੈ, ਇਸ ਦਾ ਅਰਥ ਇਹ ਹੈ ਕਿ ਸਹੂਲਤ ਦੇ ਮਾਲਕ ਨੂੰ ਅਸਲ ਵਿੱਚ ਸੂਚਿਤ ਨਹੀਂ ਕੀਤਾ ਗਿਆ ਸੀ ਅਤੇ ਤੁਸੀਂ ਉਹਨਾਂ ਤੋਂ ਜਵਾਬ ਦੀ ਉਡੀਕ ਨਹੀਂ ਕਰ ਰਹੇ ਹੋ। ਜੇ ਇਹ ਇੱਕ ਅਥਾਰਟੀ ਐਕਸਕਲੂਜਨ ਹੈ ਤਾਂ ਉਹ ਸ਼ਾਇਦ ਸਿਰਫ ਟਰੈਕਿੰਗ ਦੇ ਉਦੇਸ਼ਾਂ ਲਈ ਟਿਕਟ ਤੇ ਹੋ ਸਕਦੇ ਹਨ। ਹੋ ਸਕਦਾ ਹੈ ਉਹ ਬਸ ਉਹਨਾਂ ਸਾਰੀਆਂ ਟਿਕਟਾਂ ਤੇ ਨਜ਼ਰ ਰੱਖਣਾ ਚਾਹੁੰਦੇ ਹੋਣ ਜੋ ਵਿਸ਼ੇਸ਼ ਖੇਤਰਾਂ ਵਿੱਚ ਜਮ੍ਹਾਂ ਕੀਤੀਆਂ ਜਾਂਦੀਆਂ ਹਨ। ਮਿਸਾਲ ਵਜੋਂ ਐਡਮਿੰਟਨ ਲੋਕੇਟ ਕੰਸੋਰਟੀਅਮ ਉਹ ਕੈਲਗਰੀ ਵਿੱਚ ਕੈਲਗਰੀ ਨਹੀਂ ਐਡਮਿੰਟਨ ਵਿੱਚ ਲਾਈਨਾਂ ਦਾ ਪਤਾ ਲਾਉਣ ਵਾਲਿਆਂ ਲਈ ਨਿਗਰਾਨੀ ਸਮੂਹ ਹਨ। ਉਹ ਸ਼ਾਇਦ ਇੱਥੇ ਦਿਖਾਈ ਦੇ ਸਕਦੇ ਹਨ, ਪਰ ਜ਼ਿਆਦਾ ਸੰਭਾਵਨਾ ਇਹ ਹੈ ਕਿ ਉਹ ਅਥਾਰਟੀ ਐਕਸਕਲੂਜਨ ਕਹਿਣਗੇ ਕਿਉਂਕਿ ਉਹ ਅਸਲ ਵਿੱਚ ਕੋਈ ਜਵਾਬ ਨਹੀਂ ਦੇ ਰਹੇ। ਪ੍ਰਿੰਟ ਵਿਊ ਟਿਕਟ ਦਾ ਪ੍ਰਿੰਟ ਕਰਨਯੋਗ ਫਾਰਮੈਟ ਖੋਲੇਗਾ ਜੇ ਕਿਸੇ ਕਾਰਨ ਕਰਕੇ ਤੁਹਾਨੂੰ ਕਾਗਜ਼ੀ ਕਾਪੀ ਦੀ ਲੋੜ ਹੋਵੇ। ਉਹ ਸਿਰਫ ਟਿਕਟ ਦੀ ਇੱਕ ਕਾਪੀ ਚਾਹੁੰਦੇ ਹਨ। ਸੋ ਆਓ ਉਹਨਾਂ ਕੁਝ ਵਿਕਲਪਾਂ ਬਾਰੇ ਗੱਲ ਕਰੀਏ ਜੋ ਇੱਥੇ ਸੱਜੇ ਪਾਸੇ ਉਪਲਬਧ ਹਨ। ਇੱਥੇ ਆਮ ਤੌਰ ਤੇ ਵਧੇਰੇ ਵਿਕਲਪ ਉਪਲਬਧ ਹੁੰਦੇ ਹਨ, ਹਾਲਾਂਕਿ ਕਿਉਂਕਿ ਇਹ ਟਿਕਟ 1 ਸਾਲ ਪੁਰਾਣੀ ਹੈ ਉਹ ਵਿਸ਼ੇਸ਼ਤਾਵਾਂ ਇਸ ਸਮੇਂ ਉਪਲਬਧ ਨਹੀਂ ਹਨ। ਅਸੀਂ ਕੀ ਕਰਾਂਗੇ ਕਿ ਅਸੀਂ ਕਿਸੇ ਵੱਖਰੀ ਕਿਸਮ ਦੀ ਖੋਜ ਲਈ ਇੱਕ ਹੋਰ ਟਿਕਟ ਤੇ ਪ੍ਰਕਿਰਿਆ ਕਰਾਂਗੇ ਅਤੇ ਇੱਕ ਪਲ ਵਿੱਚ ਉਹਨਾਂ ਵਿਕਲਪਾਂ ਤੇ ਨਜ਼ਰ ਮਾਰਾਂਗੇ। ਹੁਣ ਅਸੀਂ ਉਹਨਾਂ ਚਾਰਾਂ ਬਾਰੇ ਗੱਲ ਕਰਾਂਗੇ ਜੋ ਇਸ ਸਮੇਂ ਉਪਲਬਧ ਹਨ। ਸੋ ਪਹਿਲਾ ਰੀਸੈਂਟ PDF ਹੈ। ਮੈਨੂੰ ਪਤਾ ਨਹੀਂ ਕਿ ਕੀ ਮੈਂ ਇਸ ਦਾ ਜ਼ਿਕਰ ਕੀਤਾ ਹੈ, ਪਰ ਜਦੋਂ ਤੁਸੀਂ ਆਪਣੀ ਬੇਨਤੀ ਸਬਮਿਟ ਕਰਦੇ ਹੋ, ਇਸ ਦੇ ਜਮ੍ਹਾਂ ਹੋ ਜਾਣ ਤੋਂ ਬਾਅਦ ਤੁਹਾਨੂੰ ਇਹ ਪੇਜ ਦਿਖਾਈ ਦਿੰਦਾ ਹੈ ਅਤੇ ਤੁਹਾਨੂੰ ਇੱਕ ਪੁਸ਼ਟੀਕਰਨ ਈਮੇਲ ਵੀ ਭੇਜੀ ਜਾਂਦੀ ਹੈ। ਇਹ ਪੁਸ਼ਟੀਕਰਨ ਈਮੇਲ ਉਸੇ ਵਰਗੀ ਦਿਖਾਈ ਦਿੰਦੀ ਹੈ। ਇਹ ਤੁਹਾਨੂੰ ਤੁਹਾਡਾ ਟਿਕਟ ਨੰਬਰ, ਟਿਕਟ ਦੇ ਵੇਰਵੇ, ਕਿਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਤੁਹਾਡਾ ਨਕਸ਼ਾ, ਮਾਫ ਕਰਨਾ ਵਾਇਆ ਹੋਇਆ ਨਕਸ਼ਾ ਜੋ ਤੁਸੀਂ ਬਣਾਇਆ ਹੈ ਦਰਸਾਉਂਦੀ ਹੈ। ਰੀਸੈਂਟ PDF ਤੇ ਕਲਿੱਕ ਕਰਨ ਨਾਲ ਬਸ ਤੁਹਾਨੂੰ ਉਹ ਪੁਸ਼ਟੀਕਰਨ ਈਮੇਲ ਦੁਬਾਰਾ ਭੇਜ ਦਿੱਤੀ ਜਾਵੇਗੀ। ਤੁਹਾਨੂੰ ਬਸ ਪ੍ਰਿੰਟ ਬਟਨ ਨੂੰ ਕਲਿੱਕ ਕਰਨ ਦੀ ਲੋੜ ਹੈ। ਬਾਹਰ ਨਿਕਲਣ ਲਈ ਤੁਹਾਨੂੰ ਐਗਜ਼ਿਟ ਪ੍ਰਿੰਟ ਵਿਊ ਤੇ ਕਲਿੱਕ ਕਰਨਾ ਪਵੇਗਾ। ਅੱਗੇ ਪੋਜ਼ਿਟਿਵ ਰਿਸਪੌਂਸ ਹੈ। ਅਸੀਂ ਪੇਸ਼ਕਰੀ ਦੇ ਅੰਤ ਵਿੱਚ ਥੋੜੀ ਦੇਰ ਵਿੱਚ ਉਸ ਤੇ ਜਾਵਾਂਗੇ ਅਤੇ ਫਿਰ ਸਾਡੇ ਕੋਲ ਨਿਊ ਸਰਚ ਹੈ ਅਤੇ ਇਹ ਉਹ ਥਾਂ ਹੈ ਜਿੱਥੇ ਤੁਸੀਂ ਆਪਣੀ ਟਿਕਟ ਇਤਿਹਾਸ ਵਿੱਚ ਵੱਖ-ਵੱਖ ਟਿਕਟਾਂ ਦੀ ਖੋਜ ਕਰ ਸਕਦੇ ਹੋ। ਅਸੀਂ ਅਸਲ ਵਿੱਚ ਟਿਕਟ ਇਤਿਹਾਸ ਵਿੱਚ ਨਹੀਂ ਗਏ ਹਾਂ, ਪਰ ਅਸੀਂ ਆਪਣੀਆਂ 2 ਹੋਰ ਕਿਸਮਾਂ ਦੀਆਂ ਖੋਜਾਂ ਬਾਰੇ ਗੱਲ ਕਰਨ ਤੋਂ ਬਾਅਦ ਉਸ ਤੇ ਜਾਵਾਂਗੇ। ਇਹ ਬਟਨ ਬਸ ਤੁਹਾਨੂੰ ਤੁਹਾਡੇ ਟਿਕਟ ਦੇ ਇਤਿਹਾਸ ਤੇ ਵਾਪਸ ਲਿਆਉਂਦਾ ਹੈ। ਆਓ ਕੰਟੀਨਿਊ ਕਰੰਟ ਤੇ ਵਾਪਸ ਜਾਈਏ ਤਾਂ ਜੋ ਅਸੀਂ ਆਪਣੀ ਉਸ ਟਿਕਟ ਦੀ ਵਰਤੋਂ ਕਰ ਸਕੀਏ ਜਿਸ ਨੂੰ ਅਸੀਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। ਅਤੇ ਬਸ ਇੱਕ ਜਲਦ ਵਿਚਾਰ, ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਬਾਰੇ ਗੱਲ ਕਰਨੀ ਚਾਹੀਦੀ। ਜੇ ਤੁਹਾਡੇ ਕੋਲ ਕੋਈ ਟਿਕਟ ਹੈ ਜੋ ਤੁਸੀਂ ਸ਼ੁਰੂ ਕੀਤੀ ਸੀ ਅਤੇ ਤੁਹਾਨੂੰ ਕਿਸੇ ਵੀ ਕਾਰਨ ਕਰਕੇ ਮੁੱਖ ਪੰਨੇ ਤੇ ਵਾਪਸ ਜਾਣ ਦੀ ਲੋੜ ਹੈ, ਤਾਂ ਉਸ ਟਿਕਟ ਨੂੰ ਅਸਥਾਈ ਤੌਰ ਤੇ ਹੋਲਡ ਤੇ ਰੱਖਿਆ ਜਾਵੇਗਾ। ਇਹ ਇੱਥੇ ਕੰਟੀਨਿਊ ਕਰੰਟ ਤੇ ਹੋਵੇਗੀ। ਹੁਣ ਜੇ ਤੁਸੀਂ ਵੈਬਸਾਈਟ ਤੋਂ ਪੂਰੀ ਤਰ੍ਹਾਂ ਲੌਗ ਆਊਟ ਕਰ ਜਾਂਦੇ ਹੋ ਤਾਂ ਇਹ ਬਟਨ ਦਿਖਾਈ ਨਹੀਂ ਦੇਵੇਗਾ। ਤੁਹਾਡੀ ਪ੍ਰਗਤੀ ਗਾਇਬ ਹੋ ਜਾਵੇਗੀ। ਜੇ ਤੁਹਾਨੂੰ ਇਸ ਗੱਲ ਦੀ ਪੁਸ਼ਟੀ ਕਰਨ ਦੀ ਲੋੜ ਸੀ ਕਿ ਕੀ ਤੁਸੀਂ ਕਿਸੇ ਵੱਖਰੇ ਖੇਤਰ ਲਈ ਟਿਕਟ ਜਮ੍ਹਾਂ ਕਰਵਾਈ ਸੀ, ਤਾਂ ਤੁਹਾਨੂੰ ਪਤਾ ਹੈ ਤੁਸੀਂ ਇਹ ਕਰ ਸਕਦੇ ਹੋ ਕਿ ਆਪਣੀ ਟਿਕਟ ਤੋਂ ਬਾਹਰ ਨਿਕਲ ਸਕਦੇ ਹੋ। ਤੁਸੀਂ ਆਪਣੇ ਇਤਿਹਾਸ ਵਿੱਚ ਜਾ ਸਕਦੇ ਹੋ ਅਤੇ ਇਸ ਦੀ ਭਾਲ ਕਰ ਸਕਦੇ ਹੋ। ਮੰਨ ਲਓ ਕਿ ਅਸੀਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ 4637 ਮੈਕਲੀਓਡ ਟ੍ਰੇਲ ਸਾਊਥ ਵੈਸਟ ਲਈ ਕੋਈ ਟਿਕਟ ਜਮ੍ਹਾਂ ਕੀਤੀ ਸੀ। ਹਾਂ, ਦੇਖੋ ਅਸੀਂ ਦੇਖ ਲਿਆ ਹੈ ਕਿ ਅਸੀਂ ਇਹ ਟਿਕਟ ਪਹਿਲਾਂ ਹੀ ਜਮ੍ਹਾਂ ਕਰ ਦਿੱਤੀ ਹੈ। ਇਸ ਲਈ ਅਸੀਂ ਸਾਡੇ ਕੰਟੀਨਿਊ ਕਰੰਟ ਤੇ ਵਾਪਸ ਜਾ ਸਕਦੇ ਹਾਂ ਅਤੇ ਅਸੀਂ ਇਸ ਤਰ੍ਹਾਂ ਸੋਚਾਂਗੇ, ਸਾਨੂੰ ਇਸ ਟਿਕਟ ਦੀ ਲੋੜ ਨਹੀਂ ਹੈ। ਸਾਨੂੰ ਆਪਣੀ ਅਗਲੀ ਟਿਕਟ ਜਮ੍ਹਾਂ ਕਰਵਾਉਣ ਦੀ ਲੋੜ ਹੈ ਜੋ ਕਾਨੂੰਨੀ ਭੂਮੀ ਵਰਣਨ ਗ੍ਰਿਡ ਤੇ ਹੋਵੇਗੀ। ਸੋ ਕਾਨੂੰਨੀ ਭੂਮੀ ਵਰਣਨ ਇੱਕ ਚੌਥਾਈ ਸੈਕਸ਼ਨ, ਟਾਊਨਸ਼ਿਪ, ਰੇਂਜ ਅਤੇ ਮੈਰੀਡੀਅਨ ਹੈ ਅਤੇ ਇਹ ਲਾਜ਼ਮੀ ਤੌਰ ਤੇ ਅਲਬਰਟਾ, ਸਸਕੈਚੇਵਾਨ ਅਤੇ ਮਨੀਟੋਬਾ ਸੂਬਿਆਂ ਲਈ ਇੱਕ ਗ੍ਰਿਡ ਹਵਾਲਾ ਹੈ। ਇੱਕ ਵਾਰ ਫਿਰ ਇਹ ਅਜਿਹੀ ਚੀਜ਼ ਹੈ ਜਿਸ ਨੂੰ ਇਸ ਦੇ ਲਈ ਖਾਸ ਫਾਰਮੈਟ ਵਿੱਚ ਦਾਖਲ ਕਰਨ ਦੀ ਲੋੜ ਹੁੰਦੀ ਹੈ। ਅਸੀਂ ਇਸ ਵੱਲੋਂ ਦਿੱਤੀਆਂ ਜਾਂਦੀਆਂ ਉਦਾਹਰਨਾਂ ਵਿੱਚੋਂ ਇੱਕ ਦੀ ਵਰਤੋਂ ਕਰਾਂਗੇ। ਸੋ ਅਸੀਂ NW050302 W5 ਦੀ ਵਰਤੋਂ ਕਰਾਂਗੇ। ਆਓ ਕੁਝ ਆਮ ਤਰੁੱਟੀਆਂ ਬਾਰੇ ਗੱਲ ਕਰੀਏ ਜੋ ਕਾਨੂੰਨੀ ਭੂਮੀ ਵਰਣਨ ਦੀ ਖੋਜ ਕਰਦੇ ਸਮੇਂ ਵਾਪਰ ਸਕਦੀਆਂ ਹਨ। ਪਹਿਲੀ, ਅੰਕਾਂ ਦੇ ਹਰੇਕ ਸਮੂਹ ਵਿੱਚ 2 ਅੱਖਰਾਂ ਨੂੰ ਸ਼ਾਮਲ ਨਾ ਕਰਨਾ ਹੈ। ਉਦਾਹਰਨ ਲਈ, ਜੇ ਅਸੀਂ ਸਿਰਫ NW50302 W5 ਦੀ ਖੋਜ ਕਰਦੇ ਹਾਂ ਤਾਂ ਸਾਨੂੰ ਇੱਕ ਤਰੁੱਟੀ ਸੁਨੇਹਾ ਮਿਲੇਗਾ। ਇਹ ਸਾਨੂੰ ਦੱਸੇਗਾ ਕਿ ਸਥਾਨ ਦੀ ਖੋਜ ਅਸਫਲ ਰਹੀ ਹੈ। ਇਹ ਇਸ ਲਈ ਹੈ ਕਿਉਂਕਿ ਅਸੀਂ ਟੂਲ ਟਿਪ ਵਿੱਚ ਦਿੱਤੀ ਫਾਰਮੈਟਿੰਗ ਦੀ ਪਾਲਣਾ ਨਹੀਂ ਕੀਤੀ ਹੈ। ਅੰਕਾਂ ਦੇ ਹਰੇਕ ਸਮੂਹ ਵਿੱਚ 2 ਅੰਕ ਹੋਣ ਦੀ ਲੋੜ ਹੁੰਦੀ ਹੈ ਅਤੇ ਟਾਊਨਸ਼ਿਪ ਦੇ ਮਾਮਲੇ ਵਿੱਚ ਇਸ ਵਿੱਚ 3 ਅੰਕ ਹੋ ਸਕਦੇ ਹਨ। ਸੋ ਜੇ ਅਸੀਂ ਇਸ ਨੂੰ NW050302 W5 ਬਣਾਉਣ ਲਈ 0 ਸ਼ਾਮਲ ਕਰਦੇ ਹਾਂ ਤਾਂ ਉਹ ਖੋਜ ਬਿਨਾਂ ਕਿਸੇ ਸਮੱਸਿਆ ਦੇ ਅੱਗੇ ਵਧੇਗੀ। ਹੁਣ ਦੂਸਰੀ ਆਮ ਗਲਤੀ ਜੋ ਕਾਨੂੰਨੀ ਭੂਮੀ ਵਰਣਨ ਦੀ ਖੋਜ ਕਰਨ ਵੇਲੇ ਕੀਤੀ ਜਾਂਦੀ ਹੈ ਉਹ ਹੈ ਅੱਖਰਾਂ ਦੇ ਹਰੇਕ ਸਮੂਹਾਂ ਦੇ ਵਿਚਕਾਰ ਡੈਸ਼ਾਂ ਨੂੰ ਸ਼ਾਮਲ ਨਾ ਕਰਨਾ। ਜੇ ਅਸੀਂ ਉਹਨਾਂ ਵਿੱਚੋਂ ਇੱਕ ਡੈਸ਼ ਛੱਡ ਦਿੰਦੇ ਹਾਂ ਤਾਂ ਅਸੀਂ ਉਸੇ ਸਮੱਸਿਆ ਵਿੱਚ ਆ ਜਾਵਾਂਗੇ ਜਿਸ ਕਰਕੇ ਸਥਾਨ ਦੀ ਖੋਜ ਅਸਫਲ ਰਹੀ ਸੀ। ਹੁਣ ਕਿਉਂਕਿ ਅਸੀਂ ਕਾਨੂੰਨੀ ਭੂਮੀ ਵਰਣਨ ਦੀ ਖੋਜ ਕਰ ਰਹੇ ਹਾਂ, ਆਓ ਅਸਲ ਵਿੱਚ ਜਮ੍ਹਾਂ ਕਰੀਏ। ਆਓ ਪਹਿਲਾਂ ਜਲਦੀ ਨਾਲ GPS ਨਿਰਦੇਸ਼ਾਂਕਾਂ ਤੇ ਝਾਤ ਮਾਰੀਏ ਅਤੇ ਫਿਰ ਅਸੀਂ ਇੱਕ ਕਾਨੂੰਨੀ ਭੂਮੀ ਵਰਣਨ ਲਈ ਇੱਕ ਟਿਕਟ ਜਮ੍ਹਾਂ ਕਰਾਂਗੇ ਜਿੱਥੇ ਮੈਨੂੰ ਪਤਾ ਹੈ ਕਿ ਸਾਡੇ ਟੈਸਟ ਸਰਵਰ ਵਿੱਚ ਕੋਈ ਸਹੂਲਤ ਦਾ ਮਾਲਕ ਨਹੀਂ ਹੈ ਅਤੇ ਫਿਰ ਅਸੀਂ ਉੱਥੋਂ ਅੱਗੇ ਜਾ ਸਕਦੇ ਹਾਂ।